सतनाम श्री वाहिगुरु जी। डंडौत बंदन अनक बार, सर्व कला समरथ। डोलन ते रखो प्रभु, नानक दे कर हथ। हर बेअंत हो मित कर वरनो, क्या जाना होए कै सोरे। करो बेनती सतगुर अपने, मैं मूर्ख देहो उपदेसो रे। सतनाम श्री वाहिगुरु जी। श्री राग महला पंजवा, घर पहला। क्या तू रत्ता देख कै, पुत्र कलत्र सीगार। रस भोग है खुशियाँ कर है, मान है रंग अपार। क्या तू रत्ता देख कै। वाहिगुरु जी का खालसा, वाहिगुरु जी की फतेह। सतगुਰਾਂ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜੋ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੈ। ਹੁਣ ਤੱਕ ਸ੍ਰੀ ਰਾਗ ਅੰਦਰ 70 ਸ਼ਬਦਾਂ ਦੀ ਵਿਚਾਰ ਪਹਿਲਾਂ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 33 ਸ਼ਬਦ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ ਅਤੇ 31 ਸ਼ਬਦ ਸ੍ਰੀ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਮਹਾਰਾਜ ਦੇ ਉਚਾਰੇ ਹੋਏ ਹਨ ਔਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ 6 ਸ਼ਬਦ ਉਚਾਰਨ ਕੀਤੇ ਹੋਏ ਨੇ। ਇਹ ਕੁੱਲ ਜੋੜ ਗਿਣਤੀ ਹੋਈ 70। ਇਸ ਤੋਂ ਅੱਗੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਉਚਾਰਨ ਕਰਦੇ ਹਨ। ਸ੍ਰੀ ਰਾਗ ਮਹੱਲਾ ਪੰਜਵਾ, ਘਰ ਪਹਿਲਾ। ਪੰਚਮ ਪਾਤਸ਼ਾਹ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸ੍ਰੀ ਰਾਗ ਦੇ ਅੰਦਰ ਪਹਿਲੇ ਘਰ ਸੁਰਤਾਲ ਅੰਦਰ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ। ਕਿਆ ਤੂੰ ਰੱਤਾ ਦੇਖ ਕੇ, ਪੁੱਤਰ ਕਲੱਤਰ ਸੀਗਾਰ। ਹੇ ਜੀਵ, ਹੇ ਮਨੁੱਖ, ਕੀ ਤੂੰ ਰੰਗਿਆ ਹੋਇਆ ਵੇਖ ਵੇਖ ਕੇ ਆਪਣੇ ਪੁੱਤਰ ਤੇ ਕਲੱਤਰ ਇਸਤਰੀ ਦੇ ਸ਼ਿੰਗਾਰ, ਜਿਹੜੇ ਹਾਵ ਭਾਵ ਹਨ, ਅਨੇਕਾਂ ਤਰ੍ਹਾਂ ਦੀ ਸੁੰਦਰਤਾ ਜਿਹੜੀ ਹੈ ਉਹ ਵੇਖ ਕੇ ਔਰ ਪੁੱਤਰਾਂ ਦੇ ਮੋਹ ਵਿੱਚ ਗਲਤਾਨ ਹੋ ਕੇ ਉਹਨਾਂ ਵੱਲ ਵੇਖ ਵੇਖ ਕੇ ਕੀ ਤੂੰ ਉਹਨਾਂ ਦੇ ਮੋਹ 'ਚ ਰੰਗਿਆ ਹੋਇਆ। ਰਸ ਭੋਗ ਹੈ ਖੁਸ਼ੀਆਂ ਕਰ ਹੈ। ਬੜੇ ਤਰ੍ਹਾਂ ਦੇ ਖਾਣ ਪੀਣ ਵਾਲੇ, ਜਿਵੇਂ 6 ਰਸਾਂ ਦੇ ਭੋਜਨ ਹਨ 36 ਪ੍ਰਕਾਰ ਦੇ, ਖੱਟਾ ਮਿੱਠਾ ਚਟਪਟਾ ਕੌੜਾ ਕਸੈਲਾ ਸਲੂਣਾ, ਇਹ 6 ਰਸ ਮੰਨੇ ਹਨ ਜੀਭ ਦੇ। ਅਤੇ ਇਹਨਾਂ 6 ਰਸਾਂ ਰਾਹੀਂ 6 ਅੱਗੇ ਭੋਜਨ ਹਨ। ਇਹ 36 ਪ੍ਰਕਾਰ ਦੇ ਭੋਜਨ ਖਾਣ ਵਿੱਚ, ਰਸ ਭੋਗਣ ਵਿੱਚ ਹੀ ਮਸਤ ਹੋਇਆ ਅਤੇ ਇਸ ਤਰ੍ਹਾਂ ਬੜੀਆਂ ਤੂੰ ਖੁਸ਼ੀਆਂ ਪ੍ਰਾਪਤ ਕਰਦਾ। ਇਹ ਚੀਜ਼ਾਂ ਖਾ ਪੀ ਕੇ, ਧੀਆਂ ਪੁੱਤਰਾਂ ਨਾਲ ਲਾੜ ਲਡਾ ਕੇ, ਇਸਤਰੀ ਨਾਲ ਮੋਹ ਕਰਕੇ ਬੜੀਆਂ ਖੁਸ਼ੀਆਂ ਤੂੰ ਸਮਝਦਾ। ਮਾਣ ਹੈ ਰੰਗ ਅਪਾਰ, ਇਸ ਤਰ੍ਹਾਂ ਦੇ ਅਪਾਰ ਬੇਅੰਤ ਰੰਗ ਤੂੰ ਮਾਣਦਾ ਆਪਣੇ ਜੀਵਨ ਅੰਦਰ। ਬਹੁਤ ਕਰ ਹੈ ਫਰਮਾਇਸ਼ੀ, ਵਰਤ ਹੈ ਹੋਏ ਅਫਾਰ, ਅਤੇ ਬੜੀਆਂ ਫਰਮਾਇਸ਼ਾਂ ਤੂੰ ਕਰਦਾ। ਜਿੰਨੀ ਕੁ ਤਾਕਤ ਕਿਸੇ ਮਨੁੱਖ ਕੋਲ ਹੁੰਦੀ ਹੈ, ਉਹਦੇ ਅਨੁਸਾਰ ਆਪਣੇ ਮੁਖ ਤੋਂ ਫਰਮਾਨ ਜਾਰੀ ਕਰਦਾ, ਮੈਨੂੰ ਆਹ ਲਿਆ ਕੇ ਦਿਓ, ਆਹ ਲਿਆ ਕੇ ਦਿਓ, ਇਹ ਮੇਰਾ ਹੁਕਮ ਚੱਲੇ। ਸੋ ਇਸ ਪ੍ਰਕਾਰ ਅਫਾਰ ਆਫਰਿਆ ਹੋਇਆ ਹੰਕਾਰ ਦੇ ਸਹਿਤ ਹੋ ਕੇ ਵਰਤੋਂ ਵਿਹਾਰ ਕਰਦਾ ਲੋਕਾਂ ਨਾਲ। ਜਿਸ ਪ੍ਰਕਾਰ ਕਹਿੰਦੇ ਜਿਹੜੇ ਰਾਜਨੀਤਿਕ ਲੋਕ ਹੈ, ਜਦੋਂ ਤੱਕ ਉਹਨਾਂ ਨੂੰ ਵੋਟਾਂ ਆਦਿਕਾਂ ਦੀ ਲੋੜ ਹੁੰਦੀ ਆ, ਉਦੋਂ ਤਾਂ ਗਧੇ ਨੂੰ ਵੀ ਬਾਪ ਕਹਿਣ ਨੂੰ ਤਿਆਰ ਹੋ ਜਾਂਦੇ ਆ, ਅਤੇ ਫਿਰ ਕਹਿੰਦੇ ਜਦੋਂ ਕੁਰਸੀ 'ਤੇ ਬਹਿ ਜਾਂਦੇ ਨੇ, ਉਦੋਂ ਬਾਪ ਵੀ ਉਹਨਾਂ ਨੂੰ ਗਧਾ ਪ੍ਰਤੀਤ ਹੁੰਦਾ ਅਤੇ ਫਿਰ ਉਹ ਆਪਣੀਆਂ ਮਨਮਰਜ਼ੀਆਂ ਚੰਮਦੀਆਂ ਚਲਾਉਂਦੇ ਆ ਕਹਿੰਦੇ। ਇਸ ਤਰ੍ਹਾਂ ਦੀ ਕਹਾਵਤ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਬੜੀਆਂ ਫਰਮਾਇਸ਼ਾਂ ਕਰਦਾ ਤੂੰ। ਜਿਹੜੇ ਗਲਤ ਲੋਕ ਹੋਣ ਉਹਨਾਂ ਦੇ ਹੱਕ ਵਿੱਚ ਫੈਸਲੇ ਕਰਾਉਣ ਵਾਸਤੇ ਫਰਮਾਇਸ਼ਾਂ ਕਰਦਾ। ਜਿਹੜੇ ਸਹੀ ਲੋਕ ਆ ਉਹਨਾਂ ਦੇ ਖਿਲਾਫ ਜਿਹੜੇ ਹਨ ਉਹ ਫਰਮਾਨ ਜਾਰੀ ਕਰਦਾ। ਅਤੇ ਇਸ ਤਰ੍ਹਾਂ ਅਫਾਰੇ ਦੇ ਸਹਿਤ ਹੋ ਕੇ, ਅਫਰੇਵੇਂ ਦੇ ਸਹਿਤ ਹੋ ਕੇ, ਹੰਕਾਰ ਦੇ ਸਹਿਤ ਹੋ ਕੇ ਵਰਤਦਾ ਸੰਸਾਰ ਦੇ ਅੰਦਰ। ਕਰਤਾ ਚਿੱਤ ਨਾ ਆਵਈ, ਮਨਮੁਖ ਅੰਧ ਗਵਾਰ। ਤੂੰ ਬੜਾ ਆਪਣੇ ਆਪ ਨੂੰ ਸਿਆਣਾ ਸਮਝਦਾ, ਪਰ ਇਹ ਮਨਮੁਖਾ, ਮਨ ਦੇ ਪਿੱਛੇ ਲੱਗਣ ਵਾਲਿਆ, ਤੂੰ ਅੰਦਰੋਂ ਵੀ ਅੰਨਾ ਹੀ ਹੈ। ਕਿਉਂਕਿ ਹਜ਼ੂਰ ਨੇ ਕਿਹਾ, ਅੰਧੇ ਹੈ ਨਾ ਆਖੀਨ ਜਿਨ ਮੁਖ ਲੋਇਣ ਨਾ ਹੈ, ਅੰਧੇ ਸਹੀ ਨਾਨਕਾ ਖਸਮੋਂ ਕੁੱਥੇ ਜਾਹੇ। ਜੋ ਖਸਮ ਪਰਮਾਤਮਾ ਦੇ ਸਿਮਰਨ ਵੱਲੋਂ ਖੁੰਝ ਗਿਆ ਹੈ, ਉਹ ਅੰਦਰੋਂ ਅੰਨਾ ਹੈ। ਅੰਦਰੋਂ ਅੰਨਾ, ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ। ਸੋ ਇਸ ਪ੍ਰਕਾਰ ਗਵਾਰ ਬਾਹਰੀ ਤੌਰ 'ਤੇ ਸ਼ਾਸਤਰ ਗਿਆਨ ਵੱਲੋਂ ਵੀ ਤੂੰ ਬੇਸਮਝ ਹੈ। ਸੋ ਇਸ ਤਰ੍ਹਾਂ ਅਧਿਆਤਮਿਕ ਪੱਖ ਤੋਂ, ਧਾਰਮਿਕ ਪੱਖ ਤੋਂ ਅੰਨਾ ਅਤੇ ਗਵਾਰ ਮੂਰਖ ਹੈ ਤੂੰ ਮਨਮੁਖਾ, ਕਿਉਂਕਿ ਤੈਨੂੰ ਕਰਤਾ ਪਰਮਾਤਮਾ ਚਿੱਤ ਵਿੱਚ ਚੇਤੇ ਹੀ ਨਹੀਂ ਆਉਂਦਾ ਹੈ। ਵਾਹਿਗੁਰੂ ਨੂੰ ਭੁਲਾ ਹੀ ਛੱਡਿਆ ਤੂੰ, ਮੇਰੇ ਮਨ ਸੁਖ ਦਾਤਾ ਹਰ ਸੋਏ। ਔਰ ਹਜ਼ੂਰ ਕਹਿੰਦੇ ਨੇ ਅਜੇ ਵੀ
ਤੇਰੇ ਜੇ ਭਾਗ ਸਵੱਲੇ ਹਨ ਤਾਂ ਆਪਣੇ ਮਨ ਨੂੰ ਸਮਝਾ ਤੇ ਕਹੋ, ਹੈ ਮੇਰੇ ਮਨਾ, ਸਾਰਿਆਂ ਸੁੱਖਾਂ ਦਾ ਦਾਤਾ ਉਹੀ ਹਰੀ ਪ੍ਰਮਾਤਮਾ ਹੈ। ਆਪਣੇ ਆਪ ਆਪਣੀ ਮਰਜ਼ੀ ਨਾਲ ਅਸੀਂ ਸੁੱਖ ਨਹੀਂ ਪੈਦਾ ਕਰ ਸਕਦੇ। ਸਾਰਿਆਂ ਸੁੱਖਾਂ ਦਾ ਦਾਤਾ ਇੱਕ ਹਰੀ ਵਾਹਿਗੁਰੂ ਹੀ ਹੈ। ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ। ਉਸ ਵਾਹਿਗੁਰੂ ਨੂੰ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ, ਪ੍ਰਾਪਤ ਕੀਤਾ ਜਾਂਦਾ ਹੈ। ਤੇ ਗੁਰੂ ਸਾਹਿਬ ਕਿਵੇਂ ਮਿਲਦੇ ਆ ਜੀ? ਕਰਮ ਪ੍ਰਾਪਤ ਹੋਏ, ਵਾਹਿਗੁਰੂ ਦੀ ਬਖਸ਼ਿਸ਼ ਹੋਵੇ। ਇਹ ਬਖਸ਼ਿਸ਼ ਦਿਖਾਈ ਨਹੀਂ ਦਿੰਦੀ ਹੈ ਪ੍ਰਤੱਖ ਰੂਪ 'ਚ ਵਰਤਦੀ, ਪਰ ਇਹ ਹੁੰਦੀ ਵਾਹਿਗੁਰੂ ਜੀ ਦੀ ਬਖਸ਼ਿਸ਼ ਹੀ ਹੈ, ਜਿਸ ਕਰਕੇ ਸੰਜੋਗ ਸਬੱਬ ਬਣਦਾ ਪੂਰਿਆਂ ਗੁਰਾਂ ਦੇ ਨਾਲ ਮਿਲਾਪ ਦਾ। ਪੂਰੇ ਸਤਿਗੁਰੂ ਦੇ ਨਾਲ ਮਿਲਾਪ ਕਰਾਉਣ ਵਾਲਾ ਵੀ ਵਾਹਿਗੁਰੂ ਹੈ। ਤੇ ਫਿਰ ਗੁਰੂ ਦੀ ਪ੍ਰਸਾਦ, ਪ੍ਰਸੰਨਤਾ, ਬਖਸ਼ਿਸ਼, ਕਿਰਪਾ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਰਹਾਓ। ਕੱਪੜ ਭੋਗ ਲਪਟਾਇਆ, ਸੋਇਨਾ ਰੂਪਾ ਖਾਕ। ਇੱਕ ਤਾਂ ਇੰਜ ਅਰਥ ਹੈ ਕਿ ਹੇ ਜੀਵ, ਤੂੰ ਸੋਹਣੇ ਸੋਹਣੇ ਕੱਪੜੇ ਪਹਿਰਨ ਵਿੱਚ ਤੇ ਭੋਗ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਹੀ ਫਸਿਆ ਹੋਇਆ। ਕਦੇ ਮੈਂ ਲਾਲ ਪਾਉਣਾ ਜੀ, ਕੱਲ੍ਹ ਲਾਲ ਪਾਇਆ ਸੀ, ਹਰਾ ਪਾਉਣਾ, ਅੱਜ ਨੀਲਾ ਪਾਉਣਾ, ਚਿੱਟਾ ਪਾਉਣਾ, ਅੱਜ ਫਲਾਣੇ ਰੰਗ ਦਾ, ਅੱਜ ਫਲਾਨੀ ਪੋਸ਼ਾਕ ਪਹਿਰਨੀ ਹੈ। ਤੇ ਉਹਨਾਂ ਪੋਸ਼ਾਕਾਂ ਦੇ ਨਾਲ ਹੀ ਤੇਰਾ ਬੜਾ ਮੋਹ ਹੈ। ਆਪਣੇ ਸਰੀਰ 'ਤੇ ਸਜਾ ਕੇ ਬੜਾ ਵਿਖਾਉਣਾ ਵੀ ਮੈਂ ਬਹੁਤੇ ਮੁੱਲ ਵਾਲੇ ਕੱਪੜੇ ਪਾਉਣਾ। ਤੇ ਇੱਛਾ ਵੀ ਰੱਖਦਾ ਹੈ ਮਨੁੱਖ, ਗਰੀਬ ਤੋਂ ਗਰੀਬ ਵੀ ਚਾਹੁੰਦਾ ਕਿ ਮੈਨੂੰ ਮਹਿੰਗੇ ਮਹਿੰਗੇ ਕੱਪੜੇ ਪਾਉਣ ਨੂੰ ਮਿਲਣ। ਤੇ ਭੋਗ ਜਿਹੜੇ ਆਪਣਾ ਇੱਕ ਤਾਂ ਹੈ ਜਿਹੜੇ ਖਾਣ ਪੀਣ ਵਾਲੇ ਪਦਾਰਥ, ਉਹਨਾਂ ਨੂੰ ਭੋਗਣਾ ਪਦਾਰਥਾਂ ਦਾ। ਤੇ ਭੋਗ ਵਿਕਾਰਾਂ ਨੂੰ ਭੋਗਣ ਵਿੱਚ ਤੂੰ ਲਪਟਾਇਆ ਫਸ ਰਿਹਾ ਹੈ। ਤੇ ਸੋਇਨਾ ਰੂਪਾ ਖਾਕ, ਜਿਹੜੇ ਸੋਨੇ ਤੇ ਰੂਪਾ, ਚਾਂਦੀ ਆਦਿਕਾਂ, ਚਾਂਦੀ ਪੁਰਾਣੇ ਸਮਝ ਰੁਪਈਏ ਹੁੰਦੇ ਸੀ ਚਾਂਦੀ ਦੇ, ਤੇ ਸੋਨੇ ਦੇ ਗਹਿਣੇ ਮਹਿੰਗੀਆਂ ਚੀਜ਼ਾਂ ਹਨ, ਇਹਨਾਂ ਵਿੱਚ ਤੂੰ ਫਸਿਆ ਹੋਇਆ ਤਾਂ ਖਾਕ ਰੂਪ ਹਨ। ਔਰ ਇਸੇ ਪ੍ਰਕਾਰ ਸੋਇਨਾ ਰੂਪਾ ਖਾਕ, ਸੋਇਨਾ ਹੋ ਜੇ ਮੇਰੇ ਕੋਲ ਬਹੁਤਾ, ਚਾਂਦੀ ਦੇ ਰੁਪਈਏ ਹੋਣ, ਖਾਕ ਧਰਤੀ ਬਹੁਤੀ ਜ਼ਿਆਦਾ ਹੋਵੇ। ਖਾਕ ਨਾਲ ਮਿੱਟੀ ਦਾ, ਮਿੱਟੀ ਦਾ ਮਤਲਬ ਧਰਤੀ ਅਰਥ ਕੀਤਾ ਵਿਦਵਾਨਾਂ ਨੇ। ਤੇ ਇਸ ਤਰ੍ਹਾਂ ਧਰਤੀ ਬਹੁਤੀ ਬਣਾਉਣ ਵਿੱਚ ਰੰਗਿਆ ਹੋਇਆ, ਫਸਿਆ ਹੋਇਆ, ਤੇ ਫਿਰ ਉਹਨਾਂ ਚੀਜ਼ਾਂ ਦਾ ਮਾਣ ਵੀ ਕਰਦਾ। ਇੰਝ ਜੀਵ ਇੱਥੇ ਮਾਇਆ ਜੀ ਫਸਿਆ ਹੋਇਆ। ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ। ਹੈਵਰ ਸ੍ਰੇਸ਼ਟ ਜਿਹੜੇ ਘੋੜੇ ਹਨ, ਤੇ ਗੈਵਰ ਸ੍ਰੇਸ਼ਟ ਹਾਥੀ, ਬਹੁਤੇ ਮਹਿੰਗੇ ਮਹਿੰਗੇ, ਬਹੁ ਰੰਗੇ ਬਹੁ ਰੰਗਾਂ ਦੇ। ਇਹ ਕਾਲਾ ਹੈ, ਇਸ ਤਰ੍ਹਾਂ ਨੀਲਾ ਘੋੜਾ ਹੈ, ਇਹ ਕਮਾਇਤ ਘੋੜਾ ਹੈ, ਇਹ ਫਲਾਣੇ ਰੰਗ ਦਾ ਹੈ। ਤੇ ਇਸ ਪ੍ਰਕਾਰ ਹਾਥੀ ਵੰਨ ਸਵੰਨੇ ਰੰਗਾਂ ਦੇ, ਤੇ ਉਹਨਾਂ ਦੇ ਝੁੱਲਾਂ ਪਾਈਆਂ ਹੋਈਆਂ ਰੰਗ ਬਰੰਗੀਆਂ। ਕੀਏ ਰਥ ਥਾਕ, ਬੜੇ ਬੜੇ ਰਥ ਬਣਾ ਲਏ, ਤੇ ਉਹਨਾਂ ਅੱਗੇ ਜੁੱਤੇ ਹੋਏ ਜਿਹੜੇ ਘੋੜੇ ਥੱਕਦੇ ਹੀ ਨਹੀਂ, ਬਹੁਤੇ ਬਲੀ ਹਨ। ਤੇ ਜਿਵੇਂ ਅੱਜ ਕੱਲ੍ਹ ਜਿਹੜੀਆਂ ਸਵਾਰੀਆਂ ਹਨ, ਮੋਟਰਾਂ ਗੱਡੀਆਂ, ਤੇ ਇਸੇ ਪ੍ਰਕਾਰ ਜਿਹੜੇ ਜਹਾਜ਼ ਹਨ, ਉਹਨਾਂ ਦੇ ਇੰਜਣ ਕਿਹੜੇ ਥੱਕਣ ਲੱਗੇ ਆ। ਅਥਾਕ ਰਥ, ਅਥਾਕ ਸਵਾਰੀਆਂ ਨਾ ਥੱਕਣ ਵਾਲੀਆਂ ਤੂੰ ਬਣਾ ਲਈਆਂ। ਕਿਸ ਹੀ ਚਿੱਤ ਨਾ ਪਾਵਹੀ, ਬਿਸਰਿਆ ਸਭ ਸਾਕ। ਜਿਨ੍ਹਾਂ ਦਾ ਤੂੰ ਸਤਿਕਾਰ ਕਰਨਾ ਸੀ, ਸੇਵਾ ਕਰਨੀ ਸੀ, ਹੁਣ ਹੰਕਾਰ ਵਿੱਚ ਆ ਕੇ ਉਹਨਾਂ ਨੂੰ ਵੀ ਚਿੱਤ 'ਚ ਨਹੀਂ ਪਾਉਂਦਾ, ਭਾਵ ਚਿੱਤ ਵਿੱਚ ਨਹੀਂ ਲਿਆਉਂਦਾ। ਉਹਨਾਂ ਦੇ ਪ੍ਰਤੀ ਆਪਣੇ ਫਰਜ਼ ਅਦਾ ਨਹੀਂ ਕਰਦਾ, ਜਿਵੇਂ ਮਾਤਾ ਪਿਤਾ ਹੋਣ, ਦਾਦਾ ਦਾਦੀ ਹੋਣ, ਬਜ਼ੁਰਗ ਵੱਡੇ। ਇਸ ਤਰ੍ਹਾਂ ਸਾਰੇ ਸਾਕ ਤੈਨੂੰ ਵਿਸਰ ਗਏ। ਸਾਰਿਆਂ ਸਾਕਾਂ ਨੂੰ ਜਿਨ੍ਹਾਂ ਪ੍ਰਤੀ ਤੇਰੇ ਫਰਜ਼ ਸੀ, ਉਹ ਤੂੰ ਸਾਰੇ ਵਿਸਾਰ ਦਿੱਤੇ, ਭੁਲਾ ਹੀ ਦਿੱਤੇ ਹਨ। ਸਿਰਜਣਹਾਰ ਭੁਲਾਇਆ, ਵਿਣ ਨਾਵੈ ਨਾ ਪਾਕ। ਤੇ ਇਹੋ ਜਿਹੇ ਜੀਵ ਨੂੰ ਸਿਰਜਣਹਾਰ ਪਰਮਾਤਮਾ ਨੇ ਵੀ ਮਨੋਂ ਭੁਲਾ ਦਿੱਤਾ ਹੈ। ਜਿਹੜਾ ਜੀਵ ਵਾਹਿਗੁਰੂ ਦੇ ਨਾਮ ਤੋਂ ਬਗੈਰ ਹੈ, ਉਹ ਨਾਪਾਕ, ਗੰਦਾ ਹੈ, ਅਪਵਿੱਤਰ ਹੈ, ਮਲੀਨ ਹੈ, ਤੇ ਉਸ ਨੂੰ ਸਿਰਜਣਹਾਰ ਪਰਮਾਤਮਾ ਨੇ ਵੀ ਭੁਲਾ ਦਿੱਤਾ ਹੈ। ਵੈਸੇ ਫਰੀਦ ਜੀ ਤਾਂ ਕਹਿੰਦੇ ਹਨ ਕਿ ਫਰੀਦਾ ਪਿਛਲ ਰਾਤ ਨਾ ਜਾਗਿਓ, ਇਹ ਜੀਵੰਦੜੋ ਮੋਇਓ ਹੈ। ਹੇ ਫਰੀਦ, ਪਿਛਲੀ ਰਾਤ ਉੱਠਿਆ ਨਹੀਂ, ਜਾਗਿਆ ਨਹੀਂ, ਸਿਮਰਨ ਨਹੀਂ ਕੀਤਾ, ਤੂੰ ਤਾਂ ਜਿਉਂਦਾ ਹੀ ਮਰ ਗਿਆ। ਜੇ ਤਾਂ ਰੱਬ ਵਿਸਾਰਿਓ ਤਾਂ ਰੱਬ ਨਾ ਵਿਸਰਿਓ ਹੈ। ਜੇ ਤੂੰ ਰੱਬ ਨੂੰ ਭੁਲਾ ਦਿੱਤਾ ਤਾਂ ਰੱਬ ਨੇ ਤੈਨੂੰ ਅਜੇ ਨਹੀਂ ਭੁਲਾਇਆ, ਤਾਂ ਹੀ ਤੇਰੇ ਸਵਾਸ ਚੱਲਦੇ ਆ। ਤਾਂ ਇਸ ਪ੍ਰਕਾਰ ਕਹਿੰਦੇ ਵਾਹਿਗੁਰੂ ਪਰਮਾਤਮਾ ਨੇ ਉਹਦੇ ਵੱਲ ਖਿਆਲ ਨਹੀਂ ਫਿਰ ਕਰਨਾ। ਪਰਮਾਤਮਾ ਨੇ ਵੀ ਭੁਲਾ ਦਿੱਤਾ ਹੈ। ਬਿਨਾਂ ਨਾਮ ਤੋਂ ਨਾਪਾਕ, ਇਹ ਅਪਵਿੱਤਰ ਹੋ ਗਿਆ, ਮਲੀਨ, ਗੰਦਾ ਹੋ ਗਿਆ ਹੈ। ਲੈਂਦਾ ਬਦ ਦੁਆਏ ਤੂੰ ਮਾਇਆ ਕਰ ਹੈ ਇਕੱਤ। ਇਸ ਤਰ੍ਹਾਂ ਗਰੀਬਾਂ ਦੇ ਉੱਪਰ ਵਧੀਕੀਆਂ ਕਰਨੀਆਂ, ਤੇ ਜਦੋਂ ਵਧੀਕੀਆਂ ਕਰਨੀਆਂ ਤੇ ਫਿਰ ਉਹ ਸਾਹਮਣੇ ਤਾਂ ਨਹੀਂ ਬੋਲਦੇ, ਪਰ ਉਹ ਮਨ ਹੀ ਮਨ ਅੰਦਰ ਦਿਲੋਂ ਤਾਂ ਬਦ ਦੁਆਵਾਂ ਹੀ ਦਿੰਦੇ ਆ। ਬਦ ਦੁਆਵਾਂ, ਬਦ ਅਸੀਸਾਂ, ਲੋਕਾਂ ਦੀਆਂ ਬਦ ਅਸੀਸਾਂ ਤੂੰ ਲੈਂਦਿਆਂ ਜੀਵਨ ਗੁਜ਼ਾਰਦਾ, ਤੇ ਪਰਵਾਹ ਨਹੀਂ ਕਰਦਾ ਕਿ ਇਹਨਾਂ ਦੀਆਂ ਬਦ ਅਸੀਸਾਂ ਮੇਰਾ ਬੁਰਾ ਕਰਨਗੀਆਂ।
ਤੇ ਕੇਵਲ ਮਾਇਆ ਇਕੱਠੀ ਕਰਨ 'ਚ ਲੱਗਾ। ਮਾਇਆ ਕਰਹਿ ਇਕੱਤ, ਮਾਇਆ ਨੂੰ ਇਕੱਤਰ ਕਰਨ 'ਚ ਲੱਗਾ ਰਹਿਣਾ ਸਾਰੇ ਜੀਵਨ ਪਰਯੰਤ। ਜਿਵੇਂ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਪਾਸ ਇੱਕ ਆਇਆ ਸੀ ਆਦਮੀ, ਤੇ ਉਸਨੇ ਬੇਨਤੀ ਕੀਤੀ, ਜੀ ਮੈਂ ਕਈ ਥਾਵਾਂ ਤੇ ਆਪਣੇ ਖੇਤਾਂ 'ਚ ਬੋਰ ਕੀਤਾ, ਥੱਲਿਓਂ ਪਾਣੀ ਨਹੀਂ ਨਿਕਲਦਾ। ਹੋਰ ਲੋਕਾਂ ਦੇ ਚਾਰ ਚੁਫੇਰੇ ਖੇਤ ਹਨ, ਉੱਥੇ ਪਾਣੀ ਚੰਗਾ ਭਲਾ ਆਉਂਦਾ, ਤੇ ਮੈਂ ਬੜਾ ਦੁਖੀ ਹੋਇਆ ਜੀ। ਕੋਈ ਮਹਾਂਪੁਰਸ਼ੋ ਰੇਖ 'ਚ ਮੇਖ ਮਾਰੋ। ਤਾਂ ਸੰਤ ਕਹਿਣ ਲੱਗੇ, ਭਾਈ ਜਲ ਪਾਣੀ ਛਕ ਲਾ, ਫਿਰ ਗੁਰੂ ਮਹਾਰਾਜ ਨੂੰ ਅਰਦਾਸ ਕਰ ਲੈਂਦੇ ਹਾਂ। ਜਦੋਂ ਜਲ ਪਾਣੀ ਛਕ ਕੇ ਆਇਆ ਤਾਂ ਸੰਤ ਕਹਿਣ ਲੱਗੇ, ਭਾਈ ਅਸੀਂ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਸੀ, ਤਾਂ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਕਿ ਤੂੰ ਆਪਣੇ ਨਗਰ ਦੇ ਕਿਸੇ ਗਰੀਬ ਬੰਦੇ ਦੇ ਪੈਸੇ ਮਾਰੇ ਹੋਏ ਨੇ, ਉਹ ਪੈਸੇ ਦੇ ਦੇ ਤਾਂ ਪਾਣੀ ਨਿਕਲ ਆਏਗਾ। ਉਹ ਚਲਾਕੀ ਜੀ ਵਰਤਣ ਲੱਗਾ, ਕਹਿਣ ਲੱਗਾ, ਨਹੀਂ ਜੀ ਮੈਂ ਤਾਂ ਕਿਸੇ ਦੇ ਪੈਸੇ ਨਹੀਂ ਕਦੇ ਮਾਰੇ। ਕਹਿਣ ਲੱਗੇ, ਫਿਰ ਸਾਡੇ ਕੋਲ ਕੀ ਲੈਣਾ ਆ, ਫਿਰ ਆਪਣਾ ਕੰਮ ਕਰ ਜਾ ਕੇ। ਫਿਰ ਚਰਨਾਂ 'ਤੇ ਡਿੱਗ ਪਿਆ, ਕਹਿਣ ਲੱਗਾ, ਜੀ ਹਾਂ 280 ਰੁਪਈਏ ਕਿਸੇ ਪਿੰਡ ਦੇ ਬੰਦੇ ਦੇ ਮੈਂ ਮਾਰੇ ਹੋਏ ਆ। ਮੈਨੂੰ ਕਿਹਾ ਸੀ ਨਹੀਂ ਮੈਂ ਦਿੰਦਾ, ਕਿੱਥੋਂ ਕਿਵੇਂ ਲੈ ਲਵੇਂਗਾ। ਅਤੇ ਉਹ ਦੁਖੀ ਹੋਇਆ ਚਲਾ ਗਿਆ ਸੀ, ਅਤੇ ਅਜੇ ਤੱਕ ਮੈਂ ਦਿੱਤੇ ਨਹੀਂ। ਕਹਿਣ ਲੱਗੇ, ਫਿਰ ਹੁਣ ਤੱਕ ਜਿੰਨਾ ਵਿਆਜ ਬਣਦਾ ਉਹ ਵਿੱਚ ਪਾ ਕੇ ਅਤੇ ਉਹਦੇ ਘਰ ਦੇਣ ਜਾ, ਹੱਥ ਜੋੜ ਕੇ ਨਿਮਰਤਾ ਸਹਿਤ ਉਹਦੇ ਕੋਲੋਂ ਮੁਆਫੀ ਮੰਗ ਅਤੇ ਉਹ ਪੈਸੇ ਵਾਪਸ ਮੋੜ, ਫਿਰ ਪਾਣੀ ਉਸੇ ਖੇਤ 'ਚੋਂ ਨਿਕਲ ਆਏਗਾ ਜਿਹੜਾ ਬੋਰ ਕੀਤਾ ਹੋਇਆ। ਉਹਨੇ 3-4 ਥਾਵਾਂ 'ਤੇ ਬੋਰ ਕੀਤੇ ਸੀ, ਪਾਣੀ ਨਹੀਂ ਸੀ ਨਿਕਲਦਾ। ਔਰ ਫਿਰ ਇਸ ਤਰ੍ਹਾਂ ਕੀਤਾ, 280 'ਚ ਮੇਰਾ ਖਿਆਲ 120 ਰੁਪਈਏ ਹੋਰ ਸ਼ਾਇਦ ਪਾਏ ਜਾਂ ਕਿੰਨੇ ਹੋਰ ਪਾਏ, ਅਤੇ ਉਹ 40 ਰੁਪਈਏ ਹੋਰ ਸ਼ਾਇਦ, ਅਤੇ ਇਸ ਤਰ੍ਹਾਂ 320 ਰੁਪਈਏ ਫਿਰ ਉਹਨੂੰ ਦਿੱਤੇ ਜਾ ਕੇ। ਨਾਲੇ ਹੱਥ ਜੋੜ ਕੇ ਮਾਫੀ ਮੰਗੀ, ਅਤੇ ਫਿਰ ਜਦੋਂ 2-4 ਬੋਕੀਆਂ ਲਾਈਆਂ ਤਾਂ ਉਸੇ ਬੋਰ ਵਿੱਚੋਂ ਪਾਣੀ ਨਿਕਲ ਆਇਆ। ਅਤੇ ਜਦੋਂ ਇਹ ਬਚਨ ਲਿਖੇ ਗਏ ਉਦੋਂ 30 ਸਾਲ ਹੋ ਗਏ ਸੀ ਉਸ ਬੋਰ ਨੂੰ ਚੱਲਦਿਆਂ, ਬੰਦ ਨਹੀਂ ਸੀ ਹੋਇਆ। ਇਸ ਪ੍ਰਕਾਰ ਹੁਣ ਇੱਕ ਥੋੜ੍ਹਾ ਸਵਾਲ ਉੱਠਦਾ, ਇੱਕ ਸੱਜਣ ਨੇ ਕੀਤਾ ਸੀ ਸਵਾਲ ਇਹ, ਭਈ ਉਹ ਤਾਂ ਇਸ ਤਰ੍ਹਾਂ ਬਦ ਅਸੀਸ ਨੂੰ ਲੱਗ ਗਈ, ਪਾਣੀ ਨਹੀਂ ਸੀ ਨਿਕਲਦਾ, ਪਰ ਜਿਹੜੇ ਰਾਜ ਭਾਗ ਕਰਨ ਵਾਲੇ ਲੋਕ ਆ, ਇਹਨੇ ਲੋਕਾਂ ਦੀਆਂ ਬਦ ਦੁਆਵਾਂ ਬਦ ਅਸੀਸਾਂ ਉਹਨਾਂ ਨੂੰ ਹੁੰਦੀਆਂ, ਪਰ ਫਿਰ ਵੀ ਕੋਈ ਲੱਗਦੀ ਨਹੀਂ ਉਹਨਾਂ ਨੂੰ, ਉਹ ਫਿਰ ਵੀ ਅਗਾਂਹ ਹੀ ਵੱਧਦੇ ਜਾਂਦੇ ਆ, ਮਾਇਆ ਇਕੱਠੀ ਕਰੀ ਜਾਂਦੇ ਆ। ਤਾਂ ਫਿਰ ਉਹਦਾ ਜਵਾਬ ਇਹੀ ਮਨ 'ਚ ਆਇਆ ਵੀ ਪਿਛਲੇ ਜਨਮਾਂ 'ਚ ਤਾਂ ਉਹਨਾਂ ਨੇ ਪੁੰਨ ਕੀਤੇ ਹੋਣਗੇ ਤਾਂ ਰਾਜ ਭਾਗ ਮਿਲਿਆ, ਪਰ ਹੁਣ ਬੁਰੇ ਕੰਮ ਕਰਦਿਆਂ ਕਰਦਿਆਂ ਉਹਨਾਂ ਦੇ ਮਨਾਂ ਨੂੰ ਮੈਲ ਹੀ ਨਹੀਂ ਲੱਗੀ ਹੈ ਕਿ ਉਹ ਨਾ ਤਾਂ ਆਤਮਾ ਵਿੱਚੋਂ ਆਵਾਜ਼ ਆਉਂਦੀ ਹੈ ਉਹਨਾਂ ਨੂੰ, ਅਤੇ ਨਾ ਪਰਮੇਸ਼ਰ ਹੀ ਰੋਕਦਾ, ਕਿਉਂਕਿ ਕੁੰਭੀ ਨਰਕਾਂ ਆਦਿਕਾਂ 'ਚ ਪਾਉਣਾ ਹੋਵੇਗਾ ਉਹਨਾਂ ਨੂੰ। ਤਾਂ ਕਰਕੇ ਉਹ ਨਹੀਂ ਪਿੱਛੇ ਮੁੜ ਕੇ ਵੇਖਦੇ, ਅਤੇ ਉਹ ਵੱਡੇ ਗੁਨਾਹਗਾਰ ਪਾਪੀ ਰੱਬ ਨੇ ਬਣਾਉਣ 'ਤੇ ਪਤਾ ਨਹੀਂ ਕੀ ਹਾਲਤ ਹੋਵੇਗੀ। ਤੋ ਹਜ਼ੂਰ ਕਹਿੰਦੇ ਨੇ ਕਿ ਤੂੰ ਲੋਕਾਂ ਗਰੀਬਾਂ ਦੀਆਂ, ਰੱਬ ਦੇ ਬੰਦਿਆਂ ਦੀਆਂ ਬਦ ਦੁਆਵਾਂ ਬਦ ਅਸੀਸਾਂ ਲੈਣਾ ਮਾਇਆ ਇਕੱਠੀ ਕਰਨ ਵਾਸਤੇ। ਜਿਸਨੂੰ ਤੂੰ ਪਤੀ ਆਏ ਦਾ ਸੋ ਸਣ ਤੁਝੈ ਅਨਿਤ, ਅਤੇ ਉਹ ਮਾਇਆ ਘਰ 'ਚ ਲਿਆ ਕਿ ਜਿਵੇਂ ਕਬੀਰ ਜੀ ਨੇ ਕਿਹਾ, ਬਹੁ ਪ੍ਰਪੰਚ ਕਰ ਪਰ ਧਨ ਲਿਆ ਹੋਇਆ। ਇਹ ਜੀਵ ਬੜੇ ਪ੍ਰਪੰਚ ਵਲ ਛਲ ਠੱਗੀਆਂ ਧੋਖੇ ਫਰੇਬ ਹੇਰਾ ਫੇਰੀਆਂ ਕਰ ਕਰਕੇ, ਝੂਠ ਬੋਲ ਬੋਲ ਕੇ ਅਤੇ ਘਰ 'ਚ ਪਰਾਇਆ ਧਨ ਲਿਆਉਂਦਾ। ਸੁਤਦਾਰਾ ਪਹਿਆਨ ਲੁਟਾਵੇ, ਉਹ ਲੋਕਾਂ ਨਾਲ ਠੱਗੀਆਂ ਮਾਰ ਕੇ ਜਿਹੜੇ ਘਰ 'ਚ ਲਿਆ ਕੇ ਜੀਆਂ ਨੂੰ ਦਿੰਦਾ, ਉਹ ਵੀ ਤਾਂ ਲੋਕ ਹੀ ਬੇਗਾਨੇ ਹੀ ਆ, ਉਹਨਾਂ ਵੀ ਸਾਥ ਛੱਡ ਹੀ ਜਾਣਾ ਜਾਂ ਆਪ ਉਹਨਾਂ ਨੂੰ ਛੱਡ ਕੇ ਚਲੇ ਜਾਣਾ, ਉਹ ਨਾਲ ਤਾਂ ਕੋਈ ਨਿਭਣਾ ਨਹੀਂ। ਅਤੇ ਸੁਤਦਾਰਾ ਪੁੱਤਰ ਅਤੇ ਦਾਰਾ ਇਸਤਰੀ ਦੇ ਕੋਲ ਲਿਆ ਕੇ ਲੁਟਾ ਦਿੰਦਾ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਇਹ ਮੇਰੇ ਭੁੱਲਿਆ ਹੋਇਆ ਮਨਾ, ਸੋ ਇਸ ਤਰ੍ਹਾਂ ਨਾ ਕਰ, ਇਹ ਕਪਟ ਛਲ ਨਾ ਕਰ ਲੋਕਾਂ ਦੇ ਨਾਲ, ਰੱਬ ਦੇ ਬੰਦਿਆਂ ਨਾਲ। ਅੰਤ ਨੂੰ ਨਵੇੜਾ ਜਿਹੜਾ ਹਿਸਾਬ ਕਿਤਾਬ ਹੈ ਨਾ, ਤੇਰੀ ਜਿੰਦ ਦੇ ਪਾਸੋਂ ਵੀ ਵਾਹਿਗੁਰੂ ਨੇ ਲੈਣਾ, ਧਰਮਰਾਜ ਨੇ। ਇੰਝ ਨਾ ਕਰ, ਤੈਨੂੰ ਲੇਖਾ ਭੁਗਤਣਾ ਪੈਣਾ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਉਹ ਜਿਹੜੀ ਮਾਇਆ ਪਦਾਰਥ ਠੱਗੀਆਂ ਠੋਰੀਆਂ ਮਰ ਕੇ ਪਰਾਇਆ ਧਨ ਘਰ 'ਚ ਲਿਆਉਣਾ, ਅਤੇ ਉਸ ਮਾਇਆ ਦੁਆਰਾ ਜਿਸ ਨੂੰ ਤੂੰ ਪਤੀ ਆਏਂਦਾ, ਪਤਿਆਉਣਾ ਖੁਸ਼ ਕਰਦਾ ਜਿਨ੍ਹਾਂ ਨੂੰ, ਆਪਣੇ ਦੇ ਮੋਹਤ ਕਰਨ ਵਾਸਤੇ, ਮੇਰੇ ਨਾਲ ਬੜੇ ਖੁਸ਼ ਰਹਿਣ ਪਰਿਵਾਰ ਦੇ ਜੀ। ਸੋ ਸਣ ਤੁਝੈ ਅਨਿਤ, ਤੇਰੇ ਸਮੇਤ ਸਣ ਸਮੇਤ ਤੁਝੈ, ਤੇਰੇ ਸਮੇਤ ਇਹ ਸਾਰਾ ਕੁਝ ਅਨਿਤ, ਨਿਤ ਨਾ ਰਹਿਣ ਵਾਲਾ। ਨਿਤ ਦਾ ਅਰਥ ਹੈ ਨਿਤ ਜੋ ਨਹੀਂ ਰਹਿਣ ਵਾਲਾ, ਭਾਵ ਨਾਸਵੰਤ ਹੈ। ਤੇਰਾ ਆਪਣਾ ਸਰੀਰ ਵੀ ਅਤੇ ਜਿਹੜੇ ਸੰਬੰਧੀ ਹਨ ਇਹਨਾਂ ਦੇ ਸਰੀਰ ਵੀ ਸਾਰੇ ਨਾਸਵੰਤ ਨੇ, ਸਦਾ ਤੱਕ ਕਿਸੇ ਨੇ ਰਹਿਣਾ ਨਹੀਂ ਇੱਥੇ। ਅਹੰਕਾਰ ਕਰਹਿ ਅਹੰਕਾਰੀਆ, ਵਿਆਪਿਆ ਮਨ ਕੀ ਮਤ, ਮਨ ਦੀ ਮੱਤ ਵਿੱਚ ਤੂੰ ਵਿਆਪਿਆ ਹੋਇਆ ਫਸਿਆ ਹੋਇਆ ਤਦਾਕਾਰ ਹੋ ਰਿਹਾ, ਅਤੇ ਹੰਕਾਰੀ ਬਣ ਗਿਆ ਤੂੰ ਹੰਕਾਰ ਕਰਦਾ ਹੋਇਆ। ਹੇ ਹੰਕਾਰੀਆ, ਤੂੰ ਬੜਾ ਹੰਕਾਰ ਕਰਦਾ। ਮਨ ਦੀ ਜਿਹੜੀ ਮੱਤ ਹੈ ਨਾ, ਜਿੱਧਰ ਨੂੰ ਮਨ ਪ੍ਰੇਰਦਾ ਉਸ ਮੱਤ ਦੇ ਅਨੁਸਾਰ ਹੀ ਚੱਲਦਾ, ਉਹਦੇ 'ਚ ਫਸਿਆ ਹੋਇਆ। ਤਿੰਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ। ਹਜ਼ੂਰ ਕਹਿੰਦੇ ਨੇ
ਤਿਸ ਪ੍ਰਮਾਤਮਾ ਨੇ ਜਿਨ੍ਹਾਂ ਜੀਆਂ ਨੂੰ ਭੁਲਾ ਦਿੱਤਾ ਨਾ ਆਪਣੇ ਵਾਲਾ ਪਾਸਾ, ਪਰਮਾਰਥ ਵਾਲਾ ਪਾਸਾ, ਆਪਣਾ ਨਾਮ ਜਿਨ੍ਹਾਂ ਨੂੰ ਭੁਲਾ ਦਿੱਤਾ, ਨਾ ਤਿਸ ਜਾਤ ਨਾ ਪਾਤ, ਅਥਵਾ ਜਿਨ੍ਹਾਂ ਨੇ ਤਿਸ ਪਰਮਾਤਮਾ ਨੂੰ ਭੁਲਾ ਦਿੱਤਾ, ਵਿਸਾਰ ਦਿੱਤਾ, ਨਾ ਉਹਨਾਂ ਦੀ ਉੱਚੀ ਜਾਤ ਹੈ ਤੇ ਨਾ ਪਤ ਇੱਜ਼ਤ ਹੈ। ਭਾਵ ਹੈ ਚੰਗੇ ਕਰਮ ਕਮਾਉਣ ਵਾਲਿਆਂ ਦੀ ਉੱਚੀ ਜਾਤ ਮੰਨੀ ਜਾਂਦੀ ਹੈ ਦਰਗਾਹ ਵਿੱਚ, ਚੰਗੇ ਕਰਮ ਕਮਾਉਣ ਵਾਲਿਆਂ ਦੀ। ਵੈਸੇ ਜਿਹੜੀਆਂ ਦੁਨਿਆਵੀ ਦੌਰ 'ਤੇ ਦਾਤਾਂ ਨਾ, ਫਲਾਣੀ ਉੱਚੀ ਫਲਾਣੀ ਨੀਵੀਂ, ਇਹ ਸਤਿਗੁਰਾਂ ਨੇ ਮੰਨੀਆਂ। ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ, ਤੇ ਨਾ ਹੀ ਉਹਨਾਂ ਦੀ ਇੱਜ਼ਤ ਹੁੰਦੀ ਹੈ ਦਰਗਾਹ ਵਿੱਚ। ਦੂਜਾ ਅਰਥ ਇੰਜ ਕੀਤਾ ਵਿਦਵਾਨਾਂ ਨੇ ਕਿ ਉਹਨਾਂ ਦੀ ਇਸ ਦੁਨੀਆ ਵਿੱਚ ਭਾਵੇਂ ਬਹੁਤ ਵੱਡੀ ਉੱਚੀ ਜਾਤ ਹੋਵੇ, ਉੱਥੇ ਉਸ ਉੱਚੀ ਜਾਤ ਕਰਕੇ ਨਹੀਂ ਕਿਸੇ ਨੂੰ ਸਨਮਾਨ ਮਿਲਣਾ, ਤੇ ਜਿਹਦੀ ਇੱਥੇ ਸੰਸਾਰ ਦੇ ਵਿੱਚ ਪੈਸੇ ਧੇਲੇ ਕਰਕੇ ਬੜੀ ਪੱਤ ਇੱਜ਼ਤ ਅਬਰੋ ਹੈ ਨਾ, ਉੱਥੇ ਇਸ ਇੱਜ਼ਤ ਦੇ ਅਨੁਸਾਰ ਨਹੀਂ ਇੱਜ਼ਤ ਮਿਲਣੀ। ਉੱਥੇ ਨਾ ਪੱਤ ਚੱਲੇਗੀ ਦੁਨੀਆ ਵਾਲੀ, ਨਾ ਉੱਚੀ ਜਾਤ ਉੱਥੇ ਵੇਖੀ ਜਾਵੇਗੀ, ਉੱਥੇ ਦੇ ਕਰਮਾਂ ਅਨੁਸਾਰ ਨਵੇੜੇ ਹੋਣਗੇ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ। ਸਤਿਗੁਰ ਪੁਰਖ ਭਾਵ ਅਕਾਲ ਪੁਰਖ ਦਾ ਸਰੂਪ ਜੋ ਸਤਿਗੁਰੂ ਜੀ ਹਨ, ਉਹਨਾਂ ਨੇ ਮਿਲਾ ਦਿੱਤਾ ਇੱਕੋ ਇੱਕ ਸੱਜਣ ਵਾਹਿਗੁਰੂ ਪਰਮਾਤਮਾ, ਭਾਵ ਨਿਰਾਕਾਰ ਵਾਹਿਗੁਰੂ ਦਾ ਬ੍ਰਹਮ ਦਾ ਗਿਆਨ ਬਖਸ਼ ਦਿੱਤਾ ਹੈ ਆਪਣੇ ਸੇਵਕ ਨੂੰ। ਤੇ ਜਿਹੜਾ ਐਸਾ ਸੇਵਕ ਹੈ ਜਿਹਨੂੰ ਇੱਕ ਸੱਜਣ ਪਰਮਾਤਮਾ ਵਾਹਿਗੁਰੂ ਜੀ ਮਿਲ ਪਏ ਹਨ, ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹਉਮੈ ਰੋਏ। ਮਾਨਸ ਮਨੁੱਖ ਕੀ ਹੈ? ਮਾਨਸ ਮਨੁੱਖ ਹਉਮੈ ਕਰ ਕਰਕੇ ਉਹਨਾਂ ਵੱਲ ਵੇਖ ਕੇ ਰੋਈ ਜਾਵੇ। ਜਿਹੜੇ ਰੱਬ ਦੇ ਸੇਵਕ ਹੈ ਉਹਨਾਂ ਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਹਰ ਜਨ ਕਾ ਰਾਖਾ ਏਕ ਹੈ। ਜੋ ਹਰੀ ਦਾ ਜਨ ਭਗਤ ਹੈ ਨਾ, ਉਹਦੀ ਰਖਵਾਲੀ ਕਰਨ ਵਾਲਾ ਇੱਕ ਵਾਹਿਗੁਰੂ ਪਰਮਾਤਮਾ ਹੈ। ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਨੂੰ ਤੂੰ ਰਖਵਾਲਾ ਜਿੱਤਾ ਤਿੰਨਾ ਭੈਣ। ਸੋ ਇਸ ਪ੍ਰਕਾਰ ਉਹਨਾਂ ਦੇ ਤਾਂ ਹੀ ਕੋਈ ਕੁਛ ਨਹੀਂ ਕਰ ਸਕਦਾ, ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਮਨੁੱਖ ਐਵੇਂ ਰੋਂਦਾ ਹੀ ਹੈ ਉਹਨਾਂ ਵੱਲ ਵੇਖ ਕੇ। ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੈ ਕੋਈ। ਐਸਾ ਜਿਹੜਾ ਹਰੀ ਦਾ ਜਨ ਹੈ ਨਾ, ਉਹ ਜੋ ਕੁਝ ਉਹਨੂੰ ਭਾਉਂਦਾ ਚੰਗਾ ਲੱਗਦਾ ਵੀ ਇੰਜ ਹੋਵੇ, ਸੋ ਉਹ ਕੁਛ ਹੀ ਵਾਹਿਗੁਰੂ ਜੀ ਕਰਦੇ ਨੇ। ਪਰਮਾਤਮਾ ਵੀ ਉਹ ਕੁਝ ਕਰਦਾ, ਦਰ ਫੇਰ ਨਾ ਪਾਵੈ ਕੋਈ। ਉਹਨਾਂ ਦੀ ਫਰਿਆਦ ਨੂੰ ਦਰ ਤੋਂ ਫਿਰ ਫੇਰਾ ਨਹੀਂ ਪੈਂਦਾ, ਮੋੜਾ ਨਹੀਂ ਪਾ ਸਕਦਾ ਕੋਈ। ਭਾਵ ਉਹਨਾਂ ਦੀ ਬੇਨਤੀ ਰੱਬ ਅੱਗੇ ਕੀਤੀ, ਕੋਈ ਮੋੜ ਨਹੀਂ ਸਕਦਾ, ਰੋਕ ਨਹੀਂ ਸਕਦਾ ਵੀ ਬੇਨਤੀ ਨਾ ਮੰਨੀ ਜਾਏ। ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਤੀਜੇ ਪਾਤਸ਼ਾਹ ਦੇ ਵਕਤ 'ਤੇ ਹੋਇਆ ਸੀ, ਤਾਂ ਹਜ਼ੂਰ ਨੇ ਬਾਣੀ ਵਿੱਚ ਬਚਨ ਫਰਮਾਏ ਨੇ, ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਅੱਗੋਂ ਦੇ ਸੱਦਿਆ ਸੱਤਾ ਦੀ ਭਿਖਿਆ ਲਏ ਨਾ ਹੀ, ਪਿੱਛੋਂ ਦੇ ਪਛਤਾਏ ਕੈ ਤਪੈ ਆਣ ਪੁੱਤ ਵਿੱਚ ਬਹਾਲਿਆ। ਸੋ ਜਿੱਥੇ ਥੋੜਾ ਧਨ ਵੇਖਿਆ ਤਿੱਥੇ ਤਪਾ ਪਿਟੈ ਨਾਹੀਂ, ਧਨ ਬਹੁਤਾ ਡਿਠੈ ਤਪੈ ਧਰਮ ਹਾਰਿਆ। ਇਸ ਪ੍ਰਕਾਰ ਇਹ ਤਪਾ ਨਾ ਹੋਵੀ, ਇਸ ਤਰ੍ਹਾਂ ਹਜ਼ੂਰ ਦੇ ਬਚਨ ਹਨ, ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਅੱਗੋਂ ਦੇ ਸੱਦਿਆ ਸੱਤਾ ਦੀ ਭਿਖਿਆ ਲਏ ਨਾ, ਪਿੱਛੋਂ ਦੇ ਪਛਤਾਏ ਕੈ ਤਪੈ ਆਣ ਵਿੱਚ ਪੁੱਤ ਬਹਾਲਿਆ। ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲੈ ਰਿਹਾ ਗਾਲਿਆ। ਔਰ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੈ ਨੂੰ ਤਿੱਥੈ ਖੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ। ਸਤਿਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ, ਕੀ ਉਸਤਤੀ ਵਿੱਚ ਹੋਵੇ ਤੇ ਦੁੱਖ ਹੈ ਤਪਾ ਦਈਏ ਮਾਰਿਆ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੇ ਨੂੰ ਫਲ ਲੱਗਾ, ਸਭ ਗਿਆ ਤਪੈ ਕਾ ਘਾਲਿਆ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ, ਅੰਦਰ ਬਹਿ ਤਪਾ ਪਾਪ ਕਮਾਏ। ਹਰ ਅੰਦਰਲਾ ਪਾਪ ਪੰਚਾਂ ਨੂੰ ਉੱਘਾ ਕਰ ਵੇਖਾਲਿਆ। ਇਸ ਪ੍ਰਕਾਰ ਹਰ ਕੈ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ, ਸੋ ਬੂਝਿਆ ਜੋ ਦਈਏ ਵਿਸਾਰਿਆ। ਇਉਂ ਹਜ਼ੂਰ ਨੇ ਕਿਹਾ ਕਿ ਜੋ ਕੁਛ ਹਰੀ ਦੇ ਦਰ 'ਤੇ ਫਿਰ ਵਰਤਿਆ ਤਪੇ ਨਾਲ, ਉਹ ਤਪਾ ਸਤਿਗੁਰੂ ਅਮਰਦਾਸ ਦੀ ਵਿਰੋਧਤਾ ਕਰਦਾ ਸੀ। ਜਦੋਂ ਹਜ਼ੂਰ ਨੇ ਲੰਗਰ ਲਾਇਆ ਹੋਇਆ ਸੀ ਸਭ ਵਾਸਤੇ ਖੁੱਲ੍ਹਾ, ਤੇ ਪਹਿਲਾਂ ਤਾਂ ਉਹ ਤਪਾ ਆਇਆ ਹੀ ਨਹੀਂ। ਮੁੜ ਕੇ ਉਹਨੇ ਆਪਣਾ ਪੁੱਤ ਕੰਧ ਟਪਾ ਕੇ ਅੰਦਰ ਭੇਜਿਆ ਸੀ, ਜਦੋਂ ਲਾਲਚ ਵੇਖਿਆ ਵੀ ਮਾਇਆ ਵੀ ਮਿਲ ਰਹੀ ਹੈ। ਤੇ ਇਸ ਤਰ੍ਹਾਂ ਕਰਦਾ ਸਤਿਗੁਰਾਂ ਦੀ ਹਮੇਸ਼ਾ ਨਿੰਦਿਆ ਹੀ ਸੀ। ਫਿਰ ਉਹ ਮਰਿਆ ਤਪਾ ਦੇ ਅੱਗੇ ਦਰਗਾਹ ਜੋ ਕੁਝ ਵਰਤਿਆ, ਰੱਬ ਨੇ ਕਿਹਾ ਵੀ ਇਸ ਤਪੇ ਨੂੰ ਤਿੱਥੈ ਖੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ। ਫਿਰ ਇਸ ਤਪੇ ਦੇ ਮੋਹੇ ਕੋਈ ਲੱਗੋ ਨਾਹੀਂ, ਇਹ ਸਤਿਗੁਰ ਹੈ ਫਿਟਕਾਰਿਆ। ਇਉਂ ਸਤਿਗੁਰਾਂ ਦੀ ਨਿੰਦਿਆ ਦਾ ਤੇ ਮਨਮੁਖਾਂ ਦੀ ਵਡਿਆਈ ਕਰਨ ਦਾ ਇਹ ਤਪੇ ਨੂੰ ਫਲ ਮਿਲਿਆ। ਇਸ ਪ੍ਰਕਾਰ ਜਿਹੜਾ ਵਾਹਿਗੁਰੂ ਦਾ ਜਨ ਹੈ, ਉਹਨੂੰ ਜੋ ਭਾਉਂਦਾ ਹੈ ਉਹੀ ਪਰਮਾਤਮਾ ਕਰਦਾ ਹੈ, ਤੇ ਉਸ ਦੇ ਦਰ 'ਤੇ ਕੋਈ ਉਸ ਰੱਬ ਦੀ ਕੀਤੀ ਨੂੰ, ਪਰਮਾਤਮਾ ਦੇ ਪਿਆਰਿਆਂ ਦੀ ਕੀਤੀ ਫਰਿਆਦ ਨੂੰ ਕੋਈ ਮੋੜ ਨਹੀਂ ਸਕਦਾ ਹੈ।
ਨਾਨਕ ਰੱਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ। ਹਜ਼ੂਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਹਰੀ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਰਤਿਆ ਹੋਇਆ ਰੰਗਿਆ ਹੋਇਆ ਹੈ, ਉਹ ਕੈਸਾ ਜੀਵਨ ਵਾਲਾ, ਸਭ ਜਗ ਮੈਂ ਚਾਨਣ ਹੋਏ। ਸਾਰੇ ਜਗਤ ਵਿੱਚ ਉਹਦੇ ਰਾਹੀਂ ਚਾਨਣ ਹੁੰਦਾ ਹੈ, ਸਾਰੇ ਜਗ ਵਿੱਚ ਉਹ ਚਾਨਣ ਰੂਪ ਹੈ, ਮਤਲਬ ਚਾਨਣ ਮੁਨਾਰਾ ਹੈ। ਤਾਂ ਹੀ ਕਿਹਾ ਜਾਂਦਾ ਕਿ ਜੋ ਰੱਬ ਦੇ ਪਿਆਰੇ ਹਨ, ਉਹਨਾਂ ਦੇ ਇੱਥੇ ਸੰਸਾਰ ਵਿੱਚ ਆਉਣ ਦੇ ਨਾਲ ਬਹੁਤ ਕੁਝ ਲੋਕਾਂ ਨੂੰ ਪ੍ਰਾਪਤ ਹੁੰਦਾ ਹੈ। ਉਹਨਾਂ ਦਾ ਜਿਉਣਾ ਸਰੀਰਕ ਤੌਰ 'ਤੇ ਉਹ ਵੀ ਲੋਕਾਂ ਵਾਸਤੇ ਹੁੰਦਾ। ਜਦੋਂ ਚਲੇ ਜਾਂਦੇ ਨੇ ਅਤੇ ਫਿਰ ਉਹਨਾਂ ਦੇ ਜੀਵਨ ਸਮਾਚਾਰ ਵਿਚਾਰੇ ਪੜਚੋਲੇ ਜਾਂਦੇ ਨੇ, ਤਾਂ ਉਹਨਾਂ ਦੀ ਵਡਿਆਈ ਕਰ ਕਰਕੇ ਲੋਕਾਂ ਨੂੰ ਹੋਰ ਲਾਭ ਮਿਲਦਾ। ਇੱਕ ਤਾਂ ਵਾਹਿਗੁਰੂ ਪ੍ਰਸੰਨ ਹੁੰਦਾ, ਕਿਉਂਕਿ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਅਤੇ ਇੱਕ ਇਸੇ ਪ੍ਰਕਾਰ ਉਹਨਾਂ ਲੋਕਾਂ ਨੂੰ ਵੀ ਉਹਨਾਂ ਦੇ ਜੀਵਨ ਸਮਾਚਾਰ ਵਿਚਾਰ ਕੇ ਸੇਧ ਪ੍ਰਾਪਤ ਹੁੰਦੀ ਹੈ, ਰਸਤਾ ਮਿਲਦਾ ਹੈ। ਜਿਵੇਂ ਭਾਈ ਨੰਦ ਲਾਲ ਜੀ ਹਜ਼ੂਰ ਦਸਮ ਪਾਤਸ਼ਾਹ ਨੂੰ ਕਹਿੰਦੇ ਨੇ, ਮਹਾਰਾਜ ਤੁਹਾਡੇ ਆਉਣ ਦੇ ਨਾਲ ਦੋਵੇਂ ਜਹਾਨ ਰੌਸ਼ਨ ਹੋ ਗਏ ਹਨ। ਸੋ ਇਸ ਭਾਈ ਨੰਦ ਲਾਲ ਜੀ ਦਾ ਵਾਕ ਹੈ ਉਹਨਾਂ ਦੀ ਰਚਨਾ 'ਚ। ਸੋ ਇਉਂ ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦੇ ਰੰਗ 'ਚ ਰਤਿਆ ਹੋਇਆ, ਉਹ ਸਾਰੇ ਜਗ ਵਿੱਚ ਚਾਨਣ ਫੈਲਾਉਂਦਾ ਹੈ, ਉਹ ਸਾਰੇ ਜਗ ਵਿੱਚ ਚਾਨਣ ਮੁਨਾਰਾ ਬਣ ਜਾਂਦਾ। ਸ੍ਰੀ ਰਾਗ ਮਹੱਲਾ ਪੰਜਵਾਂ। ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਮਨ ਬਿਲਾਸ ਬਹੁ ਰੰਗ ਘਣਾ, ਦ੍ਰਿਸ਼ਟ ਭੂਲ ਖੁਸ਼ੀਆਂ। ਮਨ ਦੇ ਅੰਦਰ ਕਈ ਤਰ੍ਹਾਂ ਦੇ ਬਿਲਾਸ ਕੌਤਕ ਵਿਚਾਰ ਨੇ ਮਨ 'ਚ। ਇਸ ਤਰ੍ਹਾਂ ਮਨ ਲੱਗਾ ਹੋਣਾ ਕਈ ਤਰ੍ਹਾਂ ਦੇ ਬਿਲਾਸ ਕੌਤਕਾਂ ਦੇ ਵਿੱਚ। ਬਹੁਤ ਘਣੇ ਰੰਗ ਜਿਹੜੇ ਹਨ ਤਮਾਸ਼ੇ ਦੁਨੀਆ ਦੇ, ਉਹ ਵੇਖਣੇ। ਉਹਨਾਂ ਰੰਗ ਤਮਾਸ਼ਿਆਂ ਕਰਕੇ ਜਿਹੜਾ ਬਿਲਾਸ ਹੋਣਾ, ਆਪਣੇ ਮਨ ਦੇ ਅੰਦਰ ਆਨੰਦ ਆਇਆ ਮਹਿਸੂਸ ਕਰਨਾ ਹੈ। ਬਿਲਾਸ ਨਾਮ ਕੌਤਕਾਂ ਦਾ ਆਨੰਦ ਆ ਜਿਹੜਾ, ਉਹਨੂੰ ਕਹਿੰਦੇ ਨੇ। ਬੜੇ ਰੰਗ ਤਮਾਸ਼ੇ ਮਨੁੱਖ ਵੇਖਦਾ, ਦ੍ਰਿਸ਼ਟ ਭੂਲ ਖੁਸ਼ੀਆਂ। ਅਤੇ ਇਸ ਪ੍ਰਕਾਰ ਦ੍ਰਿਸ਼ਟੀ ਦੀ ਭੁੱਲ ਹੈ, ਜੋ ਪਦਾਰਥਾਂ ਨੂੰ ਵੇਖ ਵੇਖ ਕੇ ਦ੍ਰਿਸ਼ਟੀ ਦੁਆਰਾ ਰੰਗ ਤਮਾਸ਼ੇ ਵੇਖ ਵੇਖ ਕੇ ਮਨੁੱਖ ਭੁੱਲਿਆ ਹੋਇਆ, ਇਹਦੇ ਵਿੱਚ ਹੀ ਖੁਸ਼ੀਆਂ ਮਹਿਸੂਸ ਕਰਦਾ ਹੈ। ਅੱਖੀਂ ਦੇਖ ਨਾ ਰਹਿਜੀਆਂ ਉਹ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ। ਸੋ ਇਸ ਪ੍ਰਕਾਰ ਦ੍ਰਿਸ਼ਟੀ ਦੁਆਰਾ ਇਹ ਭੁੱਲਦਾ ਮਨੁੱਖ ਖੁਸ਼ੀਆਂ ਦੇ ਵਿੱਚ। ਦ੍ਰਿਸ਼ਟ ਭੂਲ ਖੁਸ਼ੀਆਂ, ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਭਰੀਆਂ। ਇਸੇ ਤਰ੍ਹਾਂ ਐਸੀਆਂ ਬਾਦਸ਼ਾਹੀਆਂ ਕਿ ਜਿਨ੍ਹਾਂ ਕਰਕੇ ਹਮੇਸ਼ਾ ਛਤਰੀ ਝੁੱਲਦੇ ਰਹਿਣ। ਛਤਰ ਧਾਰਨ ਕਰਨ ਵਾਲੇ ਲੋਕਾਂ ਦੀਆਂ ਬਾਦਸ਼ਾਹੀਆਂ ਵਿੱਚ ਸਹਿਸੇ ਭਰੀਆਂ। ਸੋ ਹਜ਼ੂਰ ਕਹਿੰਦੇ ਨੇ, ਉਹ ਸਾਰੀਆਂ ਸਹਿਮ ਦੇ ਵਿੱਚ ਹੀ ਪਈਆਂ ਹੋਈਆਂ ਉਹ ਬਾਦਸ਼ਾਹੀਆਂ। ਜਿਵੇਂ ਅੱਜ ਕੋਈ ਤਖਤ 'ਤੇ ਬੈਠਾ ਹੈ ਅਤੇ ਉਹਨੂੰ ਦੂਸਰੇ ਤਕੜੇ ਬਾਦਸ਼ਾਹ ਦਾ ਡਰ ਬਣਿਆ ਰਹਿੰਦਾ ਹੈ ਕਿ ਉਹ ਨਾ ਮੇਰਾ ਰਾਜ ਦੱਬ ਲਏ, ਜਾਂ ਵੋਟਾਂ ਪ੍ਰਾਪਤ ਕਰਕੇ ਜਿਹੜੇ ਰਾਜੇ ਮਹਾਰਾਜੇ ਬਣਦੇ, ਪ੍ਰਧਾਨ ਮੰਤਰੀ, ਕੋਈ ਰਾਸ਼ਟਰਪਤੀ, ਫਿਰ ਉਹਨਾਂ ਨੂੰ ਫਿਕਰ ਰਹਿੰਦਾ ਕਿ ਅਗਲੀ ਵਾਰ ਨੂੰ ਹੁਣ ਵੋਟਾਂ ਨਾ ਪੈਣ ਤਾਂ ਮੈਂ ਹਾਰ ਜਾਵਾਂਗਾ, ਤਖਤ ਛੱਡ ਕੇ ਤਖਤੇ 'ਤੇ ਪੈ ਸਕਦਾ। ਸੋ ਇਸ ਪ੍ਰਕਾਰ ਤਖਤ ਖੁੱਸ ਜਾਏਗਾ, ਜਿਹੜਾ ਟੌਰ ਫਵਾ ਮੇਰਾ ਇਹ ਨਹੀਂ ਰਹੇਗਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਸਾਰਾ ਕੁਝ ਜਿਹੜਾ ਨਾ ਇਹ ਸਹਿਮ ਦੇ ਵਿੱਚ ਹੈ, ਸੰਸਿਆਂ ਤੌਖਲਿਆਂ ਵਿੱਚ ਹੀ ਸਭ ਕੁਝ ਪਿਆ ਹੋਇਆ। ਭਾਈ ਰੇ ਸੁਖ ਸਾਧ ਸੰਗ ਪਾਇਆ। ਸਤਿਗੁਰੂ ਮਹਾਰਾਜ ਕਹਿੰਦੇ, ਰੇ ਹੈ ਭਾਈ, ਅਸਲ ਜੋ ਸੁਖ ਹੈ ਉਹ ਆਤਮਿਕ ਸੁਖ ਹੈ। ਇੱਕ ਸੁਖ ਹੈ ਬਿਨਾਸੀ ਸੁਖ, ਉਹ ਸਾਧ ਸੰਗ ਪਾਇਆ। ਜਿਹੜੇ ਸਾਧੂ ਜਨ ਹਨ ਨਾ, ਜਿਨ੍ਹਾਂ ਨੇ ਮਨ ਸਾਧਿਆ ਹੋਇਆ, ਗੁਰਮੁਖ ਸਾਧ ਅਸਾਧ ਸਾਧ ਵਖਾਣਿਆ। ਨਾ ਸਾਧੇ ਜਾਣ ਵਾਲੇ ਅਸਾਧ ਮਨ ਨੂੰ ਜਿਨ੍ਹਾਂ ਨੇ ਸਾਧ ਲਿਆ, ਉਹਨਾਂ ਦੀ ਸੰਗਤ ਵਿੱਚ ਹੀ ਸੁਖ ਪਾਇਆ ਜਿਹਨੇ ਪਾਇਆ। ਉਹਨਾਂ ਦੀ ਸੰਗਤ ਦੁਆਰਾ ਸੁਖ ਪ੍ਰਾਪਤ ਕੀਤਾ ਜਿਸ ਨੇ ਵੀ ਕੀਤਾ। ਲਿਖਿਆ ਲੇਖ ਤਨ ਪੁਰਖ ਵਿਧਾਤਾ, ਦੁੱਖ ਸਹਿਸਾ ਮਿਟ ਗਿਆ। ਜਿਨ੍ਹਾਂ ਦੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਨੇ ਮਸਤਕ 'ਤੇ ਉਸ ਵਿਧਾਤਾ ਜੀ ਨੇ, ਫਲ ਪ੍ਰਦਾਤਾ ਵਾਹਿਗੁਰੂ ਜੋ ਪੁਰਖ ਪੂਰਨ ਹੈ ਪ੍ਰਮਾਤਮਾ, ਉਹਨੇ ਜੇ ਲੇਖ ਲਿਖਿਆ ਹੋਇਆ ਨਾ, ਤਾਂ ਉਸ ਲਿਖੇ ਦੇ ਮੁਤਾਬਕ ਦੁੱਖ ਸਹਿਸਾ ਮਿਟ ਗਿਆ। ਵਿਛੋੜੇ ਦਾ ਦੁੱਖ ਹੈ ਜਿਹੜਾ ਪ੍ਰਮਾਤਮਾ ਤੋਂ ਵਿਛੋੜਾ ਪਿਆ ਹੋਇਆ, ਅਤੇ ਸਹਿਸਾ ਜਿਹੜਾ ਸਹਿਮ ਹੈ ਜੰਮਣ ਮਰਨ ਦਾ, ਹੋਰ ਅਨੇਕਾਂ ਤਰ੍ਹਾਂ ਦੇ ਤੌਖਲੇ, ਇਹ ਸਭ ਕੁਝ ਮਿਟ ਗਿਆ ਉਹਨਾਂ ਦਾ। ਰਹਾਓ ਜੇਤੇ ਥਾਨ ਥਨੰਤਰਾ ਤੇਤੇ ਭਾਵੇ ਆਇਆ। ਜਿਵੇਂ ਕੋਈ ਮਨੁੱਖ ਬਹੁਤ ਜ਼ਿਆਦਾ ਘੁੰਮਦਾ ਹੋਵੇ ਸੰਸਾਰ ਦੇ ਅੰਦਰ, ਬੜੇ ਬੜੇ ਥਾਨ ਟਿਕਾਣੇ ਉਹਨੇ ਵੇਖੇ ਹੋਣ, ਅਤੇ ਇਸੇ ਤਰ੍ਹਾਂ ਥਾਨ ਅਤੇ ਥਾਨਾਂ ਦੇ ਅੰਦਰ ਜਿਹੜੀਆਂ ਜਗ੍ਹਾ ਹਨ, ਬੜੇ ਬੜੇ ਦੇਸ਼, ਉਹਨਾਂ ਦੇਸ਼ਾਂ ਦੇ ਅੰਦਰ ਜੋ ਕੁਝ ਹੈ, ਜਾਂ ਵੱਡੀਆਂ ਵੱਡੀਆਂ ਇਮਾਰਤਾਂ ਦੇ ਅੰਦਰ ਜੋ ਕੁਝ ਹੈ, ਇਸ ਤਰ੍ਹਾਂ ਥਾਨ ਥਨੰਤਰ ਬਹੁਤੇ ਜ਼ਿਆਦਾ ਥਾਂ ਜਿਹਨੇ ਵੇਖ ਲਏ ਘੁੰਮ ਫਿਰ ਕੇ, ਜਿੰਨੇ ਵੀ ਰੱਬ ਨੇ ਬਣਾਏ ਆ ਜਾਂ ਮਨੁੱਖ ਨੇ ਬਣਾਏ ਹੋਏ ਨੇ ਪ੍ਰਮਾਤਮਾ ਦੀ ਸੱਤਾ ਦੁਆਰਾ,
ਉਹ ਸਾਰੇ ਥਾਨ ਥਨੰਤਰ ਤੇਤੇ ਭਾਵੇਂ ਆਇਆ, ਉਹਨੇ ਦੇ ਉਹਨੇ ਸਾਰੇ ਭਾਉ ਆਇਆ, ਭਾਵੇਂ ਧਰਤੀ ਤੇ ਘੁੰਮ ਫਿਰ ਕੇ ਭਾਉਂਗੇ ਆ ਗਿਆ ਵਾਪਸ। ਧਨ ਪਾਤੀ ਵੱਡ ਭੂਮੀਆਂ, ਧਨ ਪਾਤੀ ਦਾ ਮਤਲਬ ਧਨ ਦਾ ਪਾਤਰ ਬਣ ਗਿਆ, ਧਨ ਦਾ ਮਾਲਕ, ਧਨਾੜ ਬਣ ਗਿਆ, ਤੇ ਵੱਡਾ ਭੂਮੀਆਂ ਬਹੁਤੀ ਜ਼ਮੀਨ, ਹਜ਼ਾਰਾਂ ਏਕੜ ਜ਼ਮੀਨ ਦਾ ਮਾਲਕ ਵੀ ਬਣ ਗਿਆ। ਮੇਰੀ ਮੇਰੀ ਕਰ ਪਰਿਆ, ਇਹ ਵੀ ਚੀਜ਼ ਮੇਰੀ, ਇਹ ਵੀ ਚੀਜ਼ ਮੇਰੀ, ਇੰਜ ਕਹਿ ਕੇ ਉਹਨਾਂ ਵਿੱਚ ਹੀ ਫਸਿਆ ਹੋਇਆ। ਸੋ ਇਸ ਪ੍ਰਕਾਰ ਮੇਰੀ ਮੇਰੀ ਕਰਦਾ ਹੋਇਆ ਪਰਿਆ ਡਿੱਗ ਪਿਆ ਧਰਤੀ ਤੇ। ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ, ਸੰਗ ਸ਼ਰਮ ਲਾ ਕੇ, ਪ੍ਰਵਾਹ ਲਾ ਕੇ ਜਿਹੜਾ ਆਪਣਾ ਹੁਕਮ ਚਲਾਉਂਦਾ ਹੈ ਦੂਜਿਆਂ ਉੱਪਰ, ਤੇ ਆਫਰਿਆ ਹੋਇਆ, ਅਫਾਰੇ ਦੇ ਸਹਿਤ ਹੋ ਕੇ, ਭਾਵ ਹੰਕਾਰ ਦੇ ਸਹਿਤ ਹੋ ਕੇ ਆਪਣਾ ਵਰਤੋਂ ਵਿਹਾਰ ਕਰਦਾ, ਸੰਸਾਰ ਦੇ ਅੰਦਰ ਨਿਮਰਤਾ ਨਹੀਂ ਰੱਖਦਾ, ਗਰੀਬੀ 'ਚ ਨਿਉਂ ਕੇ ਨਹੀਂ ਚੱਲਦਾ, ਇਸ ਤਰ੍ਹਾਂ ਆਪਣੇ ਹੁਕਮ ਚਲਾਉਂਦਾ ਹੈ ਤੇ ਅਫਰਿਆਵਾਂ ਦੇ ਸਹਿਤ ਅਫਰਿਆ ਹੋਇਆ ਵਰਤੋਂ ਵਿਹਾਰ ਕਰਦਾ। ਸਭ ਕੋ ਵਸਗਤ ਕਰ ਲਿਓਨ ਬਿਨ ਨਾਵੈ ਖਾ ਕਰ ਲਿਆ, ਭਾਵੇਂ ਸਭ ਕਿਸੇ ਨੂੰ, ਸਭ ਕੋਈ ਪਦਾਰਥ, ਸਾਰੀਆਂ ਚੀਜ਼ਾਂ, ਧਰਤੀ ਤੇ ਲੋਕ ਜੀਵ ਜਿਹੜੇ ਉਹਨੇ ਆਪਣੇ ਵਸ ਵਿੱਚ ਕਰ ਲਏ ਹੋਣ, ਜੇ ਉਹਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਨਹੀਂ ਨਾ, ਪਰਮੇਸ਼ਰ ਦੇ ਨਾਮ ਤੋਂ ਬਗੈਰ, ਹਜ਼ੂਰ ਕਹਿੰਦੇ ਖਾਕ 'ਚ ਹੀ ਰਲ ਗਿਆ, ਅੰਤ ਨੂੰ ਮਿਲਿਆ ਤਾਂ ਕੁਛ ਨਾ, ਕਿਉਂਕਿ ਸਵਾਸਾਂ ਦਾ ਤਾਂ ਕੋਈ ਭਰੋਸਾ ਹੀ ਨਹੀਂ। ਜਿਵੇਂ ਜਿਹੜਾ ਸਿਕੰਦਰ ਬਾਦਸ਼ਾਹ ਸੀ, ਜਦੋਂ ਹਿੰਦੁਸਤਾਨ ਤੋਂ ਹੋ ਕੇ ਵਾਪਸ ਪਰਤਿਆ, ਪੋਰਸ ਨਾਲ ਜਦੋਂ ਜੰਗ ਹੋਈ ਅਖੀਰਲੀ ਉਸ ਦੀ, ਇੱਕ ਤਾਂ ਪੋਰਸ ਜਿਹੜਾ ਅੰਦਰੋਂ ਟੁੱਟਿਆ ਨਹੀਂ ਸੀ, ਉਦੋਂ ਪੰਜਾਬ ਦਾ ਸੀ ਉਹ ਪੋਰਸ, ਤੇ ਸਿਕੰਦਰ ਜਿਹੜਾ ਸੀ ਮੈਸਾਡੋਨੀਆ ਯੂਨਾਨ ਦੇ ਵਿੱਚ ਉੱਥੋਂ ਆਇਆ ਸੀ ਚੜ੍ਹ ਕੇ, ਤੇ ਫਿਰ ਰਸਤੇ 'ਚ ਜਾਂਦਾ ਬਿਮਾਰ ਹੋ ਗਿਆ ਸੀ। ਤੇ ਜਦੋਂ ਬਿਮਾਰ ਹੋਇਆ ਤੇ ਆਖਰੀ ਸਾਹਾਂ 'ਤੇ ਸੀ, ਉਦੋਂ ਇਹਨੇ ਕਿਹਾ ਸੀ ਕਿ ਮੇਰੀ ਆਖਰੀ ਇੱਛਾ ਇਹ ਹੈ ਕਿ ਇੱਕ ਤਾਂ ਜਦੋਂ ਮੇਰਾ ਜਨਾਜ਼ਾ ਕੱਢਿਆ ਜਾਏ ਨਾ, ਦਫਨਾਉਣ ਵਾਸਤੇ ਲਿਜਾਇਆ ਜਾਏ, ਜਿੰਨੀ ਦੌਲਤ ਆ ਨਾ ਮੇਰੇ ਖਜ਼ਾਨੇ 'ਚ ਸਾਰੀ ਰਸਤੇ 'ਚ ਵਿਛਾਈ ਜਾਏ, ਇਹ ਦੱਸਣ ਵਾਸਤੇ ਲੋਕਾਂ ਨੂੰ ਕਿ ਇਹ ਦੌਲਤ ਮੈਨੂੰ ਬਚਾ ਨਹੀਂ ਸਕੇ। ਤੇ ਫਿਰ ਜਿੰਨੇ ਵੈਦ ਹਕੀਮ ਹੈ ਨਾ ਮੇਰੇ ਕੋਲ, ਸ਼ਾਹੀ ਵੈਦ ਬਹੁਤ, ਜਿਨ੍ਹਾਂ ਦੀ ਤਨਖਾਹ ਦਿੰਦਾ ਸੀ ਜਿਨ੍ਹਾਂ ਨੂੰ ਮੈਂ, ਉਹ ਵੈਦ ਵੀ ਸਾਰੇ ਦੋਹੀਂ ਪਾਸੇ ਖੜੇ ਕਰ ਦਿੱਤੇ ਜਾਣ, ਲੋਕਾਂ ਨੂੰ ਪਤਾ ਲੱਗੇ ਵੀ ਇਹ ਵੈਦ ਵੀ ਮੈਨੂੰ ਨਹੀਂ ਬਚਾ ਸਕੇ। ਤੇ ਤੀਸਰਾ ਉਹਨੇ ਕਿਹਾ ਸੀ ਕਫਨ ਤੋਂ ਬਾਹਰ ਮੇਰੇ ਹੱਥ ਤੇ ਪੈਰ ਰੱਖਣੇ, ਤਾਂ ਕਿ ਦੁਨੀਆ ਨੂੰ ਸਮਝ ਆ ਜਾਏ ਵੀ ਇਹ ਵੱਡਾ ਬਾਦਸ਼ਾਹ ਸਿਕੰਦਰ ਸੀ, ਬਸਤੀਆਂ ਦੀਆਂ ਬਸਤੀਆਂ ਉਜਾੜਦਾ, ਅੱਗਾਂ ਲਾ ਕੇ ਨਗਰਾਂ ਨੂੰ ਤਬਾਹ ਕਰਦਾ, ਦੁਨੀਆ ਨੂੰ ਮਾਰਦਾ ਵੱਧਦਾ ਜਾਂਦਾ ਸੀ। ਅੱਜ ਵੇਖੋ ਇਹ ਕਿਸ ਹਾਲਤ ਵਿੱਚ ਇਸ ਦੁਨੀਆ ਤੋਂ ਜਾ ਰਿਹਾ। ਸੋ ਇਸ ਪ੍ਰਕਾਰ ਜਿਵੇਂ ਸ਼ਾਹ ਮੁਹੰਮਦ ਨੇ ਇੱਕ ਭਜਨ ਲਿਖਿਆ ਹੈ, ਜਗ ਸਰਾਮ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆ ਗਏ, ਸ਼ਦਾਦ ਨਮਰੂਦ ਫਰਾਉਨ ਜਿਹੇ ਦਾਵੇ ਬੰਨ ਖੁਦਾ ਕਹਾ ਗਏ, ਅਕਬਰ ਸ਼ਾਹ ਵਰਗੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਵਣਜਾਰਿਆਂ ਪਾ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾ ਗਏ। ਇਸ ਪ੍ਰਕਾਰ ਦੀ ਹਾਲਤ ਅੰਤ ਨੂੰ ਹੋਵੇਗੀ, ਵਾਹਿਗੁਰੂ ਦੇ ਨਾਮ ਤੋਂ ਬਗੈਰ ਖਾਕ 'ਚ ਹੀ ਰਲ ਜਾਏਗਾ ਇਹ ਜੀਵ। ਕੋੜ 33 ਸਾ ਸੇਵਕਾ ਸਿੱਧ ਸਾਧਕ ਦਰ ਖਰਿਆ, ਮਹਾਰਾਜ ਕਹਿੰਦੇ ਨੇ ਭਾਵੇਂ ਮੰਤਰਾਂ ਦੇ ਬਲ ਦੇ ਨਾਲ 33 ਕਰੋੜ ਦੇਵਤੇ ਵੀ ਆਪਣੇ ਸੇਵਕ ਬਣਾ ਲਏ। ਜਿਵੇਂ ਰਾਵਣ ਦੇ ਬਾਰੇ ਲਿਖਿਆ ਨਾ, ਚੰਦ ਸੂਰਜ ਜਾ ਕੇ ਤਪਤ ਰਸੋਈ, ਬਸੰਤਰ ਜਾ ਕੇ ਕੱਪੜੇ ਧੋਈ। ਇਸ ਪ੍ਰਕਾਰ ਕਹਿੰਦੇ ਸੂਰਜ ਚੰਦਰਮਾ ਦੀ ਰਸੋਈ ਪਕਾਉਂਦੇ ਸੀ, ਬਸੰਤਰ ਦੇਵਤਾ ਅਗਨੀ ਦੇਵਤਾ ਜਿਹੜਾ ਉਹਦੇ ਕੱਪੜੇ ਧੋਂਦਾ ਸੀ ਆਦਿਕ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਵੀ 33 ਕਰੋੜ ਦੇਵਤੇ ਵੀ ਸੇਵਕ ਬਣ ਜਾਣ। ਸਿੱਧ ਸਾਧਕ ਦਰ ਖਰਿਆ, ਸਿੱਧ ਜਿਹੜੇ ਯੋਗ ਸਾਧਨਾ ਕਰ ਕਰਕੇ ਕਾਮਯਾਬੀ ਨੂੰ ਪ੍ਰਾਪਤ ਹੋਏ ਲੋਕ ਹੈ, ਤੇ ਸਾਧਕ ਸਾਧਨਾ 'ਚ ਲੱਗੇ ਹੋਏ ਉਹ ਸਾਰੇ ਜੇ ਉਹਦੇ ਦਰ ਤੇ ਕਿਸੇ ਮਨੁੱਖ ਦੇ ਦਰਵਾਜ਼ੇ ਤੇ ਖਲੋਤੇ ਰਹਿਣ ਸੇਵਾ 'ਚ। ਗਿਰੰਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ, ਗਿਰੰਬਾਰੀ ਜ਼ਿੰਮੇਵਾਰੀ, ਗਿਰਾਂਬਾਰੀ ਜਿਵੇਂ ਕੋਈ ਪਿੰਡ ਦਾ ਮੁਖੀ ਹੈ ਜ਼ਿੰਮੇਵਾਰ ਹੁੰਦਾ, ਇਸ ਤਰ੍ਹਾਂ ਬੜਾ ਵੱਡਾ ਜ਼ਿੰਮੇਵਾਰ ਵਿਅਕਤੀ ਹੋਵੇ, ਵੱਡ ਸਾਹਿਬੀ ਤੇ ਬਹੁਤ ਵੱਡੀ ਸਾਹਿਬੀ ਮਲਕੀਅਤ ਦਾ ਮਾਲਕ ਹੋਵੇ। ਤੇ ਦੂਸਰਾ ਗਿਰੰਬਾਰੀ ਵੱਡ ਸਾਹਿਬੀ, ਗਿਰੰਬਾਰੀ ਗਿਰ ਪਹਾੜ ਤੇ ਬਾਰੀ ਪਾਣੀ ਤੋਂ, ਜਲ ਤੋਂ ਮਤਲਬ ਹੈ ਸਮੁੰਦਰ, ਪਹਾੜ ਸਮੁੰਦਰਾਂ ਆਦਿਕਾਂ 'ਚ ਘਿਰੀ ਹੋਈ ਧਰਤੀ ਤੇ ਪਹਾੜਾਂ ਤੇ ਸਮੁੰਦਰਾਂ ਦਾ ਵੀ ਸਾਹਿਬ ਮਾਲਕ ਬਣ ਜੇ, ਵੱਡੀ ਸਾਹਿਬੀ ਵੱਡੀ ਮਲਕੀਅਤ ਉਹਨੂੰ ਮਿਲ ਜਾਏ। ਸਭ ਨਾਨਕ ਸੁਪਨ ਥੀਆ, ਸਤਿਗੁਰੂ ਮਹਾਰਾਜ ਕਹਿੰਦੇ ਨੇ ਸਭ ਕੁਝ ਸੁਪਨਾ ਹੀ ਹੋ ਗਿਆ। ਇਹ ਹੈ ਤਾਂ ਸੁਪਨਾ ਹੀ ਹੈ ਨਾ, ਸੁਪਨਰੀ ਸੰਸਾਰ ਮਿਥਨੀ ਵਿਸਥਾਰ, ਸਖੀ ਕਾਇ ਮੋਹਿ ਮੋਹ ਲਈ ਪ੍ਰੀਤ ਹਿਰਦੈ ਮੇਲ। ਜਿਵੇਂ ਕੋਈ ਰਾਤ ਨੂੰ ਸੁੱਤਾ ਹੁੰਦਾ ਬੰਦਾ ਤੇ ਸੁੱਤੇ ਪਏ ਨੂੰ ਸੁਪਨਾ ਆਉਂਦਾ ਹੈ, ਤੇ ਸੁਪਨੇ 'ਚ ਜੋ ਕੁਝ ਵਾਪਰਦਾ ਹੈ ਉਹ ਸੱਚਾ ਹੀ ਪ੍ਰਤੀਤ ਹੁੰਦਾ। ਤੇ ਜਿਸ ਵੇਲੇ ਜਾਗ ਖੁੱਲ੍ਹ ਜਾਏ ਤੇ ਸੁਪਨਾ ਬੁਲਾ ਜਾਂਦਾ ਤੇ ਮਨੁੱਖ ਵਾਸਤਵਿਕ ਜ਼ਿੰਦਗੀ 'ਚ ਆ ਜਾਂਦਾ।
ਤੇ ਫਿਰ ਸਮਝਦਾ ਵੀ ਨਹੀਂ, ਡਰਨ ਵਾਲੀ ਕੋਈ ਗੱਲ ਨਹੀਂ, ਸੁਪਨਾ ਹੀ ਸੀ। ਜਿਵੇਂ ਇੱਕ ਰਾਜ ਸਿੰਘਾਸਣ ਤੇ ਸੁੱਤਾ ਪਿਆ ਸੀ ਰਾਜਾ ਜਨਕ, ਤੇ ਉਹਨੂੰ ਕਹਿੰਦੇ ਸੁਪਨਾ ਆਇਆ ਸੀ ਕਿ ਰਾਜ ਭਾਗ ਖੁੱਸ ਗਿਆ ਹੈ ਔਰ ਮੈਂ ਮੰਗਦਾ ਫਿਰਦਾ, ਬਸਤਰ ਫਟੇ ਹੋਏ ਨੇ। ਇੱਕ ਥਾਂ ਖਿਚੜੀ ਦਾ ਲੰਗਰ ਵਰਤ ਰਿਹਾ ਸੀ, ਜੱਗ ਲੱਗਾ ਹੋਇਆ, ਉੱਥੇ ਇੱਕ ਬੱਬਰ ਟੁੱਟਾ ਭਾਂਡਾ ਪਿਆ ਸੀ ਤੇ ਉਹ ਪਕੜ ਕੇ ਖਿਚੜੀ ਪਵਾਈ, ਦੋ ਸਾਹਨ ਭਿੜਦੇ ਹੋਏ ਵਿੱਚ ਵੱਜੇ ਤੇ ਇਸ ਪ੍ਰਕਾਰ ਉਹ ਥੱਲੇ ਡਿੱਗ ਪਿਆ ਭਾਂਡਾ ਖਿਚੜੀ ਵਾਲਾ, ਲੱਤਾਂ ਤੇ ਪਈ ਖਿਚੜੀ ਗਰਮ ਗਰਮ ਤੱਤੀ, ਤੇ ਉਹਨੇ ਚਿਰ ਨੂੰ ਜਾਗ ਆ ਗਈ ਸੀ। ਤੇ ਇਸ ਪ੍ਰਕਾਰ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਸ਼ਤ ਰਾਜ ਵਿਸ਼ਰਤ ਦੁਖ ਪਾਇਆ, ਸੋਗਤ ਪਈ ਹਮਾਰੀ, ਰਵਿਦਾਸ ਜੀ ਨੇ ਕਿਹਾ। ਸੋ ਇਸ ਪ੍ਰਕਾਰ ਫਿਰ ਉਹ ਪੁੱਛਦਾ ਫਿਰਦਾ ਸੀ ਕਿ ਇਹ ਸੱਚਾ ਕਿ ਉਹ ਸੱਚਾ। ਜਿੰਨੇ ਸਾਧ ਸੰਤ ਫਕੀਰ ਸੀ ਨਾ, ਮਹਾਤਮਾ, ਉਹਨਾਂ ਨੂੰ ਸੱਦ ਕੇ ਦੱਸਦਾ ਕੁਛ ਨਹੀਂ ਸੀ, ਸਿਰਫ ਇੰਨਾ ਪ੍ਰਸ਼ਨ ਪੁੱਛਦਾ ਸੀ, ਇਹ ਸੱਚਾ ਕਿ ਉਹ ਸੱਚਾ। ਫਿਰ ਆਖਰ ਅਸ਼ਟਾਵਕਰ ਮਹਾਤਮਾ ਜੀ ਆਏ ਸੀ, ਉਹਨਾਂ ਦੇ ਪਿਓ ਨੂੰ ਵੀ ਕੈਦ 'ਚ ਪਾਇਆ ਹੋਇਆ ਸੀ, ਤੇ ਅੰਤਰਜਾਮੀ ਕੋ ਹੁੰਦਾ ਜੀ, ਦਿਲ ਦੀ ਗੱਲ ਬੁੱਝਣ ਵਾਲਾ, ਤੇ ਫਿਰ ਕੋਈ ਦੱਸਦਾ। ਫਿਰ ਉਹ ਅਸ਼ਟਾਵਕਰ ਨੇ ਕਿਹਾ ਸੀ, ਰਾਜਾ ਮੈਂ ਜਵਾਬ ਦਿਆਂਗਾ। ਅਖੀਰ ਉਹਨੇ ਇਹ ਕਿਹਾ ਸੀ ਕਿ ਨਾ ਇਹ ਸੱਚਾ ਤੇ ਨਾ ਉਹ ਸੱਚਾ। ਜਿਵੇਂ ਉਹ ਸੁਪਨਾ ਨਹੀਂ ਸੀ ਸੱਚਾ, ਇਸੇ ਤਰ੍ਹਾਂ ਜਿਹੜਾ ਰਾਜ ਭਾਗ ਦੁਨੀਆ ਤੂੰ ਮਾਣ ਰਿਹਾ ਨਾ, ਇਹ ਵੀ ਸੱਚਾ ਨਹੀਂ ਹੋ, ਇਹ ਵੀ ਸੁਪਨੇ ਦੀ ਨਿਆਈ ਹੈ। ਤੇ ਇਸ ਤਰ੍ਹਾਂ ਜਿਵੇਂ ਸੁਪਨੇ 'ਚ ਵਿਚਰਦਾ ਮਨੁੱਖ, ਜਿਵੇਂ ਸਰਾਂ 'ਚ ਆ ਕੇ ਰਹਿ ਕੇ ਠਹਿਰ ਕੇ ਚਲਾ ਜਾਂਦਾ, ਇੰਝ ਹੀ ਸਮਝ ਆਪਣੇ ਆਪ ਨੂੰ। ਇੱਥੇ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ, ਬੜਾ ਵੱਡਾ ਜ਼ਿੰਮੇਵਾਰ ਵਿਅਕਤੀ, ਬੜੀ ਮਲਕੀਅਤ ਦਾ ਮਾਲਕ ਹੋਵੇ, ਸਭ ਕੁਝ ਅੰਤ ਨੂੰ ਸੁਪਨਾ ਹੀ ਬਣ ਗਿਆ, ਕਿਉਂਕਿ ਨਾਲ ਨਹੀਂ ਕੁਝ ਵੀ ਜਾਏਗਾ। ਭੋਗਣ ਤੋਂ ਬਾਅਦ ਤੇ ਸਰੀਰ ਮੁੱਕ ਜਾਣ ਤੋਂ ਬਾਅਦ ਇਹ ਸਭ ਕੁਝ ਰੱਖਿਆ ਰਖਾਇਆ ਇੱਥੇ ਰਹਿ ਜਾਏਗਾ। ਕੌਣ ਜਾਣੇਗਾ, ਕੌਣ ਉਹਨੂੰ ਚੇਤੇ ਕਰੇਗਾ। ਫਿਰ ਸ੍ਰੀ ਰਾਗ ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅਗਲਾ ਸ਼ਬਦ ਉਚਾਰਦੇ ਹਨ, ਭਲਕੇ ਉੱਠ ਪਪੋਲੀਐ ਵਿਣ ਬੁੱਝੇ ਮੁਗਧ ਅਜਾਣ। ਰੋਜ਼ ਹੀ ਸਵੇਰੇ ਉੱਠ ਕੇ ਇਸ ਦੇਹੀ ਨੂੰ ਪਾਲੀ ਪੋਸ਼ੀਦਾ ਹੈ। ਇਨਸਾਨ ਇਸ ਦੇਹੀ ਨੂੰ ਪਾਲਦਾ ਪੋਸ਼ਦਾ, ਇਸ਼ਨਾਨ ਆਦਿ ਕਰਦਾ, ਖੁਸ਼ਬੂਆਂ ਮਲਦਾ, ਫਿਰ ਇਹਨੂੰ ਸੋਹਣੇ ਸੋਹਣੇ ਪਕਵਾਨ ਖਵਾਉਂਦਾ, ਸੋਹਣੇ ਸੋਹਣੇ ਕੱਪੜੇ ਧਾਰਨ ਕਰਾਉਂਦਾ। ਇਸ ਤਰ੍ਹਾਂ ਇਹਨੂੰ ਪਾਲੀ ਪੋਸ਼ੀਦਾ ਹੈ ਇਸ ਦੇਹੀ ਨੂੰ। ਵਿਣ ਬੁੱਝੇ ਮੁਗਧ ਅਜਾਣ, ਤੇ ਇਸ ਦੇ ਪ੍ਰਯੋਜਨ ਨੂੰ ਨਾ ਬੁੱਝ ਕੇ, ਇਸ ਦੇਹੀ ਦਾ ਪ੍ਰਯੋਜਨ ਕੀ ਹੈ, ਸੰਸਾਰ ਤੇ ਮੈਂ ਕਾਹਦੇ ਵਾਸਤੇ ਆਇਆ, ਮਨੁੱਖਾ ਦੇਹੀ ਕਿਉਂ ਮਿਲੀ ਹੈ, ਇਹ ਬੁੱਝਣ ਤੋਂ ਬਗੈਰ, ਸਮਝਣ ਤੋਂ ਬਗੈਰ ਇਹ ਜੀਵ ਮੁਗਧ ਅਜਾਣ ਹੈ। ਮੂਰਖ ਤੇ ਅਜਾਣ ਬਸਮਝ ਹੈ ਇਹ ਜੀਵ, ਜਿੱਡਾ ਮਰਜੀ ਸਿਆਣਾ ਆਪਣੇ ਆਪ ਨੂੰ ਸਮਝੇ। ਸੋ ਪ੍ਰਭ ਚਿੱਤ ਨਾ ਆਇਓ ਛੁੱਟੈਗੀ ਬੇਬਾਨ। ਹਜੂਰ ਕਹਿੰਦੇ ਨੇ ਕਿ ਜੇ ਉਹ ਪ੍ਰਮਾਤਮਾ ਅਕਾਲ ਪੁਰਖ ਨੂੰ ਚਿੱਤ ਵਿੱਚ ਚੇਤੇ ਨਹੀਂ ਆਇਆ ਤਾਂ ਜਿਹੜੀ ਦੇਹ ਹੈ ਨਾ, ਇਹ ਅਕਸਰ ਛੁੱਟ ਜਾਏਗੀ, ਸਾਡੇ ਨਾਲ ਉਹਦਾ ਸੰਬੰਧ ਟੁੱਟ ਜਾਏਗਾ ਤੇ ਬੇਬਾਨ ਸ਼ਮਸ਼ਾਨ ਭੂਮਿਕਾ 'ਚ ਸੁੱਟ ਦਿੱਤੀ ਜਾਏਗੀ। ਸੋ ਇਸ ਪ੍ਰਕਾਰ ਇਹ ਛੁੱਟ ਜਾਏਗੀ ਦੇਹ, ਤੇ ਬੇਬਾਨਾਂ 'ਚ ਮੜੀਆਂ ਦੇ ਵਿੱਚ ਇਹਦਾ ਵਾਸਾ ਹੋਣਾ ਦੇਹ ਦਾ। ਉੱਥੇ ਕਿਸੇ ਨੇ ਜੇ ਮੁਸਲਮਾਨ ਆ ਤੇ ਉਹ ਕਬਰਾਂ ਦੇ ਵਿੱਚ ਕਬਰ ਖੋਦ ਕੇ ਦੱਬ ਦਿੱਤਾ ਜਾਏਗਾ ਦੇਹ ਨੂੰ। ਜੇ ਹਿੰਦੂ ਸਿੱਖ ਹੈ ਜਾਂ ਕਿਸੇ ਮਤ ਦਾ, ਤਾਂ ਉੱਥੇ ਫਿਰ ਸ਼ਮਸ਼ਾਨ ਭੂਮਿਕਾ ਮੜੀਆਂ 'ਚ ਇਹਦਾ ਦਾਹ ਹੋ ਜਾਏਗਾ, ਅੰਤਮ ਸੰਸਕਾਰ ਹੋ ਜਾਏਗਾ। ਇਸ ਤਰ੍ਹਾਂ ਦੀ ਹਾਲਤ ਹੀ ਹੋਵੇਗੀ ਨਾ ਦੇਹ ਦੀ। ਜਿਵੇਂ ਹਜੂਰ ਨੇ ਕਿਹਾ, ਇੱਕ ਦੱਜਾ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਭੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਹੇ। ਇੱਕ ਸਾੜੇ ਜਾਂਦੇ ਹਨ ਸਰੀਰ, ਇੱਕ ਦੱਬ ਦਿੱਤੇ ਜਾਂਦੇ ਹਨ, ਇੱਕ ਦਰਿਆ ਬੁਰਦਾ ਕੀਤੇ ਜਾਂਦੇ, ਜਲ ਪ੍ਰਵਾਹ ਸਰੀਰਾਂ ਨੂੰ ਕਰ ਦਿੰਦੇ ਆ। ਤੇ ਇਸੇ ਪ੍ਰਕਾਰ ਇੱਕ ਪਾਣੀ ਵਿੱਚ ਉਸੱਟੀ, ਇੱਕ ਭੀ ਫਿਰ ਹੱਸਣ ਪਾਹੇ। ਹੱਸਣ ਜਿਹੜੇ ਪਾਰਸੀ ਧਰਮ ਦੇ ਲੋਕ ਆ, ਉਹਨਾਂ ਨੇ ਜਿੱਥੇ ਬਸਤੀਆਂ ਉਹਨਾਂ ਦੀਆਂ ਹੁੰਦੀਆਂ, ਉਹ ਨਗਰਾਂ ਤੋਂ ਬਾਹਰ ਇੱਕ ਖੂਹ ਬਣਾਇਆ ਹੁੰਦਾ। ਖੂਹ ਦੇ ਉੱਪਰ ਲੋਹੇ ਦੀਆਂ ਸੀਖਾਂ ਦਾ ਜੰਗਲਾ ਅੱਧ ਤੋਂ ਉੱਪਰ ਜਾ ਕੇ ਲਾਇਆ ਹੁੰਦਾ। ਉੱਥੇ ਦੇਹ ਨੂੰ ਸੁੱਟ ਆਉਂਦੇ ਆ ਤੇ ਕਾਂ ਕੁੱਤੇ ਆਦਿ ਕੋ ਮਾਸ ਖਾ ਜਾਂਦੇ, ਹੱਡੀਆਂ ਹੇਠਾਂ ਖੂਹ 'ਚ ਡਿੱਗ ਪੈਂਦੀਆਂ। ਇਸ ਤਰ੍ਹਾਂ ਦੀ ਕਿਰਿਆ ਹੁੰਦੀ ਹੈ ਸਰੀਰ ਦੀ। ਫਿਰ ਸੋ ਇਸ ਪ੍ਰਕਾਰ ਕਬਰਾਂ 'ਚ ਵੀ ਕਰਮਾਂ ਦਾ ਦਲ ਪੈਦਾ ਹੋ ਕੇ ਮਾਸ ਖਾ ਜਾਂਦਾ, ਉੱਥੇ ਸਹਿਜ ਸਹਿਜ ਫਿਰ ਹੱਡੀਆਂ ਵੀ ਗਲ ਜਾਂਦੀਆਂ ਹਨ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਕਿ ਇਹ ਦੇਹ ਛੁੱਟ ਜਾਏਗੀ ਬੇਬਾਨਾਂ 'ਚ, ਬੜੀਆਂ ਸ਼ਮਸ਼ਾਨ ਭੂਮਿਕਾ 'ਚ ਇਹ ਜਾਵੇਗੀ ਦੇਹ ਅੰਤ ਨੂੰ। ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ। ਸੱਚੇ ਗੁਰਾਂ ਦੇ ਨਾਲ ਚਿੱਤ ਲਾ ਹੈ ਜੀਵ, ਤੇ ਸਦਾ ਸਦਾ ਵਾਸਤੇ ਹਮੇਸ਼ਾ ਹਮੇਸ਼ਾ ਲਈ ਜਿਹੜਾ ਰੰਗ ਪ੍ਰੇਮ ਹੈ ਉਹ ਮਾਣ ਲੈ। ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੋਲਾ, ਦਿਨ ਥੋੜ੍ਹੇ ਥੱਕੇ ਭਇਆ ਪੁਰਾਣਾ ਚੋਲਾ। ਥੋੜ੍ਹੇ ਦਿਨ ਤੈਨੂੰ ਮਿਲੇ ਸੀ, ਉਹ ਵੀ ਥੱਕ ਕੇ ਮੁੱਕਦੇ ਜਾ ਰਹੇ ਹਨ, ਹੁਣ ਚੋਲਾ ਪੁਰਾਣਾ ਹੋ ਗਿਆ। ਇਸ ਪ੍ਰਕਾਰ ਜਦੋਂ ਤੱਕ ਦਮ ਹੈ ਨਾ ਸਰੀਰ 'ਚ, ਸਵਾਸ ਚੱਲਦੇ, ਉਦੋਂ ਤੱਕ ਹੀ ਸਮਾਂ ਤੇਰੇ ਕੋਲ। ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਚਿੱਤ ਲਾ,
ਜੋੜਦਾ ਤੇ ਸਦਾ ਸਦਾ ਵਾਸਤੇ ਜਿਹੜਾ ਹਮੇਸ਼ਾ ਰਹਿਣ ਵਾਲਾ ਰੰਗ ਹੈ ਪ੍ਰੇਮ ਦਾ ਉਹ ਮਾਣ। ਪ੍ਰਾਣੀ ਤੂੰ ਆਇਆ ਲਹਾ ਲੈਣ, ਇਹ ਸਵਾਸਾਂ ਦੇ ਪੁਤਲਿਆ, ਇਹ ਪ੍ਰਾਣਾ ਧਾਰੀ ਜੀਵ, ਤੂੰ ਤਾਂ ਆਇਆ ਸੀ ਕੁਝ ਲਾਭ ਖੱਟਣ ਵਾਸਤੇ। ਹਜ਼ੂਰ ਨੇ ਕਿਹਾ ਹੈ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ਾ ਪਛਤਾ ਹੋ ਗਏ ਪ੍ਰਾਣ ਜਾहेंगे ਛੂਟ। ਜਾਂ ਕਿਹਾ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲਹਿਰ ਮਨ ਸਾਰੰਗ ਪਾਣੀ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਹੀ ਲਾਹੋ, ਅਬ ਨਾ ਭਜਸ ਭਜਸ ਕਬ ਭਾਈ ਆਵੇ, ਅੰਤ ਨਾ ਭਜਿਆ ਜਾਈ। ਇਸ ਪ੍ਰਕਾਰ ਦਾ ਇਹ ਜੀਵਨ ਹੈ ਸਾਡਾ, ਕਹਿੰਦੇ ਲਾਭ ਲੈ ਲੈਣਾ ਚਾਹੀਦਾ। ਇਹ ਪ੍ਰਾਣਾ ਧਾਰੀ ਜੀਵ, ਸਵਾਸਾਂ ਦਾ ਪੁਤਲਿਆ, ਤੂੰ ਲਾਭ ਲੈਣ ਵਾਸਤੇ, ਲਾਹਾ ਖੱਟਣ ਵਾਸਤੇ ਆਇਆ ਸੀ, ਪਰ ਲੱਗਾ ਕਿਤ ਕੁ ਫੱਕੜੇ। ਉਹਨਾਂ ਕਰਮਾਂ 'ਚ ਲੱਗਾ ਹੋਇਆ ਜਿਨ੍ਹਾਂ ਕਰਮਾਂ ਨੂੰ ਵੇਖ ਕੇ ਤੇਰੇ ਮਗਰ ਫੱਕੜੀ ਵੱਜੇ। ਫੱਕੜੀ ਹੁੰਦੀ ਹੈ ਵੀ ਕਿਸੇ ਗੁਨਾਹਗਾਰ ਬੰਦੇ ਨੂੰ ਅੱਗੇ ਲਾ ਕੇ ਪਿਛਲੇ ਪਾਸੇ ਲੋਕ ਤਾੜੀਆਂ ਮਾਰਦੇ ਜਾਂ ਮੂੰਹ ਦੇ ਨਾਲ ਇਹੋ ਜਿਹੀ ਆਵਾਜ਼ ਕੱਢਦੇ ਆ, ਅਤੇ ਇਸ ਪ੍ਰਕਾਰ ਫੱਕੜੀ ਮਾਰਨੀ, ਮਖੌਲ ਕਰਨਾ। ਸੋ ਇਸ ਤਰ੍ਹਾਂ ਖੋਟੇ ਫੱਕੜੇ ਜਿਹਦੇ ਨਾਲ ਵੱਜਣ, ਖੁਆਰੀ ਹੋਏ, ਮਤਲਬ ਨਰਾਦਰ ਹੋਵੇ, ਅਪਜਸ ਹੋਵੇ, ਨਿੰਦਾ ਹੋਵੇ, ਇਹਨਾਂ ਕਰਮਾਂ 'ਚ, ਖੁਆਰ ਹੋਣ ਵਾਲੇ ਕਰਮਾਂ 'ਚ ਤੂੰ ਲੱਗਾ ਹੋਇਆ। ਸਭ ਮੁੱਕਦੀ ਚੱਲੀ ਰਹਿਣ, ਸਾਰੀ ਦੀ ਸਾਰੀ ਜਿਹੜੀ ਤੇਰੀ ਉਮਰ ਰੂਪੀ ਰਾਤ ਹੈ ਨਾ, ਉਹ ਮੁੱਕਦੀ ਚਲੀ ਗਈ। ਸੋ ਮੁੱਕਦੀ ਗਈ ਮੁੱਕ ਗਈ ਅੰਤ ਨੂੰ। ਇਸ ਤਰ੍ਹਾਂ ਬਤੀਤ ਹੁੰਦੀ ਖਤਮ ਹੋ ਗਈ ਸਾਰੀ ਦੀ ਸਾਰੀ ਰਹਿਣ ਉਮਰ ਰਾਤ। ਰਹਿਣ ਦਾ ਅਰਥ ਹੈ ਰਾਤ, ਸਾਰੀ ਉਮਰ ਇੱਕ ਰਾਤ ਹੈ। ਰਹਾਓ, ਕੁਦਮ ਕਰੇ ਪਸ ਪੰਖੀਆ। ਕੁਦਮ ਦਾ ਅਰਥ ਹੈ ਕਲੋਲ। ਜਿਵੇਂ ਪਸ਼ੂ ਕਈ ਵਾਰੀ ਬੜੀਆਂ ਕਲੋਲਾਂ ਕਰਦੇ ਆ, ਔਰ ਇਸੇ ਤਰ੍ਹਾਂ ਜਿਹੜੇ ਪਰਿੰਦੇ ਪੰਛੀ ਹਨ ਉਹ ਜਿਵੇਂ ਬੜੀਆਂ ਕਲੋਲਾਂ ਕਰਦੇ ਹਨ, ਵਿਖਾਉਂਦੇ ਆ। ਸੋ ਇਸ ਪ੍ਰਕਾਰ ਪਸ਼ੂ ਤੇ ਪੰਛੀ ਕਲੋਲਾਂ ਕਰਦੇ, ਦਿਸੈ ਨਾ ਹੀ ਕਾਲ, ਉਹਨਾਂ ਨੂੰ ਆਪਣੀ ਮੌਤ ਦਿਖਾਈ ਨਹੀਂ ਦਿੰਦੀ। ਉਤੈ ਸਾਥ ਮਨੁੱਖ ਹੈ, ਫਾਥਾ ਮਾਇਆ ਜਾਲ। ਤੇ ਇਸ ਪ੍ਰਕਾਰ ਉਹਨਾਂ ਪਸ਼ੂਆਂ ਦੇ ਨਾਲ ਹੀ ਮਨੁੱਖ ਵੀ ਹੈ। ਸਾਥ ਸੰਗ ਸਾਥ, ਇਹ ਮਨੁੱਖ ਵੀ ਉਸੇ ਤਰ੍ਹਾਂ ਦਾ ਹੀ ਹੈ ਜਿਹੜਾ ਪਰਮੇਸ਼ਰ ਨੂੰ ਭੁਲਾਇਆ ਹੋਇਆ, ਜਿਸ ਨੇ ਆਪਣੀ ਮੌਤ ਦਾ ਚੇਤਾ ਭੁਲਾ ਛੱਡਿਆ, ਆਪਣੇ ਅੰਤ ਦਾ। ਜਿਵੇਂ ਉਹਨਾਂ ਨੂੰ ਕਾਲ ਨਹੀਂ ਚੇਤੇ, ਇਸੇ ਤਰ੍ਹਾਂ ਮਨੁੱਖ ਨੂੰ ਵੀ ਨਹੀਂ ਚੇਤੇ। ਜੇ ਕਾਲ ਮੌਤ ਸਮਾਂ ਭੁਲਾਇਆ ਹੋਇਆ, ਕਿਉਂਕਿ ਇੱਕ ਤਾਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਨਾ ਚਾਹੀਦਾ, ਅਤੇ ਇੱਕ ਆਪਣੀ ਮੌਤ ਨੂੰ ਸਰਾਣੇ ਖਲੋਤੀ ਸਮਝਣਾ ਚਾਹੀਦਾ। ਜੇ ਇਹ ਦੋਵੇਂ ਆਪਣੇ ਨਜ਼ਦੀਕ ਸਮਝ ਲਵੇ ਤਾਂ ਦਾਅਵੇ ਨਾਲ ਕਿਹਾ ਜਾ ਸਕਦਾ ਬੁਰਾ ਕਰਮ ਨਹੀਂ ਹੋਏਗਾ। ਪਰ ਇਹਨੇ ਪ੍ਰਮਾਤਮਾ ਨੂੰ ਵੀ ਦੂਰ ਜਾਣਿਆ ਅਤੇ ਆਪਣੀ ਮੌਤ ਨੂੰ ਵੀ ਦੂਰ ਜਾਣਿਆ ਹੈ। ਸੋ ਇਸ ਪ੍ਰਕਾਰ ਹੀ ਤਾਂ ਹੀ ਇਹ ਮਾੜੇ ਬੁਰੇ ਕਰਮ ਕਰਦਾ। ਜੇ ਬਿਲਕੁਲ ਮੌਤ ਸਰਾਣੇ ਖਲੋਤੀ ਸਮਝੀ ਜਾਏ ਤਾਂ ਫਿਰ ਤਾਂ ਬੁਰੇ ਫੁਰਨੇ ਤੋਂ ਵੀ ਰੁਕੇਗਾ ਕਿ ਮੇਰੇ ਨਾਲ ਤਾਂ ਕੁਛ ਜਾਣਾ ਨਹੀਂ, ਮੈਂ ਕਿਉਂ ਇੰਝ ਕਰਾਂ। ਅਤੇ ਇਸੇ ਤਰ੍ਹਾਂ ਵਾਹਿਗੁਰੂ ਸਦ ਸੁਣਦਾ ਸਦ ਵੇਖਦਾ ਕਿ ਮੁਕਰ ਪਾਇਆ ਜਾਏ, ਇਸ ਤਰ੍ਹਾਂ ਜਾਣਿਆ ਜਾਏ ਤਾਂ ਫਿਰ ਵੀ ਡਰੇਗਾ। ਪਰ ਇਹ ਦੂਰ ਸਮਝਦਾ ਹੈ ਮੌਤ ਨੂੰ ਵੀ ਅਤੇ ਵਾਹਿਗੁਰੂ ਨੂੰ ਵੀ। ਜਿਸ ਤਰ੍ਹਾਂ ਪਸ਼ੂਆਂ ਪੰਛੀਆਂ ਨੂੰ ਆਪਣਾ ਕਾਲ ਮੌਤ ਨਹੀਂ ਦਿਖਾਈ ਦਿੰਦੀ, ਇਸੇ ਤਰ੍ਹਾਂ ਮਨੁੱਖ ਵੀ ਪਸ਼ੂ ਪੰਛੀਆਂ ਵਰਗਾ ਬਣ ਰਿਹਾ। ਫਾਥਾ ਮਾਇਆ ਜਾਲ, ਮਾਇਆ ਦਾ ਜਿਹੜਾ ਜਾਲ ਹੈ ਨਾ, ਮਾਇਆ ਦੀ ਜਿਹੜੀ ਫਸੌਤੀ ਹੈ, ਉਹਦੇ ਵਿੱਚ ਇਹ ਫਾਥਾ ਫਸਿਆ ਹੋਇਆ ਹੈ। ਅਤੇ ਉਹਨਾਂ ਪਸ਼ੂਆਂ ਪੰਛੀਆਂ ਦੇ ਨਾਲ ਹੀ ਸਮਝੋ ਇਹਨੂੰ, ਉਹਨਾਂ ਵਰਗਾ ਹੀ ਸਮਝ ਲਓ। ਮੁਕਤੇ ਸਈ ਭਾਲੀ ਹੈ ਜੇ ਸੱਚਾ ਨਾਮ ਸਮਾਲ। ਇਸ ਜਗਤ ਵਿੱਚੋਂ ਮੁਕਤੇ, ਸੁਤੰਤਰ, ਆਜ਼ਾਦ, ਬੰਧਨਾਂ ਤੋਂ ਖਲਾਸ ਜਿਹੜੇ ਹੋਏ ਹੋ ਉਹ ਹੀ ਭਾਲੇ ਜਾਣਗੇ। ਭਾਵ ਉਹਨਾਂ ਨੂੰ ਸਮਝਿਆ ਜਾਏਗਾ ਜੇ ਸੱਚਾ ਨਾਮ ਸਮਾਲ। ਜਿਹੜੇ ਇਸ ਜ਼ਿੰਦਗੀ ਵਿੱਚ ਸੱਚੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਦੇ ਰਹਿੰਦੇ ਆ, ਵਾਹਿਗੁਰੂ ਦੇ ਨਾਮ ਨੂੰ ਜਿਨ੍ਹਾਂ ਚੇਤੇ ਕੀਤਾ, ਭਾਈ ਸਮਝ ਲੈਣੇ ਕਿ ਉਹੀ ਮੁਕਤੇ ਹਨ। ਉਹਨਾਂ ਦਾ ਛੁਟਕਾਰਾ ਹੋਣਾ ਇਸ ਮਾਇਆ ਤੋਂ ਜਾਂ ਹੋ ਚੁੱਕਾ ਹੈ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਸਾਨੂੰ ਸਤਿਗੁਰੂ ਸਿੱਖਿਆ ਦਿੰਦੇ ਨੇ ਕਿ ਭਾਈ ਜਿਹੜਾ ਘਰ ਤੂੰ ਛੱਡ ਕੇ ਤੇ ਗਵਾ ਕੇ ਚਲੇ ਜਾਣਾ ਪ੍ਰਲੋਕ ਨੂੰ, ਤੇਰਾ ਇਸ ਘਰ ਨਾਲ ਸੰਬੰਧ ਫਿਰ ਨਹੀਂ ਬਣਨਾ। ਸੋ ਲੱਗਾ ਮਨ ਮਾਹੇ, ਉਹ ਘਰ-ਬਾਰ ਪਰਿਵਾਰ ਸਾਰਾ ਉਹ ਤੇਰੇ ਮਨ ਨੂੰ ਚੰਬੜਿਆ ਹੋਇਆ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਿੱਥੇ ਜਾ ਕੇ ਅਗਲੇ ਜਹਾਨ ਤੂੰ ਵਰਤਣਾ ਹੈ, ਸੋ ਜਿੱਥੇ ਤੇਰਾ ਵਾਹ ਪੈਣਾ ਜਿਸ ਸਥਾਨ ਤੇ ਉਸ ਕੀ ਤੂੰ ਚਿੰਤਾ ਨਹੀਂ ਕਰਦਾ। ਤਿਸ ਕੀ ਚਿੰਤਾ ਨਾ ਹੈ, ਤਿਸ ਘਰ ਦੀ, ਪ੍ਰਲੋਕ ਰੂਪੀ ਘਰ ਦੀ ਤੈਨੂੰ ਚਿੰਤਾ ਹੀ ਨਹੀਂ ਹੈ। ਤੂੰ ਬੇਪਰਵਾਹ ਹੋ ਰਿਹਾ ਹੈ। ਖਾਓ ਪੀਓ ਹੰਡਾਓ, ਆ ਜਗ ਮਿੱਠਾ ਅਗਲਾ ਕਿਨ ਡਿੱਠਾ। ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ। ਹਜ਼ੂਰ ਕਹਿੰਦੇ ਨੇ ਇਸ ਫਸੌਤੀ 'ਚ ਫਸਿਆ ਹੋਇਆਂ 'ਚੋਂ ਉਹ ਨਿਕਲੇ। ਬਾਕੀ ਸਾਰਾ ਸੰਸਾਰ ਤਾਂ ਫਸਿਆ ਹੋਇਆ, ਇਹਨਾਂ ਫਸੇ ਹੋਏ ਲੋਕਾਂ ਵਿੱਚੋਂ ਓਨੇ ਕੁ ਨਿਕਲ ਗਏ ਜੇ ਗੁਰ ਕੀ ਪੈਰੀ ਪਾਹੇ।
ਜੇ ਸਤਿਗੁਰਾਂ ਦੇ ਚਰਨੀ ਪਾ ਲਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਸਤਿਗੁਰਾਂ ਦੇ ਚਰਨਾਂ 'ਚ ਪਾ ਲਿਆ ਨਾ, ਗੁਰੂ ਮਹਾਰਾਜ ਦੇ ਚਰਨਾਂ ਨਾਲ ਜਿਹੜੇ ਲੱਗ ਗਏ, ਉਹ ਇਸ ਮਾਇਆ ਦੇ ਬੰਦੀਖਾਨੇ 'ਚੋਂ ਨਿਕਲ ਗਏ ਹਨ। ਕੋਈ ਰੱਖ ਨਾ ਸਕੈ ਦੂਜਾ ਕੋ ਨਾ ਦਿਖਾਏ, ਕੋਈ ਰੱਖਿਆ ਨਹੀਂ ਕਰ ਸਕਦਾ, ਦੂਜਾ ਕੋਈ ਦਿਖਦਾ ਨਹੀਂ ਹੈ, ਨਜ਼ਰੀ ਨਹੀਂ ਆਉਂਦਾ ਹੈ। ਚਾਰੇ ਕੁੰਡਾ ਭਾਲ ਕੇ ਆਏ ਪਿਆ ਸਰਣਾਏ। ਇਸ ਕਰਕੇ ਮਹਾਰਾਜ ਮੈਂ ਤਾਂ ਚੌਂ ਕੁੰਡਾਂ ਵਿੱਚ ਭਾਲ ਕੇ ਖੋਜ ਕੇ ਤੇ ਹੁਣ ਭਾਵ ਕੋਈ ਵੀ ਰੱਖਿਆ ਕਰਨ ਵਾਲਾ ਨਹੀਂ, ਹੁਣ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਜਿਵੇਂ ਹਜ਼ੂਰ ਦਾ ਬਚਨ ਹੈ, ਨੇਕ ਜਨਮ ਪਾਪ ਕਰ ਭਰਮੇ, ਹੁਣ ਤਉ ਸਰਣ ਆਗਤ ਆਏ। ਦਇਆ ਕਰੋ ਰੱਖ ਲਿਓ ਹਰ ਜੀਓ, ਹਮ ਦੀਨ ਤੇਰੀ ਸਰਣ ਆਏ। ਸੋ ਆ ਕੇ ਸ਼ਰਨ 'ਚ ਪੈ ਗਿਆ ਮਹਾਰਾਜ ਮੈਂ ਆਪ ਜੀ ਦੀ। ਤੇ ਜਦੋਂ ਜਿਹੜਾ ਸ਼ਰਨ 'ਚ ਪੈ ਗਿਆ, ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਿਆ ਕਢਾਏ। ਤਾਂ ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਗੁਰੂ ਸਾਹਿਬ ਜੀ ਨੂੰ। ਸਤਿਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਹਨ। ਭਾਈ ਗੁਰਦਾਸ ਨੇ ਕਿਹਾ, ਸਤਿਗੁਰ ਸੱਚਾ ਬਾਦਸ਼ਾਹ ਕੂੜੇ ਬਾਦਸ਼ਾਹ ਦੁਨੀਆਵੇ। ਜਿਹੜੇ ਦੁਨੀਆਦਾਰ ਬਾਦਸ਼ਾਹ ਨਾ ਦੁਨਿਆਵੀ, ਉਹ ਤਾਂ ਕੂੜੇ ਝੂਠੇ ਹੀ ਹਨ। ਐਵੇਂ ਲੋਕ ਡਰਦੇ ਉਹਨਾਂ ਦੇ ਮੂੰਹ 'ਤੇ ਉਹਨਾਂ ਨੂੰ ਬਾਦਸ਼ਾਹ ਸਲਾਮਤ ਕਹਿੰਦੇ ਆ, ਪਿੱਠ ਪਿੱਛੇ ਤਾਂ ਨਿੰਦਾ ਹੁੰਦੀ ਆ। ਇਹ ਉਹਨਾਂ ਦਾ ਰਾਜ ਹੈ ਲੋਕਾਂ ਦੇ ਸਰੀਰਾਂ 'ਤੇ, ਪਰ ਜੋ ਸਤਿਗੁਰੂ ਜੀ ਨੇ ਰਾਜ ਕੀਤਾ ਉਹ ਦਿਲਾਂ 'ਤੇ ਕੀਤਾ। ਸਤਿਗੁਰੂ ਜੀ ਦਾ ਆਪਣਾ ਕੋਈ ਵੱਖਰਾ ਰਾਜ ਨਹੀਂ ਸੀ ਕਿ ਉਸ ਰਾਜ ਭਾਗ ਦੇ ਪ੍ਰਭਾਵ ਕਰਕੇ ਲੋਕ ਹਜ਼ੂਰ ਨੂੰ ਮੰਨਣ। ਨਹੀਂ, ਲੋਕ ਦਿਲੋਂ ਹੋ ਕੇ ਸਤਿਗੁਰੂ ਮਹਾਰਾਜ ਨੂੰ ਆਪਣਾ ਆਪਾ ਕੁਰਬਾਨ ਕਰਦੇ ਸੀ। ਸੋ ਜਿਵੇਂ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੁੱਛ ਲਿਆ, ਪਰ ਮੈਨੂੰ ਤਾਂ ਲੋਕ ਬਾਦਸ਼ਾਹ ਕਹਿੰਦੇ ਕਿਉਂਕਿ ਮੈਂ ਇਸ ਦੇਸ਼ ਦਾ ਮਾਲਕ ਹਾਂ, ਬਾਦਸ਼ਾਹ ਤਖਤ ਦਾ ਵਾਰਸ ਹਾਂ, ਤੁਹਾਨੂੰ ਲੋਕ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਤਾਂ ਹਜ਼ੂਰ ਨੇ ਕਿਹਾ ਸੀ, ਬਾਦਸ਼ਾਹ ਇਹ ਸਿੱਖ ਸੰਗਤਾਂ ਦੀ ਆਪਣੀ ਨਿੱਜੀ ਭਾਵਨਾ ਹੀ ਹੈ। ਕੋਈ ਕੁਛ ਸਾਨੂੰ ਕਹਿ ਦਿੰਦਾ, ਕੋਈ ਗੁਰੂ ਸਾਹਿਬ ਕਹਿੰਦਾ, ਕੋਈ ਸਤਿਗੁਰੂ, ਕੋਈ ਸੱਚਾ ਪਾਤਸ਼ਾਹ। ਅਸੀਂ ਨਹੀਂ ਕਿਸੇ ਨੂੰ ਕਹਿੰਦੇ ਕਿ ਸਾਨੂੰ ਸੱਚਾ ਪਾਤਸ਼ਾਹ ਕਹੋ। ਪਰ ਜਹਾਂਗੀਰ ਦੀ ਤਸੱਲੀ ਨਾ ਹੋਈ। ਫਿਰ ਆਗਰੇ ਵਿਖੇ ਜੰਗਲਾਂ 'ਚ ਸ਼ਿਕਾਰ ਖੇਡਣ ਤੋਂ ਬਾਅਦ ਜਦੋਂ ਆਰਾਮ ਕਰਨ ਲਈ ਆਏ, ਤਾਂ ਇੱਕ ਪਾਸੇ ਰੁੱਖਾਂ ਦੀ ਝੰਗੀ 'ਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤੰਬੂ ਸੀ, ਇੱਕ ਪਾਸੇ ਜਹਾਂਗੀਰ ਬਾਦਸ਼ਾਹ ਦਾ। ਤੇ ਉੱਥੇ ਵੱਸਦਾ ਇੱਕ ਘਾਈ ਸਿੱਖ ਸੀ, ਬੜਾ ਗਰੀਬ ਜਿਹਾ, ਘਾਹ ਖੋਦ ਕੇ ਵੇਚ ਕੇ ਗੁਜ਼ਾਰਾ ਕਰਨ ਵਾਲਾ। ਉਹਦੇ ਕੋਲ ਇੱਕ ਟਕਾ ਸੀ ਜਮਾਂ। ਉਹਨੇ ਸਤਿਗੁਰਾਂ ਦਾ ਮਹਿਮਾ ਸੁਣੀ ਹੋਈ ਸੀ ਤੇ ਦਰਸ਼ਨ ਕਦੇ ਨਹੀਂ ਸੀ ਕੀਤਾ। ਉਹ ਆ ਗਿਆ ਤੇ ਅਹਿਲਕਾਰਾਂ ਨੂੰ ਗੱਲਾਂ ਕਰਦਿਆਂ ਵੇਖ ਕੇ ਪੁੱਛਿਆ ਵੀ ਮੈਂ ਸੱਚੇ ਪਾਤਸ਼ਾਹ ਦਰਸ਼ਨ ਕਰਨੇ। ਤਾਂ ਉਹਨਾਂ ਤਲਾਸ਼ੀ ਲੈ ਕੇ ਬਾਦਸ਼ਾਹ ਦੇ ਤੰਬੂ 'ਚ ਲੰਘਾਤਾ। ਉਹ ਕਿਤੇ ਗੱਲਾਂ 'ਚ ਉਲਝੇ ਹੋਏ ਸੀ। ਤਲਾਸ਼ੀ ਤਾਂ ਕੀਤੀ ਉਹਨਾਂ ਵੀ, ਇਹਦੇ ਕੋਲ ਕੋਈ ਹਥਿਆਰ ਆਦਿਕ ਨਾ ਹੋਵੇ। ਪਰ ਬਾਦਸ਼ਾਹ ਦੇ ਕੋਲ ਗਿਆ ਤੇ ਉਹਦੇ ਟਗਾ ਅੱਗੇ ਰੱਖਿਆ। ਤਾਂ ਬਾਦਸ਼ਾਹ ਨੇ ਕਿਹਾ, ਦੱਸ ਭਾਈ ਕੀ ਗੱਲ? ਕਹਿਣ ਲੱਗਾ ਵੀ ਮੇਰੀ ਪ੍ਰਲੋਕ ਵਿੱਚ ਸੱਚੇ ਪਾਤਸ਼ਾਹ ਜੀ ਬਾਂਹ ਫੜਿਓ। ਬਾਦਸ਼ਾਹ ਕਹਿਣ ਲੱਗਾ, ਪ੍ਰਲੋਕ ਵਿੱਚ ਤਾਂ ਮੈਂ ਕੋਈ ਸਹਾਇਤਾ ਨਹੀਂ ਕਰ ਸਕਦਾ, ਇੱਥੇ ਦੱਸ ਕੀ ਚਾਹੀਦਾ? ਜੇ ਗਰੀਬੀ ਹੈ ਤਾਂ ਭਾਈ ਤੂੰ ਇਹਨੇ ਯਤਨ ਦੇ ਨਾਲ ਆਇਆ, ਤੇਰੀ ਗਰੀਬੀ ਦੂਰ ਕਰਦੀ। ਕਹਿਣ ਲੱਗਾ, ਨਾ ਜੀ ਬੜਾ ਵਧੀਆ ਗੁਜ਼ਾਰਾ ਚੱਲ ਰਿਹਾ ਮਹਾਰਾਜ, ਅਗਲੇ ਜਹਾਨ 'ਚ ਬਾਂਹ ਫੜਿਓ, ਤੁਸੀਂ ਦੋਵਾਂ ਜਹਾਨਾਂ ਦੇ ਮਾਲਕ ਹੋ। ਤਾਂ ਫਿਰ ਬਾਦਸ਼ਾਹ ਦਾ ਮੱਥਾ ਠਣਕਿਆ ਵੀ ਇਹ ਭੁਲੇਖੇ ਨਾਲ ਆਇਆ। ਉਹਨੇ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ ਸੱਚਾ ਪਾਤਸ਼ਾਹ ਕਹਿੰਦੇ ਉਹ ਅਗਲੇ ਪਾਸੇ ਦੂਜਾ ਤੰਬੂ ਆ। ਉਸ ਘਾਈ ਨੇ ਬੇਖੌਫ ਹੋ ਕੇ ਟਕਾ ਚੱਕ ਲਿਆ। ਤਾਂ ਫਿਰ ਸਤਿਗੁਰੂ ਮਹਾਰਾਜ ਦੇ ਦਰਬਾਰ 'ਚ ਗਿਆ, ਨਮਸਕਾਰ ਕੀਤੀ, ਟਕਾ ਰੱਖ ਕੇ ਹਜ਼ੂਰ ਨੇ ਕਿਹਾ, ਦੱਸ ਸਿੱਖਾ ਕੀ ਇੱਛਾ? ਕਹਿਣ ਲੱਗਾ, ਮਹਾਰਾਜ ਪ੍ਰਲੋਕ ਵਿੱਚ ਮੇਰੀ ਬਾਂਹ ਫੜਿਓ। ਹਜ਼ੂਰ ਕਹਿਣ ਲੱਗੇ, ਸਿੱਖਾ ਨਿਹਾਲ। ਫਿਰ ਇੱਕ ਉਹਨਾਂ ਨੇ ਲਿਖਿਆ ਵੀ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਪੁੱਛਿਆ ਵੀ ਇੱਕ ਟਕੇ ਪਿੱਛੇ ਪ੍ਰਲੋਕ ਦਾ ਸੁੱਖ। ਮਹਾਰਾਜ ਕਹਿੰਦੇ ਨੇ ਟਕੇ ਤਾਂ ਤੇਰੇ ਖਜ਼ਾਨੇ 'ਚ ਵੀ ਬਹੁਤ ਆ, ਹੋਰ ਵੀ ਲੋਕਾਂ ਕੋਲ ਬੜੇ ਬੜੇ ਟਕੇ ਜਮ੍ਹਾਂ ਹੋਣਗੇ ਤੇ ਸਾਨੂੰ ਹੋ ਸਕਦਾ ਹੋਰ ਬੜੇ ਟਕੇ ਲੋਕ ਜਮ੍ਹਾਂ ਭੇਟਾ ਕਰ ਸਕਦੇ ਹੋਣ। ਪਰ ਇਹਦੇ ਸੰਤੋਖ ਨੂੰ ਭਾਗ ਲੱਗਾ। ਇੱਕ ਟਕਾ ਸੀ ਦੇ ਕੋਲ ਤੇ ਇੰਨੀ ਗਰੀਬੀ 'ਚ ਰਹਿੰਦਾ ਹੋਇਆ ਇਸ ਦੁਨੀਆ ਦੇ ਸੁੱਖ ਕੁਛ ਨਹੀਂ ਮੰਗ ਰਿਹਾ। ਇਹਦੇ ਅੰਦਰ ਸੰਤੋਖ ਹੈ ਐਡਾ, ਇਸ ਕਰਕੇ ਇਹਨੂੰ ਦਾਤ ਮਿਲ ਗਈ ਹੈ ਉਹਦੀ ਭਾਵਨਾ ਕਰਕੇ। ਸੋ ਇਉਂ ਸਤਿਗੁਰੂ ਮਹਾਰਾਜ ਜੀ ਦੋਵਾਂ ਜਹਾਨਾਂ ਦੇ ਮਾਲਕ ਨੇ। ਪਰ ਜਿਹੜਾ ਪਾਤਰ ਹੋਵੇ, ਸੁਪਾਤਰ ਕੁਪਾਤਰ ਪਾਤਰ, ਜਿਸ ਤਰ੍ਹਾਂ ਦਾ ਕੋਈ ਪਾਤਰ ਹੈ, ਸੁਪਾਤਰ ਹੈ ਤਾਂ ਵੱਡੀ ਦਾਤ ਮਿਲ ਜਾਏਗੀ। ਤੇ ਜੇ ਕੋਈ ਆਮ ਸਧਾਰਨੀ ਦਾਤ ਲੈਣ ਜੋਗਾ ਅਧਿਕਾਰੀ ਪਾਤਰ ਹੈ ਤੇ ਉਹਨੂੰ ਉਨੀ ਕੁ ਦਾਤ ਮਿਲੇਗੀ। ਸੋ ਇਸ ਪ੍ਰਕਾਰ ਜਿਹੜਾ ਚੌਂ ਕੁੰਡਾ ਭਾਲ ਕੇ ਕਹਿੰਦਾ ਮੈਂ ਮਹਾਰਾਜ ਤੁਹਾਡੀ ਸ਼ਰਨ 'ਚ ਆਇਆ, ਮੇਰੀ ਰੱਖਿਆ ਕਰੋ, ਤਾਂ ਸੱਚੇ ਪਾਤਸ਼ਾਹ ਨੇ ਡੁੱਬਦਾ ਲਿਆ ਕਢਾਏ। ਹਜ਼ੂਰ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਨਕ ਸੱਚਾ ਪਾਤਸ਼ਾਹ ਭਾਵ ਸੱਚੇ ਪਾਤਸ਼ਾਹ ਨੇ ਡੁੱਬਦਾ ਲਿਆ ਕਢਾਏ। ਜਿਹੜਾ ਜੀਵ ਸੰਸਾਰ ਸਮੁੰਦਰ 'ਚ ਡੁੱਬ ਰਿਹਾ ਸੀ ਦੂਜਿਆਂ ਦੇ ਨਾਲ ਹੀ, ਉਸ ਨੂੰ ਕਢਾ ਲਿਆ, ਕੱਢ ਲਿਆ। ਸੰਸਾਰ ਸਾਗਰ ਮੈਂ ਜਲਨ ਨਾ ਦੀਨੇ, ਕਿਨੇ ਨਾ ਦੁੱਤਰ ਭਾਖੇ। ਇਸ ਪ੍ਰਕਾਰ ਨਹੀਂ ਡੁੱਬਣ ਦਿੱਤਾ। ਸ੍ਰੀ ਰਾਗ ਮਹੱਲਾ ਪੰਜਵਾਂ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਗਲਾ ਸ਼ਬਦ ਉਚਾਰਦੇ ਹਨ, ਘੜੀ ਮੋਹਤ ਕਾ ਪਾਹੁਣਾ ਕਾਜ ਸਵਾਰਨ ਹਾਰ।
ਜਿਵੇਂ ਕਿਸੇ ਦੇ ਘਰ ਵਿੱਚ ਕੋਈ ਇੱਕ ਘੜੀ ਜਾਂ ਮੁਹਤ 2 ਘੜੀਆਂ ਦੇ ਸਮੇਂ ਵਾਸਤੇ ਪ੍ਰਾਹੁਣਾ ਆਏ ਤੇ ਉੱਥੇ ਕੰਮ ਸਵਾਰਨ ਲੱਗ ਪਏ ਉਹਨਾਂ ਦੇ ਘਰ ਵਿੱਚ। ਇਸ ਤਰ੍ਹਾਂ ਦੀ ਹਾਲਤ ਹੀ ਜੀਵ ਦੀ ਹੈ। ਇੱਥੇ ਹੈ ਤਾਂ ਪ੍ਰਾਹੁਣਾ ਏ, ਘੜੀ 2 ਘੜੀਆਂ ਦਾ, ਬਲਕਿ ਇੱਕ ਦਮ ਦਾ ਹੀ ਪ੍ਰਾਹੁਣਾ। ਜੇ ਦਮ ਚੱਲ ਰਿਹਾ ਹੈ ਤੇ ਹੈ, ਤੇ ਜੇ ਦਮ ਅਗਲਾ ਨਾ ਆਇਆ ਤੇ ਇਹਨੇ ਇੱਥੋਂ ਚਲੇ ਜਾਣਾ, ਫਿਰ ਸਦਾ ਵਾਸਤੇ ਤਾਂ ਆਇਆ ਨਹੀਂ। ਇਹ ਹੈ ਤਾਂ ਪ੍ਰਾਹੁਣਾ ਇੱਕ, ਘੜੀ ਮੋਹਤ ਕਾਪਾ ਹੋਣਾ, ਪਰ ਕਾਜ ਸਵਾਰਨਹਾਰ। ਇਹ ਜਿਹੜੇ ਦੁਨੀਆਦਾਰੀ ਵਾਲੇ ਕਾਜ ਆ ਨਾ, ਉਹਨੇ ਸਵਾਰਨ 'ਚ ਆਪਣਾ ਚਿੱਤ ਲਾ ਲਿਆ ਨੇ। ਮਾਇਆ ਕਾਮ ਵਿਆਪਿਆ ਸਮਝੈ ਨਾਹੀਂ ਗਵਾਰ। ਮਾਇਆ ਦੇ ਕੰਮਾਂ ਕਾਜਾਂ ਵਿੱਚ ਵਿਆਪਿਆ ਫਸਿਆ ਹੋਇਆ, ਮਾਇਆ ਦੇ ਪ੍ਰਭਾਵ ਥੱਲੇ ਕਾਮਨਾ ਵਿੱਚ, ਮਾਇਆ ਦੀ ਕਾਮਨਾ ਵਿੱਚ ਵਿਆਪਿਆ ਫਸਿਆ ਹੋਇਆ, ਤੇ ਕਾਮ ਵਾਸ਼ਨਾ ਵਿਕਾਰਾਂ ਵਿੱਚ ਵੀ, ਤੇ ਦਮੜਿਆਂ ਵਿੱਚ, ਜਾਂ ਕਾਮ ਮਾਇਆ ਕੁੰਚਰ ਕੋ ਵਿਆਪਿਆ, ਜਿਵੇਂ ਇਹ ਕਾਮ ਵਾਸ਼ਨਾ ਰੂਪੀ ਮਾਇਆ ਵਿੱਚ ਫਸਿਆ ਹੋਇਆ। ਸਮਝੈ ਨਾ ਹੀ ਗਵਾਰ, ਤੇ ਗਵਾਰ ਮੂਰਖ ਸਮਝਦਾ ਨਹੀਂ ਹੈ ਕਿ ਮੇਰਾ ਇੱਥੇ ਵਾਸਾ ਸਦਾ ਤਾਂ ਹੈ ਨਹੀਂ। ਜਿਵੇਂ ਹਜ਼ੂਰ ਨੇ ਕਿਹਾ, ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ, ਮੂਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਜਿਵੇਂ ਪੁਰਾਣੇ ਸਮੇਂ 'ਚ ਗਵਾਲੇ ਗੁੱਜਰ ਆਉਂਦੇ ਸੀ ਆਪਣਾ ਘਰ-ਬਾਰ ਛੱਡ ਕੇ ਹੋਰ ਕਿਸੇ ਇਲਾਕੇ 'ਚ ਲੋਕਾਂ ਦੀਆਂ ਮੱਝਾਂ ਗਾਵਾਂ ਵੱਗ ਚਾਰਨ ਵਾਸਤੇ। ਹੁਣ ਉੱਥੇ ਉਹ ਮਹੱਲਤਾਂ ਛੱਤਣ ਨਹੀਂ ਸੀ ਲੱਗ ਪੈਂਦੇ, ਡੂੰਘੀਆਂ ਨੀਹਾਂ ਸੀ ਪੁੱਟਦੇ ਮਕਾਨ ਬਣਾਉਣ ਨੂੰ। ਉਹ ਝੁੱਗੀ ਬੰਨ੍ਹ ਕੇ ਗੁਜ਼ਾਰਾ ਕਰਦੇ ਸੀ ਗਵਾਲੇ। 2-3 ਮਹੀਨੇ ਚਰਾਂਦਾਂ ਜਦੋਂ ਹੁੰਦੀਆਂ ਬਰਸਾਤ ਰੁੱਤ ਦੇ ਵਿੱਚ, ਤੇ ਉਹ ਚਾਰ ਕੇ ਮੱਝਾਂ ਗਾਵਾਂ ਆਪਣਾ ਰਜੀਨਾ ਲੈ ਕੇ ਤੇ ਚੱਲਦੇ ਬਣਦੇ ਸੀ। ਇਸ ਪ੍ਰਕਾਰ ਹੀ ਹਜ਼ੂਰ ਕਹਿੰਦੇ, ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ, ਮੋਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਆਪਣੇ ਘਰ-ਬਾਰ ਨੂੰ ਇਹ ਜੀਵ ਚੇਤੇ ਕਰ, ਤੂੰ ਤਾਂ ਗਵਾਰ ਮੂਰਖ ਬਣ ਰਿਹਾ ਹੈ। ਮਾਇਆ ਕਾਮ ਵਿਆਪਿਆ ਸਮਝਿਆ ਨਾਹੀਂ ਗਵਾਰ। ਉੱਠ ਚੱਲਿਆ ਪਛਤਾਇਆ, ਪਰਿਆ ਵਸ ਜੰਦਾਰ। ਅਖੀਰ ਨੂੰ ਇੱਥੋਂ ਉੱਠ ਕੇ ਚੱਲਿਆ ਪ੍ਰਲੋਕ ਨੂੰ ਜਿਸ ਵੇਲੇ, ਤੇ ਜਦੋਂ ਜੰਦਾਲ ਅਵੈੜਾ ਜਿਹੜਾ ਜਮ ਹੈ ਉਹਦੇ ਵਸ 'ਚ ਪੈ ਗਿਆ, ਤੇ ਫਿਰ ਇਹ ਬੜਾ ਪਛਤਾਇਆ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਬਚਨ ਲਿਖਦੇ ਨੇ ਕਿ ਇਸ ਸਰੀਰ ਦੇ ਖਤਮ ਹੋਣ ਤੋਂ ਬਾਅਦ, ਇਸ ਸਰੀਰ ਦੀ ਮੌਤ ਹੋਣ ਤੋਂ ਬਾਅਦ, ਜਿਹੜਾ ਰੂਹ ਨੂੰ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਦੁੱਖ ਵਿਆਪਦਾ ਹੈ, ਉਹ ਹੈ ਪਛਤਾਵੇ ਦਾ। ਜਿਨ੍ਹਾਂ ਬੰਦਗੀ ਨਹੀਂ ਕੀਤੀ ਉਹ ਤਾਂ ਪਛਤਾਉਂਦੇ ਹੀ ਹਨ। ਜਿਨ੍ਹਾਂ ਕੋਈ ਸਿਮਰਨ ਭਜਨ ਨੇਕੀ ਪੁੰਨ ਦਾਨ ਚੰਗੇ ਕਰਮ ਕੀਤੇ ਉਹ ਵੀ ਪਛਤਾਉਂਦੇ ਨੇ। ਪੁੱਛਿਆ ਜੀ ਕਿਉਂ? ਉਹ ਕਿਉਂ ਪਛਤਾਉਂਦੇ ਨੇ? ਕਹਿੰਦੇ ਇਸ ਵਾਸਤੇ ਪਛਤਾਉਂਦੇ ਨੇ ਕਿ ਸਾਨੂੰ ਤਾਂ ਬੜਾ ਲੰਮਾ ਜੀਵਨ ਮਿਲਿਆ ਸੀ, ਤੇ ਇੱਥੇ ਜਿਹੜਾ ਸਵਾਸਾਂ ਰਾਹੀਂ ਪ੍ਰਮਾਤਮਾ ਦਾ ਨਾਮ ਜਪਿਆ, ਜਿੰਨਾ ਕੁ ਉਹਦਾ ਮੁੱਲ ਬੜਾ ਪੈ ਰਿਹਾ। ਇੱਥੇ ਨੇਕੀ ਦਾ ਬੰਦਗੀ ਦਾ ਮੁੱਲ ਬੜਾ ਪੈ ਰਿਹਾ, ਤੇ ਸਾਨੂੰ ਇੰਨਾ ਲੰਮਾ ਜੀਵਨ ਮਿਲਿਆ ਸੀ, ਅਸੀਂ ਅੱਧੀ ਉਮਰ ਤੇ ਸੌਂ ਕੇ ਨਿਗਾਹਤੀ। ਜਿਹੜੀ ਅੱਧੀ ਬਚੀ ਉਹਦੇ ਵਿੱਚੋਂ ਕੁਝ ਬਚਪਨੇ ਵਿੱਚ ਨਿਗਾਹਤੀ, ਕੁਝ ਮੁੜ ਕੇ ਜਵਾਨੀ ਦੀ ਮਸਤੀ ਵਿੱਚ ਲੰਘਾਈ, ਫਿਰ ਵਿਆਹ ਹੋ ਗਿਆ ਤੇ ਬੱਚਿਆਂ ਦੀ ਪਰਵਰਿਸ਼ ਕਰਨ 'ਚ ਮੋਹ 'ਚ ਗਰਸਿਆ ਹੋਇਆਂ ਧੰਦੇ 'ਚ ਫਸ ਕੇ ਲੰਘਾਤੀ। ਪਿਛਲੀ ਉਮਰ ਜਿਹੜੀ ਬਿਰਧ ਅਵਸਥਾ ਝੂਰਦਿਆਂ ਲੰਘਾਤੀ, ਪਹਿਲੇ ਸਮੇਂ ਨੂੰ ਯਾਦ ਕਰ ਕਰਕੇ। ਤੇ ਇੱਥੇ ਤਾਂ ਮੁੱਲ ਬੜਾ ਪੈਂਦਾ ਸੀ, ਅਸੀਂ ਸਾਰੀ ਉਮਰ ਸਫਲੀ ਕਿਉਂ ਨਾ ਕੀਤੀ। ਬਹੁਤੇ ਸਵਾਸ ਜਿਹੜੇ ਸੀ ਉਹ ਵਾਹਿਗੁਰੂ ਦੇ ਭਜਨ 'ਚ ਕਿਉਂ ਨਾ ਲਾਏ। ਇਸ ਤਰ੍ਹਾਂ ਹਜ਼ੂਰ ਕਹਿ ਰਹੇ ਨੇ, ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ। ਜਿਹੜਾ ਜੰਦਾਲ ਜਿੰਦ ਦਾ ਵੈਰੀ ਜਮ ਹੈ ਨਾ, ਉਹਦੇ ਵਸ ਪੈ ਗਿਆ ਤੇ ਫਿਰ ਇਹ ਬਹੁਤ ਪਛਤਾਇਆ ਜੀ। ਅੰਧੇ ਤੂੰ ਬੈਠਾ ਕੰਧੀ ਪਾਹੇ। ਜਿਵੇਂ ਫਰੀਦ ਜੀ ਨੇ ਕਿਹਾ, ਕੰਧੀ ਉੱਤੇ ਰੁਖੜਾ ਕਿਚਰਕ ਬੰਨ੍ਹੈ ਧੀਰ, ਫਰੀਦਾ ਕੱਚਾ ਭਾਂਡਾ ਰੱਖੀਆ ਕਿਚਰ ਤਾਈ ਨੀਰ। ਕਹਿੰਦੇ ਜੀਵ ਦਾ ਇਸ ਤਰ੍ਹਾਂ ਦਾ ਵਾਸਾ ਕਿ ਜਿਵੇਂ ਦਰਿਆ ਜਿਹੜਾ ਵਗਦਾ ਹੁੰਦਾ ਤੇ ਉਹਦੇ ਜਿਹੜੇ ਕਿਨਾਰੇ ਹੁੰਦੇ ਨੇ, ਦਰਿਆ ਦਾ ਜਿਹੜਾ ਜ਼ੋਰ ਆ ਨਾ ਪਾਣੀ ਦਾ, ਉਹ ਛੱਲਾਂ ਵੱਜ ਕੇ ਥੱਲਿਓਂ ਮਿੱਟੀ ਖਰੀ ਹੁੰਦੀ ਹੈ, ਮਿੱਟੀ ਖੁਰ ਜਾਂਦੀ ਹੈ ਤੇ ਉੱਪਰੋਂ ਪੰਧ ਜੀ ਬਣੀ ਹੁੰਦੀ ਹੈ, ਤੇ ਕਿਸੇ ਵੇਲੇ ਵੀ ਉਹ ਦਰਿਆ ਥੱਲੇ ਡਿੱਗ ਸਕਦੀ ਹੈ। ਜਿਹੜੀ ਉਹ ਕੰਧੀ ਉਹਦੀ ਦਰਿਆ ਦਾ ਜਿਹੜਾ ਕਿਨਾਰਾ ਹੈ। ਸੋ ਇਸ ਪ੍ਰਕਾਰ ਕਹਿੰਦੇ ਕੰਧੀ ਦੇ ਉੱਤੇ ਰੁੱਖੜਾ ਜਿਵੇਂ ਰੁੱਖ ਹੋਵੇ ਤੇ ਕਦੋਂ ਤੱਕ ਧੀਰਜ ਬਣ ਸਕਦਾ, ਪਤਾ ਨਹੀਂ ਕਿਸ ਵੇਲੇ ਦਰਿਆ ਦਾ ਚੜ੍ਹ ਕੇ ਆਇਆ, ਛੱਲ ਵੱਡੀ ਵੱਜੀ ਤਾਂ ਕਿਨਾਰਾ ਢਹਿ ਪਏਗਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ, ਅੰਨੇ ਅਗਿਆਨੀ ਜੀਵ ਤੂੰ ਬੈਠਾ ਹੋਇਆ ਕੰਧੀ ਪਾਹੇ। ਤੂੰ ਜਿਹੜਾ ਦਰਿਆ ਦਾ ਕਿਨਾਰਾ ਹੈ ਨਾ ਥੱਲਿਓਂ ਖਰਿਆ ਹੋਇਆ, ਉਸ ਕੰਧੀ ਦੇ ਉੱਤੇ ਦਰਿਆ ਦੇ ਕਿਨਾਰੇ ਦੇ ਪਾਸ ਤੂੰ ਬੈਠਾ ਹੈ। ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ। ਤੂੰ ਭਾਈ ਡਿੱਗ ਪੈਣਾ ਇਸ ਦਰਿਆ ਵਗਦੇ ਕਾਲ ਰੂਪੀ ਦਰਿਆ ਦੇ ਵਿੱਚ। ਇਹ ਸਰੀਰ ਰੂਪੀ ਕਿਨਾਰਾ ਤੇਰਾ, ਜਾਂ ਇਸ ਪ੍ਰਕਾਰ ਦਰਿਆ ਦਾ ਕਿਨਾਰਾ ਜਿਹੜਾ ਉਹਦੇ 'ਤੇ ਤੇਰਾ ਸਰੀਰ ਰੂਪੀ ਰੁੱਖ ਖੜਾ, ਤੇ ਇਸ ਪ੍ਰਕਾਰ ਤੂੰ ਕੰਧੀ 'ਤੇ ਬੈਠਾ ਹੋਇਆ। ਤੇ ਜੇ ਭਾਈ ਤੇਰੇ ਪੂਰਬਲੇ ਚੰਗੇ ਕਰਮ ਹੋਣ, ਉਹਨਾਂ ਅਨੁਸਾਰ ਤੇਰੇ ਮਸਤਕ 'ਤੇ ਲਿਖਿਆ ਹੋਇਆ ਹੋਵੇ,
ਪੂਰਬਲੇ ਚੰਗੇ ਕਰਮਾਂ ਦਾ ਫਲ ਵਜੋਂ ਤੇਰੇ ਮਸਤਕ ਤੇ ਭਾਗ ਲਿਖਿਆ ਹੋਵੇ ਤਾਂ ਗੁਰ ਕਾ ਬਚਨ ਕਮਾਹੇ। ਤੇ ਗੁਰੂ ਸਾਹਿਬ ਦਾ ਦਰਸ਼ਨ ਜੇ ਤੈਨੂੰ ਹੋ ਜਾਏ, ਗੁਰੂ ਸਾਹਿਬ ਦੇ ਬਚਨ ਸੁਣਨ ਨੂੰ ਮਿਲ ਜਾਣ, ਤਾਂ ਗੁਰਾਂ ਦਾ ਬਚਨ ਸੁਣ ਕੇ ਤੂੰ ਕਮਾ ਲਵੇਂ, ਤਾਂ ਭਾਈ ਤੇਰਾ ਛੁਟਕਾਰਾ ਹੋ ਸਕਦਾ। ਰਹਾਓ ਹਰੀ ਨਾਹੀ ਨਹਿ ਡਡਰੀ ਪੱਕੀ ਵੱਢਣਹਾਰ। ਜਿਵੇਂ ਖੇਤੀ ਹੁੰਦੀ ਹੈ ਨਾ, ਕਿਸੇ ਜ਼ਿਮੀਂਦਾਰ ਨੇ ਖੇਤੀ ਬੀਜੀ ਹੁੰਦੀ ਹੈ ਤੇ ਉੱਤੇ ਪਾਬੰਦੀ ਨਹੀਂ ਹੁੰਦੀ ਕਿ ਹਰੀ ਖੇਤੀ ਨੂੰ ਨਹੀਂ ਵੱਢਣਾ, ਜਾਂ ਡਡਰੀ ਜਿਹੜੀ ਅੱਧ ਪੱਕੀ ਹੈ ਸੋ ਉਹ ਨਹੀਂ ਵੱਢਣੀ ਤੇ ਪੱਕੀ ਹੀ ਵੱਢਣੀ ਹੈ, ਨਹੀਂ ਜ਼ਿਮੀਂਦਾਰ ਦੀ ਮਰਜ਼ੀ ਹੈ। ਹਰੀ ਨਾਹੀ ਨਹਿ ਡਡਰੀ, ਹਰੀ ਦੀ ਨਿਆਈ ਬਾਲਕ ਅਵਸਥਾ ਹੈ, ਜ਼ਰੂਰੀ ਨਹੀਂ ਵੀ ਪਰਮੇਸ਼ਰ ਬਾਲਕ ਅਵਸਥਾ 'ਚ ਨਹੀਂ ਸਾਨੂੰ ਮਾਰੇਗਾ, ਤੇ ਡਡਰੀ ਜਿਹੜੀ ਜਵਾਨੀ ਦੀ ਅਵਸਥਾ ਹੈ ਅੱਧ ਪੱਕੀ ਉਦੋਂ ਹੀ ਮਾਰੇਗਾ, ਤੇ ਜਦੋਂ ਫਸਲ ਪੱਕ ਗਈ ਬਿਰਧ ਅਵਸਥਾ ਹੋ ਗਈ ਫੇਰ ਹੀ ਵੱਢੇਗਾ। ਨਹੀਂ, ਲੈ ਦਾਤ ਪਹੁਤਿਆ ਲਾਵੇ ਕਰ ਤਿਆਰ, ਜ਼ਿਮੀਂਦਾਰ ਦੀ ਮਰਜ਼ੀ ਹੈ। ਆਪਣੇ ਲਾਵੇ ਜਿਹੜੇ ਨਾਲ ਕਣਕ ਵੱਢਣ ਵਾਲੇ, ਫਸਲ ਵੱਢਣ ਵਾਲੇ ਲਾਵੇ ਆ, ਉਹਨਾਂ ਨੂੰ ਤਿਆਰ ਕਰਕੇ ਤੇ ਦਾਤਰ ਲੈ ਕੇ ਪਹੁੰਚ ਜਾਂਦਾ ਕਿਨਾਰੇ ਤੇ, ਜੇ ਖੇਤ ਦੇ ਕਿਨਾਰੇ, ਜਾਂ ਹੁਕਮ ਹੋਵਾ ਕਿਰਸਾਨ ਦਾ ਤਾਂ ਲੁਣ ਮਿਲਿਆ ਖੇਤਾਰ। ਤੇ ਇਸ ਪ੍ਰਕਾਰ ਜਦੋਂ ਕਿਰਸਾਨ ਦਾ ਹੁਕਮ ਹੋ ਜਾਂਦਾ ਤੇ ਜਿਹੜੇ ਲਾਵੇ ਨੇ ਉਹ ਲੁਣ ਵੱਢ ਕੇ ਤੇ ਸਾਰੇ ਖੇਤ ਨੂੰ ਫਿਰ ਮਿਣ ਲੈਂਦੇ ਆ ਵੀ ਇੰਨਾ ਖੇਤ ਅਸੀਂ ਵੱਢ ਦਿੱਤਾ। ਸੋ ਇਸ ਪ੍ਰਕਾਰ ਹੀ ਪਰਮੇਸ਼ਰ ਦੀ ਇਹ ਜਿਹੜੀ ਖੇਤੀ ਹੈ, ਜਿਹੜਾ ਸੰਸਾਰ ਹੈ, ਉਹਦੇ ਤੇ ਪਾਬੰਦੀ ਕੋਈ ਨਹੀਂ ਹੈ ਕਿ ਕਦੋਂ ਕਿਸੇ ਨੂੰ ਮਾਰਨਾ, ਜਦੋਂ ਮਰਜ਼ੀ ਉਹ ਮਾਰ ਸਕਦਾ। ਨਹਿ ਬਾਲਕ ਨਹਿ ਜੋਬ ਨਹਿ ਬਿਰਧੀ ਕਛ ਬੰਦ, ਉਹ ਬੇਰਾ ਨਹਿ ਬੂਝੀਆ ਜਵਾਏ ਪਰ ਜਮ ਫੰਦ। ਸੋ ਇਸ ਪ੍ਰਕਾਰ ਭਾਵੇਂ ਬਾਲਕ ਅਵਸਥਾ 'ਚ, ਭਾਵੇਂ ਜਵਾਨੀ 'ਚ, ਭਾਵੇਂ ਬਿਰਧ ਅਵਸਥਾ 'ਚ ਜਾਣਾ ਤਾਂ ਇਸ ਤੋਂ ਹੈ ਹੀ ਆ। ਤੇ ਹਜੂਰ ਹੁਣ ਹਾਲਤ ਬਿਆਨ ਕਰ ਰਹੇ ਨੇ ਸਾਡੇ ਜੀਵਨ ਦੀ। ਪਹਿਲਾ ਪਹਿਰ ਧੰਦਾ ਗਿਆ, ਪਹਿਲਾ ਪਹਿਰ ਤਾਂ ਇਹਦੀ ਰਾਤ ਦਾ, ਇੱਕ ਰਾਤ ਦਾ, ਜਿਵੇਂ ਦਿਨ ਵੇਲੇ ਕੰਮ ਧੰਦੇ ਕਰਦਾ, ਦਿਨ ਜੇ ਰਾਤ ਜੇ ਸੋਵੇ ਦਿਨ ਕਰਹਿ ਕਾਮ, ਇਖਨ ਲਿਹਨ ਹਰ ਕੋ ਨਾਮ। ਸੋ ਇਸ ਪ੍ਰਕਾਰ ਪਹਿਲਾ ਪਹਿਰ ਰਾਤ ਦਾ ਜਿਹੜਾ ਨਾ, ਉਹ ਧੰਦਿਆਂ ਨੂੰ ਸੋਚਦਿਆਂ ਲੰਘ ਗਿਆ, ਇੰਨਾ ਕੰਮ ਅੱਜ ਕਰ ਲਿਆ, ਇੰਨੇ ਹੋਰ ਕਰਨੇ ਹਨ ਕੱਲ੍ਹ ਨੂੰ। ਦੂਜਾ ਭਰ ਸੋਇਆ, ਭਰ ਨੀਂਦ ਵਿੱਚ ਆ ਕੇ ਦੂਜੇ ਪਹਿਰ 'ਚ ਸੌਂ ਗਿਆ। ਤੀਜਾ ਝਾਖ ਝਖਾਇਆ, ਤੇ ਤੀਜੇ ਪਹਿਰ 'ਚ ਝਖਾਂ ਝਖਾਉਂਦਿਆਂ ਲੰਘਿਆ ਸਮਾਂ ਇਹਦਾ। ਸੋ ਇਸ ਪ੍ਰਕਾਰ ਝੱਖ ਮਾਰਦਿਆਂ ਵਿਕਾਰਾਂ 'ਚ ਗਰਸਿਆ ਹੋਇਆਂ ਚੌਥਾ ਭੋਰ ਭਇਆ, ਤੇ ਚੌਥਾ ਪਹਿਰ ਹੁੰਦਿਆਂ ਮੁੜ ਕੇ ਸਵੇਰ ਹੋ ਗਈ। ਸੋ ਇਸ ਪ੍ਰਕਾਰ ਕਦੇ ਹੀ ਚਿੱਤ ਨਾ ਆਇਓ ਜਿਨ ਜੀਓ ਪਿੰਡ ਦੀਆ, ਕਦੇ ਵੀ ਇਹਨੂੰ ਚਿੱਤ ਵਿੱਚ ਚੇਤੇ ਨਹੀਂ ਆਇਆ ਪ੍ਰਮਾਤਮਾ ਜਿਹਨੇ ਜਿੰਦ ਤੇ ਪਿੰਡ ਸਰੀਰ ਨੂੰ ਦਿੱਤਾ ਹੋਇਆ। ਇਹ ਇਸ ਪ੍ਰਕਾਰ ਆਪਣਾ ਜੀਵਨ ਹੀ ਸਾਰਾ ਵਿਅਰਥ ਗਵਾ ਜਾਂਦਾ ਹੈ। ਸੋ ਇਸ ਤਰ੍ਹਾਂ ਮਾਨੋ ਕਿ ਚਾਰ ਪਹਿਰ ਦੀ ਜ਼ਿੰਦਗੀ ਦੇ, ਰਾਤ ਦੇ ਚਾਰ ਪਹਿਰ ਜਿਵੇਂ ਹੁੰਦੇ ਆ, ਇਸ ਤਰ੍ਹਾਂ ਦੀ ਜ਼ਿੰਦਗੀ ਹੈ। ਇੱਕ ਪਹਿਰ ਤਾਂ ਇਹਦਾ ਧੰਦਿਆਂ 'ਚ ਗਲਤਾਨ ਹੋ ਗਿਆ, ਦੂਜਾ ਫਿਰ ਮੋਹ ਦੇ ਵਿੱਚ ਸੁੱਤਿਆਂ ਹੋਇਆਂ ਲੰਘਾ ਲਿਆ, ਤੀਜੇ ਪਹਿਰ 'ਚ ਫਿਰ ਝਖਾਂ ਝਖਾਉਣੀਆਂ, ਬਹੁਤਾ ਬੋਲਦਾ, ਆਹ ਹੱਥੀਂ ਕੁਛ ਕਰ ਨਹੀਂ ਸਕਦਾ, ਤੇ ਇਸ ਤਰ੍ਹਾਂ ਬਹੁਤਾ ਬਕਵਾਸ ਕਰਦਾ, ਬੋਲਦਾ, ਕਹਿੰਦੇ ਐਵੇਂ ਬੁੱਢਾ ਰੌਲਾ ਪਾਈ ਜਾਂਦਾ। ਤੇ ਚੌਥਾ ਜਦੋਂ ਬਿਲਕੁਲ ਬਿਰਧ ਅਵਸਥਾ ਹੋ ਗਈ, ਸਿਰ ਧੁੰਨ ਲੱਗ ਪਿਆ, ਫਿਰ ਅੱਗੇ ਭੋਰ ਦਿਨ ਚੜ੍ਹ ਗਿਆ, ਕਾਲ ਰੂਪੀ ਦਿਨ ਚੜ੍ਹ ਗਿਆ। ਤੇ ਇਸ ਤਰ੍ਹਾਂ ਜੀਵਨ ਗੁਜ਼ਾਰਿਆ। ਕਦ ਹੀ ਚਿੱਤ ਨਾ ਆਇਓ ਜਿਨ ਜੀਓ ਪਿੰਡ ਦੀਆ, ਜਿਸ ਪ੍ਰਮਾਤਮਾ ਨੇ ਜੀਓ ਜਿੰਦ ਤੇ ਪਿੰਡ ਸਰੀਰ ਦਿੱਤਾ ਸੀ, ਉਹ ਕਦੇ ਵੀ ਇਹਨੂੰ ਚਿੱਤ ਵਿੱਚ ਚੇਤੇ ਨਹੀਂ ਆਇਆ। ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ। ਸ੍ਰੀ ਗੁਰੂ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਕਿ ਸਾਧ ਸੰਗਤ ਵਿੱਚ ਆ ਕੇ ਜਿੱਥੋਂ ਦਾਤ ਮਿਲਦੀ ਹੈ, ਪਰਮੇਸ਼ਰ ਦੇ ਨਾਮ ਦਾ ਜਪਣ ਦਾ ਸੁਭਾਅ ਬਣਦਾ, ਉਹ ਸਾਧ ਸੰਗਤ ਉੱਤੋਂ ਮੈਂ ਵਾਰਿਆ ਫੇਰਿਆ ਜਾਵਾਂ, ਉਸ ਤੋਂ ਆਪਣਾ ਜੀਓ ਜਿੰਦ ਮਨ ਹੀ ਕੁਰਬਾਨ ਕਰ ਦਿਆਂ। ਜਿਸ ਤੇ ਸੋਝੀ ਮਨ ਪਈ ਮਿਲਿਆ ਪੁਰਖ ਸੁਜਾਨ। ਜਿਸ ਸਾਧ ਸੰਗਤ ਤੋਂ ਮੈਨੂੰ ਸੋਝੀ ਪ੍ਰਾਪਤ ਹੋਈ, ਮਨ ਦੇ ਅੰਦਰ ਗਿਆਤ ਹੋਈ, ਤੇ ਉਸ ਗਿਆਤ ਰਾਹੀਂ ਬੰਦਗੀ ਕੀਤੀ, ਸਿਮਰਨ ਕੀਤਾ, ਵਾਹਿਗੁਰੂ ਨੂੰ ਚੇਤੇ ਕੀਤਾ, ਤਾਂ ਜਿਹੜਾ ਸੁਜਾਨ ਦਾਨਾ ਪੁਰਖ ਪਰਮੇਸ਼ਰ, ਸਭ ਤੋਂ ਸਿਆਣਾ, ਸਭ ਤੋਂ ਸੁਜਾਨ ਸਮਝਦਾਰ ਵਾਹਿਗੁਰੂ ਅਕਾਲ ਪੁਰਖ ਅੰਦਰ ਦੀਆਂ ਜਾਣਨ ਵਾਲਾ, ਉਹ ਮਿਲ ਗਿਆ। ਨਾਨਕ ਡਿੱਠਾ ਸਦਾ ਨਾਲ ਹਰ ਅੰਤਰਜਾਮੀ ਜਾਣ। ਹਜ਼ੂਰ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਹਰੀ ਜੋ ਅੰਤਰਜਾਮੀ ਜਾਣਨ ਵਾਲਾ ਸਭ ਦੇ ਦਿਲਾਂ ਦੀਆਂ, ਜਿਸ ਨੂੰ ਅੰਤਰਜਾਮੀ ਜਾਣਿਆ ਜਾਂਦਾ, ਉਹ ਡਿੱਠਾ ਸਦਾ ਨਾਲ। ਵਾਹਿਗੁਰੂ ਪਰਮਾਤਮਾ ਨੂੰ ਹਮੇਸ਼ਾ ਨਾਲ ਵਸਦਾ ਅਸੀਂ ਜਾਣ ਲਿਆ ਵੀ ਹਮੇਸ਼ਾ ਅੰਗ ਸਦਾ ਅੰਗ ਸੰਗੇ ਭੰਗੰ ਬਭੂਤੇ। ਸੋ ਇਸ ਪ੍ਰਕਾਰ ਸਦਾ ਹੀ ਅੰਗ ਸੰਗ ਵਸਦਾ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਨ ਕਰਦੇ ਹਨ, ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ। ਸਾਰੀਆਂ ਗੱਲਾਂ ਭਾਵੇਂ ਸੰਸਾਰ ਦੀਆਂ ਭੁੱਲ ਜਾਣ, ਪਰ ਇੱਕ ਵਾਹਿਗੁਰੂ ਪਰਮਾਤਮਾ ਨਹੀਂ ਵਿਸਰਨਾ ਚਾਹੀਦਾ। ਇੱਕੋ ਵਾਹਿਗੁਰੂ ਦਾ ਨਾਮ ਪਰਮਾਤਮਾ ਨਾ ਵਿਸਰ ਜਾਏ। ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸੁਆਓ।
ਸਾਡੇ ਮਨ ਦੇ ਅੰਦਰੋਂ ਜਿਨ੍ਹਾਂ ਸਤਿਗੁਰਾਂ ਨੇ ਸਾਰਾ ਧੰਦਾ ਮਤਲਬ ਫਸੌਤੀ, ਸਾਰਾ ਪੁਆੜਾ ਜਿਹੜਾ ਜਿਹਨੂੰ ਪੁਆੜਾ ਕਿਹਾ ਜਾਂਦਾ, ਨਾ ਚਾਹੁੰਦਿਆਂ ਹੋਇਆਂ ਫਸੇ ਰਹਿਣਾ ਕਿਸੇ ਕੰਮ 'ਚ, ਉਹਨੂੰ ਧੰਦਾ ਕਹਿੰਦੇ ਨੇ। ਸੋ ਇਸ ਪ੍ਰਕਾਰ ਧੰਦਾ ਕਜੀਆ ਪੁਆੜਾ ਗਲ ਜਿਹੜਾ ਪਿਆ ਹੋਇਆ ਉਹ ਸਾਰਾ ਜਲਾ ਕੇ ਸਾੜ ਕੇ ਬੇਪਰਵਾਹ ਕਰਤਾ ਸਤਿਗੁਰਾਂ। ਗੁਰਨਾਮ ਦੀ ਆ ਸੱਚ ਸੁਆਓ। ਤੇ ਸਤਿਗੁਰਾਂ ਨੇ ਐਸਾ ਨਾਮ ਦਿੱਤਾ ਹੈ ਜੋ ਸਾਡੇ ਜੀਵਨ ਦਾ ਸੱਚਾ ਪ੍ਰਯੋਜਨ ਹੈ। ਸੁਆਓ ਦਾ ਅਰਥ ਸਵਾਦ ਹੁੰਦਾ ਤੇ ਸੁਆਓ ਦਾ ਅਰਥ ਹੈ ਪ੍ਰਯੋਜਨ, ਜਿਸ ਵਾਸਤੇ ਅਸੀਂ ਆਏ ਹਾਂ। ਮਨੋਰਥ ਵੀ ਕਿਹਾ ਲੈ ਜਾਂਦਾ ਇਸ ਵਚਨ ਨੂੰ। ਸੁਆਓ ਦਾ ਅਰਥ ਮਨੋਰਥ, ਪ੍ਰਯੋਜਨ। ਜਿਹੜੇ ਸਾਡੇ ਜੀਵਨ ਦਾ ਮਨੋਰਥ ਹੈ ਉਹ ਸੱਚ ਸੁਆਓ। ਜਿਹੜਾ ਸੱਚਾ ਪ੍ਰਯੋਜਨ ਹੈ, ਸੱਚਾ ਮਨੋਰਥ ਹੈ, ਉਹ ਨਾਮ ਜਪਣਾ ਹੈ। ਤਾਂ ਗੁਰੂ ਮਹਾਰਾਜ ਨੇ ਉਹ ਨਾਮ ਬਖਸ਼ ਦਿੱਤਾ। ਆਸਾ ਸਭੇ ਲਾਹੇ ਕਾ ਇੱਕਾ ਆਸ ਕਮਾਓ। ਹੁਣ ਸਾਰੀਆਂ ਬਾਕੀ ਆਸਾਂ ਨੂੰ ਲਾਹ ਕੇ ਮੇਟ ਕੇ ਮਨ ਵਿੱਚੋਂ ਤੇ ਇੱਕੋ ਵਾਹਿਗੁਰੂ ਦੇ ਦਰ ਦੀ ਬਖਸ਼ਿਸ਼ ਦੀ ਆਸ ਜਿਹੜੀ ਆ ਉਹਦੀ ਕਮਾਈ ਕਰ ਰਹੇ ਹਾਂ। ਇੱਕ ਹੀ ਆਸ ਨੂੰ ਕਮਾ ਰਹੇ ਹਾਂ। ਆਸਾ ਕਰਤਾ ਜਗ ਮੁਆ, ਆਸਾ ਮਰਾ ਨਾ ਜਾਏ, ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿਤ ਲਾਏ। ਸੋ ਇਸ ਪ੍ਰਕਾਰ ਆਸਾ ਵਿੱਚ ਅਤ ਦੁੱਖ ਘਣਾ ਮਨਮੁਖ ਚਿਤ ਲਾਇਆ, ਗੁਰਮੁਖ ਭਏ ਨਿਰਾਸ ਪਰਮ ਸੁਖ ਪਾਇਆ। ਜਿਨੀ ਸਤਿਗੁਰ ਸੇਵਿਆ ਤਨ ਅੱਗੇ ਮਿਲਿਆ ਥਾਉ। ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਸੇਵਿਆ ਹੈ, ਸਿਮਰਿਆ ਹੈ, ਸਤਿਗੁਰਾਂ ਦੇ ਆਖੇ ਲੱਗ ਕੇ ਸੇਵਾ ਕਮਾਈ ਹੈ, ਉਹਨਾਂ ਨੂੰ ਅੱਗੇ ਅਗਲੇ ਜਹਾਨ ਵਿੱਚ ਥਾਂ ਮਿਲ ਗਿਆ। ਸਤਿਕਾਰ ਨਾਲ ਬੈਠਣ ਲਈ ਜਗ੍ਹਾ ਮਿਲੀ ਹੈ ਵਾਹਿਗੁਰੂ ਦੀ ਦਰਗਾਹ ਵਿੱਚ। ਮਨ ਮੇਰੇ ਕਰਤੇ ਨੂੰ ਸਲਾਹੇ। ਹਜ਼ੂਰ ਕਹਿੰਦੇ ਆਪਣੇ ਮਨ ਨੂੰ ਸਮਝਾ ਲਓ ਭਾਈ। ਕਹੋ ਹੈ ਮੇਰੇ ਮਨਾ, ਕਰਤੇ ਅਕਾਲ ਪੁਰਖ ਪਰਮਾਤਮਾ ਨੂੰ ਸਲਾਉਣ ਲੱਗ ਜਾ। ਵਾਹਿਗੁਰੂ ਦੀਆਂ ਵਡਿਆਈਆਂ ਬੋਲਿਆ ਕਰ, ਗੁਣ ਗਾਇਆ ਕਰ, ਸੁਣਿਆ ਕਰ। ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ। ਸਾਰੀਆਂ ਮਨ ਦੀਆਂ ਚਤੁਰਾਈਆਂ ਸਿਆਣਪਾਂ ਨੂੰ ਛੱਡ ਦੇ। ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ। ਸਹਿ ਸਿਆਣਪ ਪਵੈ ਨਾ ਤਾਓ, ਚਤੁਰਾਈ ਨਾ ਚਤੁਰਭੁਜ ਪਾਈ ਹੈ। ਇਸ ਪ੍ਰਕਾਰ ਸਾਰੀਆਂ ਮਨ ਦੀਆਂ ਸਿਆਣਪਾਂ ਛੱਡ ਕੇ ਸਤਿਗੁਰਾਂ ਦੇ ਪੈਰੀਂ ਪੈ ਜਾ। ਸਤਿਗੁਰਾਂ ਦੇ ਚਰਨੀ ਪਾ ਦੇ ਆਪਣੇ ਆਪ ਨੂੰ। ਸਤਿਗੁਰਾਂ ਦੇ ਚਰਨਾਂ ਵਿੱਚੋਂ ਪਾਹੇ ਪਾ ਲਏਗਾ ਦਾਤ ਨੂੰ। ਰਹਾਓ ਦੁੱਖ ਭੁੱਖ ਨਹਿ ਵਿਆਪਈ, ਜੇ ਸੁਖ ਦਾਤਾ ਮਨ ਹੋਏ। ਜੇ ਸੁਖਾਂ ਦਾ ਦਾਤਾ ਪਰਮੇਸ਼ਰ ਅਕਾਲ ਪੁਰਖ ਮਨ ਵਿੱਚ ਵਸ ਜਾਏ, ਭਾਵ ਸੁਖ ਦਾਤੇ ਵਾਹਿਗੁਰੂ ਦਾ ਸੁਖ ਦਾਤਾ ਨਾਮ ਜੇ ਮਨ ਵਿੱਚ ਹੋਵੇ, ਤਾਂ ਫਿਰ ਨਾ ਦੁੱਖ ਤੇ ਨਾ ਭੁੱਖ ਹੀ ਵਿਆਪਦੇ ਨੇ। ਭੁੱਖ ਦਾ ਅਰਥ ਹੈ ਤ੍ਰਿਸ਼ਨਾ। ਨਾ ਵਾਹਿਗੁਰੂ ਵੱਲੋਂ ਵਿਛੋੜੇ ਦਾ ਜਿਹੜਾ ਦੁੱਖ ਹੈ ਉਹ ਦੁੱਖ ਅਨੇਕਾਂ, ਖੁੱਖੇ ਨੂੰ ਔਂਕੜ ਨਹੀਂ ਹੈ। ਦੁੱਖ ਬਾਹਲੇ ਦੁੱਖ ਜਿਹੜੇ ਸੰਸਾਰ ਦੇ ਵਿੱਚ ਨੇ ਉਹ ਸਾਰੇ ਦੁੱਖ ਵੀ ਨਹੀਂ ਜ਼ੋਰ ਪਾਉਣਗੇ, ਨਾ ਵਿਆਪੇ ਨਹੀਂ ਚੰਬੜਨਗੇ, ਤੇ ਨਾ ਹੀ ਭੁੱਖ ਜਿਹੜੀ ਤ੍ਰਿਸ਼ਨਾ ਪਦਾਰਥਾਂ ਦੀ ਉਹ ਰਹਿ ਜਾਏਗੀ। ਕਿਤ ਹੀ ਕੰਮ ਨਾ ਛਿਜੀਐ ਜਾਂ ਹਿਰਦਾ ਸੱਚਾ ਸੋਏ। ਕਿਸੇ ਵੀ ਕੰਮ ਦੁਆਰਾ, ਜਿਹੜਾ ਵੀ ਕੰਮ ਅਸੀਂ ਕਿਸੇ ਕੰਮ 'ਚ ਵੀ ਕਰਦੇ ਹੋਏ ਵਿਚਰਦੇ ਹੋਏ ਛਿਜੀਐ ਨਾਸ ਨਹੀਂ ਹੋਵਾਂਗੇ। ਜਾਂ ਹਿਰਦਾ ਸੱਚਾ ਸੋਏ। ਜੇ ਹਿਰਦੇ ਦੇ ਅੰਦਰ ਸੱਚਾ ਸੋਈ ਪ੍ਰਮਾਤਮਾ ਅਕਾਲ ਪੁਰਖ ਵਸਿਆ ਹੋਇਆ, ਤਾਂ ਫਿਰ ਨਾਸ ਨਹੀਂ ਹੋਵਾਂਗੇ। ਸਦਾ ਵਾਸਤੇ ਅਮਰਤੀਤ ਪਦਵੀ ਮਿਲ ਜਾਏਗੀ। ਕੋਈ ਵੀ ਕੰਮ ਅਧੂਰਾ ਨਹੀਂ ਰਹਿ ਜਾਏਗਾ। ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੈ ਕੋਏ। ਹੇ ਵਾਹਿਗੁਰੂ ਪ੍ਰਮਾਤਮਾ, ਜਿਸ ਦੇ ਤਾਈਂ ਵਾਹਿਗੁਰੂ ਜੀ ਤੁਸੀਂ ਆਪਣੀ ਕਿਰਪਾ ਰੂਪੀ ਹੱਥ ਦੇ ਕੇ ਰੱਖ ਲੈਂਦੇ ਹੋ, ਬਚਾ ਲੈਂਦੇ ਹੋ, ਤਿਸ ਮਾਰ ਨਾ ਸਕੈ ਕੋਏ। ਉਸ ਨੂੰ ਕੋਈ ਨਹੀਂ ਮਾਰ ਸਕਦਾ। ਜਿਵੇਂ ਸ਼ਲੋਕ ਸਹਿਸਕ੍ਰਿਤੀ ਵਿੱਚ 2 ਸ਼ਲੋਕ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਤੇ ਉਹਨਾਂ ਵਿੱਚ ਸਤਿਗੁਰੂ ਮਹਾਰਾਜ ਨੇ ਦੱਸਿਆ ਹੈ ਕਿ ਜਿਸ ਦੀ ਰਾਖੀ ਪ੍ਰਮਾਤਮਾ ਕਰਦਾ ਹੈ ਉਹਨੂੰ ਕੋਈ ਨਹੀਂ ਮਾਰ ਸਕਦਾ, ਤੇ ਜਿਸ ਨੂੰ ਵਾਹਿਗੁਰੂ ਮਾਰਨਾ ਚਾਹੇ ਉਹਨੂੰ ਬਚਾ ਕੋਈ ਨਹੀਂ ਸਕਦਾ। ਜਿਵੇਂ ਬਚਨ ਮ੍ਰਿਗੀ ਪੇਖੰਤ ਬੱਧਕ ਪ੍ਰਹਾਰੇਣ ਲਖ ਆਵਦ ਹੈ, ਅਹੋ ਜਸ ਰਖੇਣ ਗੋਪਾਲੈ ਨਾਨਕ ਰੋਮ ਨਾ ਛੇਦਿਆ ਤੇ। और दूसरा श्लोक है, बहु जतन करता बलवंतकारी सेवंत सूरा चतुर्दशा बिखम स्थान बसंत ऊंचा न सिमरंत मरणं कदांचा होवंत आग्या भगवान पुरख है नानक कीटी सास अकरख ते। सो इस तरह मिर्गी जिहड़ी सी जंगल च ते उस वेले चार च फिरे, ਉਹਦੇ ਇੱਕ ਪਾਸੇ ਅੱਗ ਲੱਗੀ ਹੋਈ, ਇੱਕ ਪਾਸੇ ਜਾਲ ਤਣਿਆ ਹੋਇਆ, ਇੱਕ ਪਾਸੇ ਸ਼ਿਕਾਰੀ ਖੜਾ ਸੀ ਤੇ ਇੱਕ ਪਾਸੇ ਕੁੱਤਾ ਖੜਾ ਸੀ। ਪਰ ਉਸ ਹਿਰਨੀ ਨੇ ਕਿਹਾ ਹੁਣ ਕਿਸੇ ਪਾਸੇ ਵੀ ਬਚਾਅ ਦਾ ਰਾਹ ਨਹੀਂ। ਵਾਹਿਗੁਰੂ ਨੂੰ ਚੇਤੇ ਕੀਤਾ ਤਾਂ ਉਸ ਵੇਲੇ ਬੱਦਲੀ ਚੜ੍ਹ ਕੇ ਆਈ, ਹਵਾ ਚੱਲੀ ਤੇ ਅੱਗ 'ਚ ਪੈ ਕੇ ਜਾਲੀ ਸੜ ਗਈ। ਬੱਦਲੀ ਚੜ੍ਹ ਕੇ ਆਈ ਤੇ ਅੱਗ ਬੁਝ ਗਈ ਮੀਂਹ ਪੈਣ ਨਾਲ। ਤਾਂ ਉਸ ਵੇਲੇ ਸ਼ਿਕਾਰੀ ਲੱਗਾ ਤੀਰ ਮਾਰਨ, ਖੱਡ 'ਚੋਂ ਸੱਪ ਨਿਕਲ ਕੇ ਉਹਦੇ ਪੈਰ 'ਤੇ ਡੰਗ ਮਾਰਦਾ, ਉਹਦਾ ਹੱਥ ਲੱਗਿਆ ਤੇ ਵੱਜਾ ਜਾ ਕੇ ਤੀਰ ਕੁੱਤੇ ਨੂੰ, ਤੇ ਸੱਪ ਲੜਨ ਕਰਕੇ ਸ਼ਿਕਾਰੀ ਵੀ ਮਰ ਗਿਆ। ਚਾਰੇ ਰਾਹ ਖੁੱਲ੍ਹ ਗਏ।
ਫਿਰ ਇਹਨੂੰ ਭੱਜਣ ਦੀ ਲੋੜ ਨਾ ਪਈ, ਕਿਉਂਕਿ ਰੱਖਿਆ ਕੀਤੀ ਵਾਹਿਗੁਰੂ ਨੇ। ਤੇ ਜਿਹੜਾ ਸੀ ਪ੍ਰੀਸ਼ਤ ਰਾਜਾ, ਇਹ ਗੰਗਾ ਦੀਆਂ ਲਹਿਰਾਂ ਦੇ ਵਿੱਚ ਉਹਨੇ ਕੱਚ ਸ਼ੀਸ਼ੇ ਦਾ ਮਕਾਨ ਬਣਾਇਆ ਸੀ, ਤੇ ਮੈਨੂੰ ਸਰਾਪ ਹੋ ਗਿਆ, ਹੁਣ ਮਾਰ ਨਹੀਂ ਸਕੇਗਾ ਕੋਈ। ਪਰ ਫਿਰ ਵੀ ਜਿਹੜਾ ਤਸ਼ਕ ਨਾਗ ਸੀ ਉਹ ਫੁੱਲ ਦੇ ਵਿੱਚ ਕੀੜੀ ਬਣ ਕੇ ਬਹਿ ਗਿਆ ਸੀ। ਤੇ ਜਿਸ ਵੇਲੇ ਸ਼੍ਰੀਮਦ ਭਾਗਵਤ ਗ੍ਰੰਥ ਦਾ ਭੋਗ ਪਿਆ ਹੈ 8ਵੇਂ ਦਿਨ, ਤੇ ਉਸ ਵੇਲੇ ਉੱਥੇ ਪਹੁੰਚ ਗਏ ਫੁੱਲ, ਉਹੀ ਫੁੱਲ ਲੈ ਕੇ ਸੁੰਘਣ ਲੱਗਾ ਤੇ ਨੱਕ 'ਚ ਡੰਗ ਮਾਰਿਆ ਸੀ ਤਸ਼ਕ ਨਾਗ ਨੇ। ਇਸ ਤਰ੍ਹਾਂ ਪ੍ਰੀਸ਼ਤ ਰਾਜਾ ਮਰ ਗਿਆ ਸੀ। ਇਸ ਪ੍ਰਕਾਰ ਹਜੂਰ ਕਹਿੰਦੇ ਨੇ, ਜਿਸ ਦੇ ਤਾਈਂ ਤੁਸੀਂ ਹੱਥ ਦੇ ਕੇ ਰੱਖ ਲੈਂਦੇ, ਬਚਾ ਲੈਂਦੇ, ਉਸ ਨੂੰ ਕੋਈ ਨਹੀਂ ਮਾਰ ਸਕਦਾ। ਸੁਖ ਦਾਤਾ ਗੁਰ ਸੇਵੀਐ, ਸਭ ਔਗਣ ਕੱਢੈ ਧੋਏ। ਸੁਖਾਂ ਦੇ ਦਾਤੇ ਸਤਿਗੁਰੂ ਨੂੰ ਜੇ ਸੇਵੀਏ, ਸਿਮਰੀਏ, ਸਤਿਗੁਰਾਂ ਦੇ ਆਖੇ ਲਾ ਕੇ ਸੇਵਾ ਭਗਤੀ ਕਮਾ ਲਈਏ, ਤਾਂ ਸਾਰੇ ਅਵਗੁਣ ਧੋ ਕੇ ਅੰਦਰੋਂ ਕੱਢ ਦਿੰਦੇ ਆ ਸੱਚੇ ਪਾਤਸ਼ਾਹ। ਨਾਮ ਦਾ ਸਾਬਣ ਲਾ ਕੇ, ਪ੍ਰੇਮ ਦਾ ਸਾਬਣ ਲਾ ਕੇ, ਨਾਮ ਰੂਪੀ ਜਲ ਨਾਲ, ਪ੍ਰੇਮ ਦੇ ਸਾਬਣ ਨਾਲ ਸੱਚੇ ਪਾਤਸ਼ਾਹ ਮਨ ਧੋ ਕੇ ਸਾਰੇ ਅਵਗੁਣ ਵਿੱਚੋਂ ਕੱਢ ਦਿੰਦੇ ਆ ਬਖਸ਼ਿਸ਼ ਕਰਕੇ। ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸੇਵਾ ਮੰਗੈ ਸੇਵਕੋ, ਲਾਈਆਂ ਆਪਣੀ ਸੇਵ। ਜਿਹੜੀਆਂ ਸੇਵਕ ਬਣ ਕੇ ਸੇਵਾ ਮੰਗਦੀਆਂ ਹਨ ਜੀਵ ਰੂਪ ਇਸਤਰੀਆਂ, ਉਹਨਾਂ ਨੂੰ ਪ੍ਰਮਾਤਮਾ ਨੇ ਆਪਣੀ ਸੇਵਾ ਭਗਤੀ 'ਚ ਲਾ ਦਿੱਤਾ ਹੈ। ਸਾਧੂ ਸੰਗ ਮਸਕਤੇ ਤੂਠੈ ਪਾਵਾਂ ਦੇਵ। ਸਾਧੂ ਜਨਾਂ ਦੀ ਸੰਗਤ ਵਿੱਚ ਵਸ ਕੇ ਜਿਹੜੀ ਮਿਹਨਤ ਸਫਲੀ ਹੋਈ ਹੈ, ਇਸ ਪ੍ਰਕਾਰ ਉਹਦੇ ਵਾਹਿਗੁਰੂ ਦੇ ਤੁੱਠਣ ਨਾਲ ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਸਭ ਕਿਛ ਵਸਗਤ ਸਾਹਿਬ ਆਪੇ ਕਰਨ ਕਰੇ। ਸਭ ਕੁਝ ਪਰਮਾਤਮਾ ਸਾਹਿਬ ਅਕਾਲ ਪੁਰਖ ਦੇ ਵਸ ਵਿੱਚ ਹੈ। ਆਪ ਹੀ ਕਾਰਜਾਂ ਨੂੰ ਕਰਨ ਵਾਲਾ, ਆਪ ਹੀ ਕਾਰਨ ਰੂਪ ਹੈ। ਸੋ ਇਸ ਪ੍ਰਕਾਰ ਆਪ ਹੀ ਕਰਨ ਵਾਲਾ, ਆਪ ਕਰਾਉਣ ਵਾਲਾ ਸਾਰਿਆਂ ਸੇਵਕਾਂ ਤੋਂ, ਸਾਰੀ ਸ੍ਰਿਸ਼ਟੀ ਦੇ ਜੀਆਂ ਕੋਲੋਂ। ਕਰਨ ਕਰਾਵਨਹਾਰ ਪ੍ਰਭ ਸੁਆਮੀ, ਸਤਿਗੁਰ ਕੈ ਬਲਿਹਾਰਣ ਮਨਸਾ ਸਭ ਪੂਰੇਵ। ਕਹਿੰਦੇ ਐਸੇ ਸਤਿਗੁਰਾਂ ਤੋਂ ਬਲਿਹਾਰ ਕੁਰਬਾਨ ਜਾਈਏ ਜੋ ਸਾਰੇ ਮਨ ਦੀਆਂ ਮਨਸਾਵਾਂ, ਇੱਛਾਵਾਂ ਨੂੰ ਪੂਰੀਆਂ ਕਰਨ ਵਾਲੇ ਹਨ। ਇੱਕੋ ਦਿਸੈ ਸੱਜਣੋ, ਇੱਕੋ ਭਾਈ ਮੀਤ। ਇੱਕ ਹੀ ਸੱਜਣ ਦਿਸਦਾ, ਇੱਕ ਹੀ ਭਰਾ ਤੇ ਮਿੱਤਰ ਦਿਸਦਾ ਸਾਨੂੰ ਵਾਹਿਗੁਰੂ ਪਰਮਾਤਮਾ। ਸਭਨਾ 'ਚ ਉਸੇ ਦੀ ਜੋਤ ਹੈ। ਇੱਕ ਸਹਿ ਦੀ ਸਮੱਗਰੀ, ਇੱਕ ਸਹਿ ਦੀ ਹੈ ਰੀਤ। ਇੱਕੋ ਦੀ ਸਾਰੀ ਸੰਸਾਰ ਵਿੱਚ ਜਿੰਨੀ ਮਾਇਆ ਪਸਰੀ ਹੈ, ਸਮੱਗਰੀ ਉਸੇ ਦੀ ਹੈ। ਤੇ ਇੱਕੋ ਪਰਮਾਤਮਾ ਦੀ ਹੀ ਸਾਰੀ ਰੀਤ ਮਰਯਾਦਾ ਸੰਸਾਰ 'ਚ ਲਾਗੂ ਹੈ। ਇੱਕ ਸਸਿਓ ਮਨ ਮਾਨਿਆ ਤਾਂ ਹੋਵਾ ਨਿਚਲ ਚੀਤ। ਇੱਕ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਮਨ ਮੰਨ ਗਿਆ ਤਾਂ ਚਿੱਤ ਨਿਚਲ ਹੋ ਗਿਆ। ਸੋ ਇਸ ਪ੍ਰਕਾਰ ਗੁਰਮੁਖ ਨਿਚਲ ਚਿੱਤ ਨ ਹੱਲੇ ਹੱਲਿਆ। ਇਸ ਤਰ੍ਹਾਂ ਚਿੱਤ ਜਿਹੜਾ ਨਿਚਲ ਅਚਲ ਹੋ ਗਿਆ ਵਾਹਿਗੁਰੂ ਨਾਲ। ਡਿਗਨ ਡੋਲਾ ਤੌਲੋ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰੇ ਆਪਣੇ ਪਾਏ ਬਿਸਰਾਮਾ। ਇਸ ਪ੍ਰਕਾਰ ਵਿਸ਼ਰਾਮ ਟਿਕਾ 'ਚ ਆ ਗਿਆ। ਚਿੱਤ ਕਿਸੇ ਦੇ ਹਿਲਾਇਆ ਹਿਲਦਾ ਨਹੀਂ, ਚਲਾਇਆ ਚੱਲਦਾ ਨਹੀਂ। ਪਹਾੜ ਵਰਗਾ ਅਚਲ ਹੋ ਗਿਆ ਹੈ ਚਿੱਤ ਪਰਮਾਤਮਾ ਨਾਲ ਜੁੜਿਆ ਹੋਇਆ। ਸੱਚ ਖਾਣਾ ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਹਜੂਰ ਕਹਿੰਦੇ ਹੁਣ ਸਾਡਾ ਖਾਣਾ ਪੀਣਾ ਸੱਚ ਹੈ ਪਰਮੇਸ਼ਰ ਦਾ ਨਾਮ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਸੋ ਇਸ ਪ੍ਰਕਾਰ ਹਰ ਨਾਮ ਹਮਾਰਾ ਵਣਜ, ਹਰ ਨਾਮ ਵਪਾਰ, ਹਰ ਨਾਮੈ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ। ਇਸ ਤਰ੍ਹਾਂ ਸੱਚ ਹੀ ਖਾਣਾ ਹੈ, ਸੱਚ ਹੀ ਪਹਿਨਣਾ ਸਾਡਾ ਬਸਤਰ। ਟੇਕ ਨਾਨਕ ਸੱਚ ਕੀਤ। ਤੇ ਸੱਚ ਸਰੂਪ ਵਾਹਿਗੁਰੂ ਦਾ ਨਾਮ ਹੀ ਆਪਣੀ ਇੱਕ ਟੇਕ ਕੀਤੀ ਹੈ। ਟੇਕ ਮੈਨੇ ਓਟ, ਆਸਰਾ, ਸਹਾਰਾ। ਸੋ ਵਾਹਿਗੁਰੂ ਦਾ ਨਾਮ ਹੀ ਬਣਾ ਲਿਆ ਆਪਣਾ ਸਹਾਰਾ, ਆਪਣੀ ਟੇਕ, ਆਪਣੀ ਓਟ। ਇੱਕੋ ਸੱਚ ਨੂੰ ਬਣਾਇਆ ਹੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ 5 ਸ਼ਬਦਾਂ ਦੀ ਵਿਚਾਰ ਅੱਜ ਆਪਾਂ ਕੀਤੀ ਹੈ। ਗੁਰੂ ਕਿਰਪਾ ਸਦਕਾ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।